ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਕਾਫੀ ਲੰਬੇ ਟਾਈਮ ਤੋਂ ਸਟੂਡੈਂਟ ਡਿਮਾਂਡ ਕਰ ਰਹੇ ਸੀ, ਮੈਸੇਜ ਕਰਦੇ ਸੀਗੇ, ਸਰ ਪੰਜਾਬ ਪੁਲਿਸ ਦੇ ਐਗਜ਼ਾਮ ਜਿਹੜੇ ਲਾਸਟ ਈਅਰ ਹੋਏ ਆ ਉਹਨਾਂ ਨੂੰ ਸ਼ਿਫਟ ਵਾਈਜ਼ ਤੁਸੀਂ ਕਰਾਓ। ਠੀਕ ਹੈ, ਤਾਂ ਅੱਜ ਤੋਂ ਆਪਾਂ ਬਈ ਸ਼ੁਰੂਆਤ ਕਰਦੇ ਹਾਂ ਤੇ ਸ਼ੁਰੂਆਤ ਵੀ ਆਪਾਂ ਬਿਲਕੁਲ ਹਾਈ ਲੈਵਲ ਤੋਂ ਹੀ ਕਰਾਂਗੇ, ਸਬ ਇੰਸਪੈਕਟਰ ਤੋਂ। ਠੀਕ ਹੈ, ਸਬ ਇੰਸਪੈਕਟਰ, ਹੈਡ ਕਾਂਸਟੇਬਲ, ਜੇਲ੍ਹ ਵਾਰਡਰ ਦੇ ਜੋ ਵੀ ਐਗਜ਼ਾਮ ਹੋਏ ਆ ਲਾਸਟ ਈਅਰ, ਸਾਰਿਆਂ ਦੀ ਜੀਕੇ ਮੈਂ ਤੁਹਾਨੂੰ ਸ਼ਿਫਟ ਵਾਈਜ਼ ਕਰਾਉਂਗਾ। ਅੱਜ ਆਪਣੀ ਪਹਿਲੀ ਕਲਾਸ ਹੈ, ਸ਼ਿਫਟ ਵਾਈਜ਼ ਆਪਾਂ ਸ਼ੁਰੂ ਕਰਦੇ ਹਾਂ ਬਈ। ਤੇ 17 ਅਗਸਤ ਨੂੰ ਸ਼ਿਫਟ 1 ਜਿਹੜੀ ਹੋਈ ਸੀ ਉਹ ਆਪਾਂ ਸਟਾਰਟ ਕਰਾਂਗੇ। ਠੀਕ ਹੈ, 17 ਅਗਸਤ ਦੀ ਸਬ ਇੰਸਪੈਕਟਰ ਦਾ ਪੇਪਰ ਸੀਗਾ ਜਿਹੜਾ, ਹਨਾ। ਬਾਕੀ ਕੋਈ ਕੁਐਰੀ, ਕੋਈ ਡਾਊਟ ਹੈਗਾ, ਇਹ ਤਾਂ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ, ਨਾਲੇ ਫੋਲੋ ਕਰ ਲਓ, ਨਾਲੇ ਮੈਸੇਜ ਕਰ ਦਿਓ, ਸਿੰਪਲ ਜੀ ਗੱਲ ਹੈ। ਤੇ ਟੈਲੀਗ੍ਰਾਮ ਚੈਨਲ ਨੂੰ ਜਰੂਰ ਜੁਆਇਨ ਕਰਨਾ, ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ। ਠੀਕ ਹੈ ਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀ ਐਂਡਰੋਇਡ ਐਪ ਹੈਗੀ ਹੈ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ, ਉਹ ਵੀ ਡਾਊਨਲੋਡ ਕਰ ਲਓ ਪਲੇ ਸਟੋਰ ਤੇ ਜਾ ਕੇ। ਕੋਰਸ ਤੁਸੀਂ ਜੇ ਕਰਨਾ ਚਾਹੁੰਦੇ ਹੋ, ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ, ਸਬ ਇੰਸਪੈਕਟਰ ਲੱਗਣਾ ਚਾਹੁੰਦੇ ਹੋ, ਤਾਂ ਇਹ ਜ਼ਰੂਰ ਬੈਚ ਹੈ ਜਿਹੜਾ ਜੁਆਇਨ ਕਰਨਾ ਤੁਸੀਂ। ਠੀਕ ਹੈ, ਜੋ ਵੀ ਇਹਦੀ ਫੀਸ ਹੈਗੀ ਆ ਉਹਦੇ ਤੇ 20% ਆਫ ਮਿਲ ਜੂਗਾ, ਇਹ ਕੋਡ ਅਪਲਾਈ ਕਰ ਦਿਓ। ਬਾਕੀ ਇਸ ਤੋਂ ਇਲਾਵਾ ਕੋਈ ਕੁਐਰੀ ਹੈਗੀ ਆ, ਤੁਸੀਂ ਅਕੈਡਮੀ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ। ਇਹ ਨੰਬਰ ਨੇ ਬਾਈ 8447483373। ਇਸ ਤੋਂ ਇਲਾਵਾ 7696506767, ਇਹ ਦੋ ਨੰਬਰ ਹੈਗੇ ਆ, ਜਦੋਂ ਮਰਜ਼ੀ ਕਾਲ ਕਰਕੇ ਕੋਈ ਵੀ ਆਪਣੀ ਤੁਹਾਡੀ ਕੋਈ ਡਾਊਟ ਕੁਐਰੀ ਕੁਛ ਹੈਗਾ ਸੋਲਵ ਕਰਾ ਸਕਦੇ ਹੋ। ਠੀਕ ਹੈ, ਚਲੋ ਜੀ ਫਿਰ ਆਪਾਂ ਸਟਾਰਟ ਕਰਦੇ ਹਾਂ ਪਹਿਲੇ ਪ੍ਰਸ਼ਨ ਤੋਂ। ਪਹਿਲਾ ਪ੍ਰਸ਼ਨ ਕੀ ਹੈ? ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਆਫ ਇੰਡੀਆ ਵਿਚ ਆਫ ਦੀ ਫੋਲੋਇੰਗ ਪੇਅਰ ਆਰਟੀਕਲ ਕੰਟੈਂਟ ਇਜ਼ ਕਰੈਕਟ। ਮਤਲਬ ਇੱਕ ਸਾਈਡ ਆਰਟੀਕਲ ਦਿਆ ਹੋਇਆ, ਦੂਜੀ ਸਾਈਡ ਕੰਟੈਂਟ ਦਿਆ ਹੋਇਆ, ਇੱਕ ਪੇਅਰ ਬਣਾਇਆ ਹੋਇਆ, ਆਪਾਂ ਨੇ ਦੱਸਣਾ ਕਿ ਕਿਹੜਾ ਪੇਅਰ ਹੈ ਜਿਹੜਾ ਸਹੀ ਹੈ। ਦੋ ਪੇਅਰ ਦਏ ਹੋਏ ਆ ਆਪਾਂ ਨੂੰ। ਠੀਕ ਹੈ, ਕੁਐਸਚਨ ਤੁਹਾਨੂੰ ਬਾਈਲੈਂਗੁਏਜ ਮਿਲਣਗੇ। ਠੀਕ ਹੈ ਜੀ, ਇੰਗਲਿਸ਼ ਤੇ ਪੰਜਾਬੀ ਦੇ ਵਿੱਚ। ਤਾਂ ਪਹਿਲਾ ਕੀ ਹੈ, ਪਹਿਲਾ ਪੇਅਰ ਕੀ ਹੈ? ਆਰਟੀਕਲ 259। ਆਰਟੀਕਲ 259 ਕਹਿੰਦਾ ਹੈ ਕਿ ਪਾਵਰ ਆਫ ਸਟੇਟ ਟੂ ਇੰਟਰਸਟ ਫੰਕਸ਼ਨਸ ਟੂ ਦੀ ਯੂਨੀਅਨ। ਮਤਲਬ ਕਿ ਜਿਹੜਾ ਰਾਜ ਹੈਗਾ ਉਹਦੇ ਕੋਲ ਸ਼ਕਤੀ ਹੈ, ਉਹਦੇ ਕੋਲ ਪਾਵਰ ਹੈ ਕਿ ਉਹ ਸੰਘ ਨੂੰ ਕੋਈ ਵੀ ਕਾਰਜ ਸੌਂਪ ਸਕਦਾ ਹੈ। ਸਟੇਟ ਕੋਲ ਅਜਿਹੀ ਪਾਵਰ ਹੈ ਕਿ ਉਹ ਸੰਘ ਨੂੰ ਕੋਈ ਕਾਰਜ ਜਿਹੜਾ ਸੌਂਪ ਸਕਦਾ ਹੈ। ਸੇਮ ਹੀ ਆਰਟੀਕਲ 263 ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ, ਸੇਮ ਗੱਲ ਹੈ ਕਿ ਰਾਜਾਂ ਕੋਲ ਸ਼ਕਤੀ ਹੈ ਕਿ ਉਹ ਸੰਘ ਨੂੰ ਕਾਰਜ ਸੌਂਪ ਸਕਦੇ ਆ। ਤਾਂ ਦੋਹਾਂ ਦੇ ਵਿੱਚ ਸੇਮ ਸਟੇਟਮੈਂਟ ਇਹਨੇ ਲਿਖੀ ਹੋਈ ਹੈ। ਤੇ ਸਟੂਡੈਂਟ ਕਈ ਵਾਰ ਸੋਚਦਾ ਹੈ ਕਿ ਚਲੋ ਇਹਦਾ ਆਨਸਰ ਇਹ ਤਾਂ ਹੋ ਨਹੀਂ ਸਕਦਾ ਕਿ ਦੋਵੇਂ 1 ਅਤੇ 2, ਹਨਾ, ਕਿਉਂਕਿ ਦੋਹਾਂ ਆਰਟੀਕਲ ਦੇ ਵਿੱਚ ਸੇਮ ਗੱਲ ਨਹੀਂ ਹੋ ਸਕਦੀ। ਤਾਂ ਬੱਚਾ ਸੋਚਦਾ ਵੀ ਜਾਂ ਤਾਂ ਇਹ ਹੋਣਾ ਜਾਂ ਤਾਂ ਇਹ ਹੋਣਾ, ਹਨਾ, ਦੋਨਾਂ ਵਿੱਚੋਂ ਕੋਈ ਇੱਕ ਸਹੀ ਹੋ ਸਕਦਾ ਹੈ, ਤਾਂ ਉਹ ਤੁੱਕਾ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਬਟ ਰਿਐਲਿਟੀ ਇਹ ਹੈ ਕਿ ਦੋਨੇ ਗਲਤ ਹੈ, ਇਹ ਸਟੇਟਮੈਂਟ ਵੀ ਗਲਤ ਹੈ, ਇਹ ਸਟੇਟਮੈਂਟ ਵੀ ਗਲਤ ਹੈ। ਰਾਈਟ ਆਨਸਰ ਇਹਦਾ ਹੈਗਾ ਨਾ ਤਾਂ 1 ਨਾ ਤਾਂ 2। ਹੁਣ ਇਹ ਲਿਖਿਆ ਕੀ ਹੈ ਇਹਦੇ ਚ? ਦੇਖੋ, ਇਹ ਜਿਹੜਾ ਆਰਟੀਕਲ ਹੈ ਆਰਟੀਕਲ 259, ਤੁਹਾਨੂੰ ਪਤਾ ਹੈ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਉਸ ਟਾਈਮ ਸਟੇਟਾਂ ਜਿਹੜੀ ਸੀਗੀ ਉਹ ਅਲੱਗ ਸੀਗੀ, ਹਨਾ। ਫਿਰ ਜਿਹੜੀ ਰਾਜੇ ਮਹਾਰਾਜੇ ਦੀ ਰਿਆਸਤਾਂ ਇੰਡੀਆ ਦੇ ਵਿੱਚ ਸ਼ਾਮਿਲ ਹੋਈਆਂ, ਉਹਨਾਂ ਨੂੰ ਅਲੱਗ ਕੈਟਾਗਰੀ ਦੇ ਵਿੱਚ ਰੱਖਿਆ ਗਿਆ। ਸਟਾਰਟਿੰਗ ਦੇ ਵਿੱਚ ਆਪਣੀ ਜਿਹੜੀ ਸਟੇਟਾਂ ਸੀ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਗਰੁੱਪ A B C D ਕਰਕੇ 4 ਗਰੁੱਪ ਦੇ ਵਿੱਚ ਡਿਵਾਈਡ ਸੀਗੀ ਸਾਰੀ ਸਟੇਟਾਂ। ਠੀਕ ਹੈ, ਤਾਂ ਉਸ ਟਾਈਮ ਜਿਹੜੀ ਗਰੁੱਪਾਂ ਦੇ ਵਿੱਚ ਸਟੇਟਾਂ ਸੀਗੀ, ਉਹਨਾਂ ਨੂੰ ਕਈ ਸਟੇਟਾਂ ਅਜਿਹੀ ਸੀ ਜਿਨ੍ਹਾਂ ਦੀ ਆਰਮਡ ਫੋਰਸ ਬਾਰੇ ਮਤਲਬ ਸਪੈਸ਼ਲ ਕੁਝ ਪ੍ਰਾਵਧਾਨ ਉਹਨਾਂ ਨੂੰ ਸੀਗੇ, ਤਾਂ ਉਹ ਸਾਰਾ ਕੁਝ ਸੀ ਇਸ ਆਰਟੀਕਲ ਦੇ ਵਿੱਚ। ਹੁਣ ਇਹ ਆਰਟੀਕਲ ਬਿਲਕੁਲ ਵੀ ਯੂਜ਼ ਦੇ ਵਿੱਚ ਨਹੀਂ ਹੈ, ਨਾ ਹੀ ਆਪਾਂ ਨੇ ਯਾਦ ਰੱਖਣਾ ਹੈ। ਬਸ ਇੰਨਾ ਯਾਦ ਰੱਖਣਾ ਹੈ ਕਿ ਇਹ ਜਿਹੜਾ ਆਰਟੀਕਲ ਹੈ ਉਸ ਟਾਈਮ ਜਦੋਂ ਗਰੁੱਪ A B C D ਦੇ ਵਿੱਚ ਸਟੇਟਾਂ ਵੰਡੀ ਹੋਈ ਸੀ, ਇਹਨਾਂ ਦੀ ਆਰਮਡ ਫੋਰਸਿਸ ਬਾਰੇ ਗੱਲ ਹੋਈ ਸੀ। ਠੀਕ ਹੈ, ਆਰਮਡ ਫੋਰਸਿਸ ਬਾਰੇ ਇਸ ਆਰਟੀਕਲ ਦੇ ਵਿੱਚ ਗੱਲ ਹੋਈ ਸੀ। ਤੇ ਇਹ ਆਰਟੀਕਲ ਡਿਲੀਟ ਕਰਿਆ ਗਿਆ ਸੀ ਜਦੋਂ ਆਪਾਂ ਨੇ ਸਾਰੀ ਸਟੇਟਾਂ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਬਣਾਉਣਾ ਸ਼ੁਰੂ ਕਰਿਆ ਸੀ, ਹਨਾ। 1956 ਦੀ ਗੱਲ ਹੈ। ਤਾਂ 7ਵੇਂ ਅਮੈਂਡਮੈਂਟ ਦੇ ਤਹਿਤ, 7ਵੇਂ ਸੰਸ਼ੋਧਨ ਦੇ ਤਹਿਤ 1956 ਦੇ ਵਿੱਚ ਇਹਨੂੰ ਡਿਲੀਟ ਕਰਿਆ ਗਿਆ ਆਰਟੀਕਲ ਨੂੰ। ਠੀਕ ਹੈ, ਯਾਦ ਰੱਖਣਾ ਹੈ। ਅਮੈਂਡਮੈਂਟ ਬਾਰੇ ਤੁਹਾਨੂੰ ਪਤਾ ਹੈ ਨਾ, ਇੰਨਾ ਕੁ ਤਾਂ ਤੁਸੀਂ ਮੈਨੂੰ ਉਮੀਦ ਹੈ ਕਿ ਤੁਸੀਂ ਇੰਨਾ ਕੁ ਤਾਂ ਲੈਵਲ ਤੁਹਾਡਾ ਅਪ ਹੋਣਾ ਕਿ ਤੁਹਾਨੂੰ ਇਹ ਬੇਸਿਕ ਟਰਮਸ ਹੈ ਜਿਹੜੀ ਪੋਲਿਟੀ ਦੀ ਪਤਾ ਹੋਣੀ। ਠੀਕ ਹੈ, ਬਿਲਕੁਲ ਮਤਲਬ ਜ਼ੀਰੋ ਤੋਂ ਤੁਸੀਂ ਨਹੀਂ ਸਟਾਰਟ ਕਰੇ, ਤੁਸੀਂ ਪਹਿਲਾਂ ਜਿਹੜੀ ਤਿਆਰੀ ਆਪਣੀ ਕਰੀ ਵੀ ਹੋਣੀ, ਤਾਂ ਤੁਹਾਨੂੰ ਪਤਾ ਹੋਣਾ ਅਮੈਂਡਮੈਂਟ ਹੁੰਦੀ ਕੀ ਹੈ। ਫਿਰ ਜੀ, ਤਾਂ ਇਹ ਤਾਂ ਬਿਲਕੁਲ ਗਲਤ ਹੋ ਗਈ ਸਟੇਟਮੈਂਟ। ਫਿਰ ਨੈਕਸਟ ਆਰਟੀਕਲ ਕੀ ਹੈ? ਆਰਟੀਕਲ 263। ਆਰਟੀਕਲ 263 ਕੀ ਕਹਿੰਦਾ ਹੈ? ਆਰਟੀਕਲ 263 ਕਹਿੰਦਾ ਹੈ ਕਿ ਰਾਸ਼ਟਰਪਤੀ ਕੋਲ ਪਾਵਰ ਹੈ, ਰਾਸ਼ਟਰਪਤੀ ਰਿਸਪੌਂਸੀਬਲ ਹੈ, ਰਾਸ਼ਟਰਪਤੀ ਕੋਲ ਪਾਵਰ ਹੈ ਕਿ ਉਹ ਇੰਟਰ ਸਟੇਟ ਕਾਉਂਸਿਲ ਬਣਾ ਸਕਦਾ ਹੈ, ਅੰਤਰ ਰਾਜ ਪਰਿਸ਼ਦ। ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ, ਬਹੁਤ ਜ਼ਿਆਦਾ। ਠੀਕ ਹੈ, ਕਈ ਵਾਰ ਡਾਇਰੈਕਟ ਵੀ ਕੁਐਸਚਨ ਆ ਜਾਂਦਾ ਹੈ ਕਿ ਇੰਟਰ ਸਟੇਟ ਕਾਉਂਸਿਲ ਕੌਣ ਬਣਾ ਸਕਦਾ ਹੈ? ਰਾਸ਼ਟਰਪਤੀ। ਇੰਟਰ ਸਟੇਟ ਕਾਉਂਸਿਲ ਕਿਹੜੇ ਆਰਟੀਕਲ ਦੇ ਵਿੱਚ ਹੈ? ਇੰਟਰ ਸਟੇਟ ਕਾਉਂਸਿਲ 263 ਆਰਟੀਕਲ ਦੇ ਵਿੱਚ ਹੈ। ਇੰਟਰ ਸਟੇਟ ਕਾਉਂਸਿਲ। ਠੀਕ ਹੈ, ਇੰਟਰ ਸਟੇਟ ਕਾਉਂਸਿਲ ਕੌਣ ਬਣਾ ਸਕਦਾ ਹੈ? ਰਾਸ਼ਟਰਪਤੀ ਹੀ ਬਣਾ ਸਕਦਾ ਹੈ।
263 ਆਰਟੀਕਲ ਦੇ ਵਿੱਚ ਲਿਖਿਆ ਹੋਇਆ। ਤਾਂ ਆਪਣੇ ਦੇਸ਼ ਦੇ ਵਿੱਚ ਇੰਟਰਸਟੇਟ ਕਾਉਂਸਲ ਬਣੀ ਸੀ 1990 ਦੇ ਵਿੱਚ, ਯਾਦ ਰੱਖਣਾ ਹੈ। ਇੰਟਰਸਟੇਟ ਕਾਉਂਸਲ ਇੰਡੀਆ 'ਚ ਕਦ ਬਣੀ ਹੈ? 1990। ਇੰਟਰਸਟੇਟ ਕਾਉਂਸਲ ਦਾ ਜੇ ਚੇਅਰਮੈਨ ਪੁੱਛਣ, ਚੇਅਰਮੈਨ ਇੰਟਰਸਟੇਟ ਕਾਉਂਸਲ ਦਾ ਪ੍ਰਧਾਨ ਪੁੱਛਣ ਤਾਂ ਹਮੇਸ਼ਾ ਆਲਵੇਜ਼ ਪ੍ਰਾਈਮ ਮਿਨਿਸਟਰ ਹੀ ਹੁੰਦਾ ਹੈ। ਜੋ ਵੀ ਦੇਸ਼ ਦਾ ਪ੍ਰਾਈਮ ਮਿਨਿਸਟਰ ਹੁੰਦਾ ਹੈ ਉਹ ਆਟੋਮੈਟਿਕਲੀ ਇੰਟਰਸਟੇਟ ਕਾਉਂਸਲ ਦਾ ਚੇਅਰਮੈਨ ਹੁੰਦਾ ਹੈ। ਤੇ ਅੱਜ ਦੀ ਡੇਟ ਦੇ ਵਿੱਚ ਇੰਟਰਸਟੇਟ ਕਾਉਂਸਲ ਦਾ ਚੇਅਰਮੈਨ ਕੌਣ ਹੈ? ਜੋ ਪ੍ਰਧਾਨ ਮੰਤਰੀ ਹੈ, ਨਰਿੰਦਰ ਮੋਦੀ। ਠੀਕ ਹੈ ਨਾ, ਯਾਦ ਰੱਖਣਾ ਹੈ ਬਾਈ। ਠੀਕ ਹੈ, ਸਾਰੀ ਸਟੇਟਾਂ ਦੇ ਸੀਐਮ ਵੀ ਇੰਟਰਸਟੇਟ ਕਾਉਂਸਲ ਦੇ ਮੈਂਬਰ ਹੁੰਦੇ ਆ। ਠੀਕ ਹੈ, ਯਾਦ ਰੱਖਣਾ ਹੈ। ਤੇ 1990 ਦੇ ਵਿੱਚ ਸਟੇਟ ਹੈ ਇੰਟਰਸਟੇਟ ਕਾਉਂਸਲ ਬਣੀ ਸੀ। ਇੱਕ ਕੁਐਸਚਨ ਇਹ ਵੀ ਆ ਜਾਂਦਾ ਹੈ ਕਿ ਜਿਹੜੀ ਇੰਟਰਸਟੇਟ ਕਾਉਂਸਲ ਹੈ ਉਹ ਕਿਹਦੇ ਕਹਿਣ ਤੇ ਬਣਾਈ ਗਈ ਹੈ? ਦੇਖੋ, ਪਾਵਰ ਤਾਂ ਰਾਸ਼ਟਰਪਤੀ ਕੋਲ ਹੈ, ਉਹੀ ਬਣਾ ਸਕਦਾ ਹੈ, ਬਟ ਸਲਾਹ ਕਿਹਨੇ ਦਈ ਆ? ਮਤਲਬ ਕਿਹੜਾ ਇੰਟਰਸਟੇਟ ਕਾਉਂਸਲ ਬਣਾਉਣ ਤੋਂ ਪਹਿਲਾਂ ਨਾ ਇੱਕ ਆਯੋਗ ਬਣਾਇਆ ਗਿਆ ਸੀ। ਉਸ ਆਯੋਗ ਦਾ, ਉਸ ਕਮਿਸ਼ਨ ਦਾ ਕੰਮ ਸੀ ਕਿ ਇੰਟਰਸਟੇਟ ਕਾਉਂਸਲ ਵਗੈਰਾ ਕੁਝ ਮਤਲਬ ਜੋ ਪਹਿਲਾਂ ਹੀ ਬਣਾਉਣ ਤੋਂ ਪਹਿਲਾਂ ਜੋ ਨਿਯਮ ਕਾਨੂੰਨ ਵਗੈਰਾ ਬਣਾਏ ਜਾਂਦੇ ਨਾ, ਉਹ ਫਾਰਮੈਲਿਟੀ ਪੂਰੀ ਕਰਨੀ ਸੀ। ਤਾਂ ਸਰਕਾਰੀਆ ਆਯੋਗ ਇੱਕ ਬਣਿਆ ਸੀਗਾ, ਸਰਕਾਰੀਆ ਆਯੋਗ, ਯਾਦ ਰੱਖਣਾ ਹੈ। ਸਰਕਾਰੀਆ ਆਯੋਗ ਦੇ ਕਹਿਣ ਤੇ, ਸਰਕਾਰੀਆ ਆਯੋਗ ਜਿਹੜਾ ਕਿ 1983 ਦੇ ਵਿੱਚ ਬਣਿਆ ਸੀ, ਸਰਕਾਰੀਆ ਆਯੋਗ ਦੇ ਕਹਿਣ ਤੇ 1990 ਦੇ ਵਿੱਚ ਇੰਟਰਸਟੇਟ ਕਾਉਂਸਲ ਯਾਨੀ ਅੰਤਰਰਾਜ ਪਰਿਸ਼ਦ ਹੈ ਜਿਹੜੀ ਬਣਾਈ ਗਈ ਸੀ। ਯਾਦ ਰੱਖਣਾ ਹੈ ਬਾਈ। ਠੀਕ ਹੈ, ਤਾਂ ਇਹ ਪਹਿਲਾ ਕੁਐਸਚਨ ਸੀਗਾ। ਬਾਕੀ ਕੀ ਹੈ, ਦੇਖੋ ਆਪਾਂ ਸਾਰੇ ਕੁਐਸਚਨ ਨੂੰ ਡਿਸਕਸ ਕਰਾਂਗੇ, ਬਟ ਮੈਂ ਜਦੋਂ ਸਾਰੀ ਸ਼ਿਫਟਾਂ ਦਾ ਐਨਾਲਾਈਜ਼ ਕਰਿਆ ਤਾਂ ਮੈਨੂੰ ਇਹ ਪਤਾ ਲੱਗਿਆ ਕਿ ਕਈ ਕੁਐਸਚਨ ਨਾ ਜਿਹੜੇ ਇੱਕ ਹੀ ਟੌਪਿਕ ਦੇ ਉੱਤੇ ਆ। ਮੰਨ ਲਓ ਇਹ ਇੰਟਰਸਟੇਟ ਕਾਉਂਸਲ ਦੇ ਉੱਤੇ ਟੌਪਿਕ ਦੇ ਉੱਤੇ ਕੁਐਸਚਨ ਪੁੱਛਣਾ ਸੀ, ਇੱਥੇ ਕੋਈ ਹੋਰ ਕੁਐਸਚਨ ਪੁੱਛ ਲਿਆ, ਸੌਰੀ ਫॉर ਡਿਸਟਰਬੈਂਸ, ਓਕੇ, ਇੱਥੇ ਕੋਈ ਹੋਰ ਪੁੱਛ ਲਿਆ, ਦੂਜੀ ਸ਼ਿਫਟ ਦੇ ਵਿੱਚ ਕੁਝ ਹੋਰ ਪੁੱਛ ਲਿਆ, ਤਾਂ ਉੱਥੇ ਫਿਰ ਇਹ ਟੌਪਿਕ ਡਿਸਕਸ ਕਰਨਾ ਸੀ। ਤਾਂ ਮੈਂ ਕਰਕੇ ਇਦਾਂ ਕਰਿਆ ਕਿ ਕਈ ਵਾਰ ਕੋਈ ਕੁਐਸਚਨ ਦਾ ਟੌਪਿਕ ਮੈਂ ਸਕਿਪ ਕਰ ਦੂੰਗਾ ਕਿਉਂਕਿ ਫਿਰ ਉਹ ਨੈਕਸਟ ਸ਼ਿਫਟ ਦੇ ਵਿੱਚ ਵੀ ਕਰਾਉਣਾ ਪੈਣਾ ਹੈ। ਠੀਕ ਹੈ ਨਾ, ਇਦਾਂ ਕਰਿਆ ਮੈਂ। ਠੀਕ ਹੈ, ਤਾਂ ਇਹ ਵੀ ਆਪਾਂ ਨੇ ਨਾਲ ਦੀ ਨਾਲ ਚੱਲਣਾ ਲੈ ਕੇ। ਨੈਕਸਟ ਹੈ ਜੀ, ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਰਟ ਐਂਡ ਕਲਚਰ ਤੋਂ, ਆਰਟ ਐਂਡ ਕਲਚਰ ਜਿਹਨੂੰ ਜ਼ਿਆਦਾਤਰ ਬੱਚੇ ਸਕਿਪ ਕਰਕੇ ਚੱਲਦੇ ਆ ਕਿ ਯਾਰ ਇਹਦੇ ਤੋਂ ਕੀ ਕੁਐਸਚਨ ਆਊਗਾ, यूपीएससी ਥੋੜੀ ਹੈ ਜੋ ਆਰਟ ਐਂਡ ਕਲਚਰ ਪੁੱਛੂਗੀ। ਬਟ ਆਰਟ ਐਂਡ ਕਲਚਰ ਤੋਂ 2-2 3-3 ਕੁਐਸਚਨ ਆਏ ਹੋਏ ਆ ਇੱਕ ਸ਼ਿਫਟ ਦੇ ਵਿੱਚ। ਕਿਸੇ ਸ਼ਿਫਟ ਦੇ ਵਿੱਚ ਆਰਟ ਐਂਡ ਕਲਚਰ ਤੋਂ 3-3 ਕੁਐਸਚਨ ਆਏ ਹੋਏ ਆ। ਤਾਂ ਆਰਟ ਐਂਡ ਕਲਚਰ ਨੂੰ ਪਿਛਲੀ ਵਾਰ ਬੱਚਿਆਂ ਨੇ ਸਕਿਪ ਕਰਕੇ, ਨੈਗਲੈਕਟ ਕਰਕੇ ਚੱਲੇ ਸੀ, ਕੁਐਸਚਨ ਫਸੇ ਆ ਬਾਈ। ਤੇ ਇਸ ਵਾਰ ਮੈਂ ਤੁਹਾਨੂੰ ਇੱਕ ਅਲੱਗ ਤੋਂ ਵੀਡੀਓ ਦੇ ਵਿੱਚ ਕਰਾਉਂਗਾ ਇਹ ਆਰਟ ਐਂਡ ਕਲਚਰ। ਠੀਕ ਹੈ, ਇਹ ਟੌਪਿਕ ਕਿਹੜਾ ਸੀ? ਜਿਤਨੇ ਮਿਊਜ਼ਿਕ ਇੰਸਟਰੂਮੈਂਟ ਹੁੰਦੇ ਆ, ਸੰਗੀਤਾਂ ਦੇ ਯੰਤਰ ਹੁੰਦੇ ਆ, ਉਹਨਾਂ ਦੇ ਵਾਦਕ ਪੁੱਛੇ ਹੋਏ ਆ। ਕਿਸੇ ਸ਼ਿਫਟ ਦੇ ਵਿੱਚ ਪੁੱਛਿਆ ਹੋਇਆ ਡਾਂਸਰਾਂ ਦੇ ਨਾਮ ਕਿ ਇਹ ਡਾਂਸਰ ਜਿਹੜਾ ਹੈਗਾ ਆ ਇਹ ਕਿਹੜਾ ਡਾਂਸ ਕਰਦਾ ਹੈ, ਹਨਾ? ਹੁੰਦੇ ਆ ਨਾ ਕਲਾਸੀਕਲ ਨ੍ਰਿਤ ਹੁੰਦੇ ਆ ਆਪਣੇ, ਜਿਹੜੇ ਲੋਕ ਨ੍ਰਿਤ ਹੁੰਦੇ ਆ, ਤਾਂ ਡਾਂਸਰਾਂ ਦੇ ਨਾਮ ਤੇ ਵੀ ਕੁਐਸਚਨ ਆਇਆ ਹੋਇਆ ਸੀ। ਤਾਂ ਉਹ ਮੈਂ ਤੁਹਾਨੂੰ ਇੱਕ ਅਲੱਗ-ਅਲੱਗ ਵੀਡੀਓ ਕਰਾਉਂਗਾ। ਇੱਕ ਵੀਡੀਓ ਦੇ ਵਿੱਚ ਡਾਂਸਰ ਕਰਾਉਂ ਦੂੰ ਸਾਰੇ, ਇੱਕ ਵੀਡੀਓ ਦੇ ਵਿੱਚ ਜਿਹੜੇ ਸੰਗੀਤ ਯੰਤਰ ਵਾਲੇ ਹੈਗੇ ਨਾ, ਬਾਈ ਟ੍ਰਿਕ ਮੇਨ ਜਿਹੜੇ ਹੈਗੇ ਆ ਉਹ ਕਰਾਉਂਗਾ। ਠੀਕ ਹੈ, ਤਾਂ ਪਹਿਲਾਂ ਇਹ ਕੁਐਸਚਨ ਦੇਖ ਲਓ ਬਈ, ਭਜਨ ਸੋਪੋਰੀ ਜਿਹੜਾ ਹੈਗਾ ਉਹ ਕਿਹੜਾ ਵਾਦ ਯੰਤਰ ਵਜਾਉਂਦਾ ਹੈ? ਸੰਤੂਰ ਇਹ ਵਜਾਉਂਦਾ ਹੈ ਬਈ, ਸੰਤੂਰ। ਠੀਕ ਹੈ, ਯਾਦ ਰੱਖਣਾ ਹੈ। ਬਾਕੀ ਜਿਹੜੇ ਹੋਰ ਮੇਨ ਹੈਗੇ ਆ ਮੈਂ ਸਾਰੇ ਇੱਕ ਅਲੱਗ ਵੀਡੀਓ ਦੇ ਵਿੱਚ ਤੁਹਾਨੂੰ ਕਰਾਉਂ। ਉਸ ਤੋਂ ਬਾਅਦ ਬਈ ਇੱਕ ਪੰਜਾਬ ਦੇ ਆਰਟ ਐਂਡ ਕਲਚਰ ਤੋਂ ਸੀਗਾ, ਪੰਜਾਬ ਜੀਕੇ ਦਾ ਕੁਐਸਚਨ ਇਹਨੂੰ ਕਹਾਂਗੇ ਆਪਾਂ, ਪੰਜਾਬ ਦੇ ਆਰਟ ਐਂਡ ਕਲਚਰ ਤੋਂ ਸੀਗਾ ਬਈ। ਇੱਕ ਪਰਾਂਦਾ ਜੋ ਔਰਤ ਦੇ ਪਹਿਰਾਵੇ ਦਾ ਹਿੱਸਾ ਹੈ, ਖਾਸ ਕਰਕੇ ਲੋਕ ਨਾਚ ਤੇ ਤਿਉਹਾਰਾਂ ਦੇ ਦੌਰਾਨ ਪਹਿਨਿਆ ਜਾਂਦਾ ਹੈ, ਇਹ ਡੈਸ਼ ਦਾ ਹਵਾਲਾ ਦਿੰਦਾ ਹੈ। ਮਤਲਬ ਉਹ ਕੀ ਚੀਜ਼ ਹੈ ਜਿਹੜਾ ਇੱਕ ਖਾਸ ਪਰਾਂਦਾ ਹੁੰਦਾ ਜੋ ਔਰਤ ਪਾਉਂਦੀ ਹੈ ਇੱਕ ਖਾਸ ਲੋਕ ਨਾਚ ਜਾਂ ਤਿਉਹਾਰਾਂ ਦੇ ਦੌਰਾਨ? ਤਾਂ ਇਹ ਹੁੰਦਾ ਹੈ ਬਈ ਗੁੱਤ ਵਿੱਚ ਜੜਿਆ ਰੇਸ਼ਮੀ ਗੁੱਛਾ। ਇਹ ਯਾਦ ਰੱਖਣਾ ਹੈ। ਠੀਕ ਹੈ, ਗੁੱਤ ਵਿੱਚ ਜੜਿਆ ਰੇਸ਼ਮੀ ਗੁੱਛਾ, ਇਹ ਯਾਦ ਰੱਖਣਾ ਹੈ। ਨੈਕਸਟ ਆ ਜਾਓ ਜੀ, ਵਿਚ ਆਫ ਦਾ ਫੋਲੋਇੰਗ ਹੈਜ਼ ਰਿਸੀਵਡ ਟਾਈਮਸ ਪਰਸਨ ਆਫ ਦਾ ਈਅਰ ਅਵਾਰਡ 2020। ਇਹ ਕਰੰਟ ਤੋਂ ਕੁਐਸਚਨ ਸੀਗਾ, ਇਹ ਕਰੰਟ ਦਾ ਕੁਐਸਚਨ ਹੈ, ਕਰੰਟ ਅਫੇਅਰ ਦਾ। ਠੀਕ ਹੈ, ਅਵਾਰਡ ਵਗੈਰਾ। ਤਾਂ ਇੱਕ ਮੈਂ ਵੀ ਸੋਚ ਰਿਹਾ ਕਿ ਇੱਕ ਅਵਾਰਡ ਦੀ ਸਪੈਸ਼ਲ ਵੀਡੀਓ ਲੈ ਕੇ ਆऊं ਜਿਹਦੇ ਚ ਲਾਸਟ ਈਅਰ ਜਿੰਨੇ ਵੀ ਅਵਾਰਡ ਮਿਲੇ ਆ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕਵਰ ਕਰਦਾ, ਹਨਾ? ਤਾਂ ਟਾਈਮਸ ਇੱਕ ਮੈਗਜ਼ੀਨ ਹੈ USA ਦੀ, ਹਨਾ? USA ਵਾਲਿਆਂ ਦੀ ਇੱਕ ਮੈਗਜ਼ੀਨ ਹੈ। ਹਰ ਸਾਲ ਕਿਸੇ ਨਾ ਕਿਸੇ ਬੰਦੇ ਨੂੰ ਆਪਣੀ ਮੈਗਜ਼ੀਨ ਦੇ ਕਵਰ ਉੱਤੇ ਛਾਪਦੇ ਆਏ। ਤਾਂ 2020 ਵਾਲਾ ਪੁੱਛਿਆ ਹੋਇਆ ਸੀ, ਤਾਂ 2020 ਦੇ ਵਿੱਚ 2 ਬੰਦੇ ਇਹਨਾਂ ਨੇ ਛਾਪੇ ਸੀਗੇ, ਇੱਕ ਜੋ ਬਿਡੇਨ ਸੀਗਾ ਤੇ ਇੱਕ ਕਮਲਾ ਹੈਰਿਸ। ਇਹ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਸੀ, ਇਹ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਬਣੀ ਸੀ। ਤੁਹਾਨੂੰ ਪਤਾ ਹੀ ਹੈ ਕਮਲਾ ਹੈਰਿਸ ਤਾਂ ਬੇਸਿਕਲੀ ਇੰਡੀਅਨ origin ਹੈ, ਇੰਡੀਆ ਦੇ ਮਤਲਬ ਇੰਡੀਅਨ ਮੂਲ ਦੀ ਹੈਗੀ ਹੈ, ਤੁਹਾਨੂੰ ਪਤਾ ਹੈ। ਤੇ ਜੇ ਪਤਾ ਅੱਛਾ ਫਿਰ ਇਹ ਦੱਸੋ ਵੀ ਕਿਹੜੀ ਸਟੇਟ ਨੂੰ ਇਹਦੇ ਪੂਰਵਜ ਆ ਜਿਹੜੇ ਉਹ ਬਿਲੋਂਗ ਕਰਦੇ ਸੀ? ਇਹਦੀ ਮਾਤਾ ਇੰਡੀਆ ਦੀ ਕਿਹੜੀ ਸਟੇਟ ਤੋਂ ਸੀਗੀ? ਸਾਊਥ ਦੀ ਸਟੇਟ ਹੈ, ਦੱਸਣਾ ਮੈਨੂੰ ਕਮੈਂਟ ਕਰਕੇ ਜ਼ਰੂਰ। ਤਾਂ ਇਹ ਤਾਂ ਸੀਗੇ 2020 ਦੇ। ਆਪਸ਼ਨ ਦੇ ਵਿੱਚ ਗ੍ਰੇਟਾ ਥੰਬਰਗ ਹੈਗੀ ਆ ਜਿਹੜੀ ਬਹੁਤ ਵੱਡੀ ਇਨਵਾਇਰਮੈਂਟਲਿਸਟ ਹੈਗੀ ਆ, ਠੀਕ ਹੈ, ਪਰਿਆਵਰਣ ਪ੍ਰੇਮੀ ਜਿਹਨੂੰ ਆਪਾਂ ਬੋਲਦੇ ਆ। ਇਹ ਸੀਗੀ 2019 ਦੀ, ਕੋਈ ਲੋੜ ਨਹੀਂ ਯਾਦ ਰੱਖਣ ਦੀ, ਹੁਣ ਕੋਈ ਲੋੜ ਨਹੀਂ ਇਹਦੀ। ਇਹ 2020 ਦੇ ਹੋ ਗਏ। ਹੁਣ ਆਪਾਂ 2021, ਕਿਉਂਕਿ ਆਪਣੇ ਵਾਸਤੇ ਹੁਣ 21 ਇੰਪੋਰਟੈਂਟ ਹੋ ਗਿਆ।
21 ਦੇ ਵਿੱਚ ਇਲੋਨ ਮਸਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਇਲੋਨ ਮਸਕ ਕੌਣ ਹੈ? ਪ੍ਰੋਪਰਟੀ ਡੀਲਰ ਕਹਿ ਲਓ, ਜਿਹੜਾ ਮੰਗਲ ਤੇ ਕਲੋਨੀ ਕੱਟਦਾ ਹੈ ਨਾ। ਸਪੇਸ ਐਕਸ ਇਹਦੀ ਕੰਪਨੀ ਹੈ। ਮੇਰੀ ਟਾਈਮ ਹੈ ਉਸਦੀ ਵੀਡੀਓ ਦੇਖੀ ਹੈ ਨਾ, ਕੀ ਨਾਂ ਹੈ ਉਹਦਾ, ਸਪੇਸ ਟੈਕਨੋਲੋਜੀ ਦੀ, ਉਹਦੇ 'ਚ ਮੈਂ ਤੁਹਾਨੂੰ ਇਸ ਬਾਰੇ ਦੱਸਿਆ। ਇਲੋਨ ਮਸਕ ਸਪੇਸ ਐਕਸ ਕੰਪਨੀ ਦਾ ਮਾਲਕ ਹੈਗਾ ਆ। ਟੈਸਲਾ ਤੁਸੀਂ ਸੁਣੀ ਹੋਣੀ, ਟੈਸਲਾ ਵਗੈਰਾ ਸਾਰੀ ਇਸੇ ਦੀ ਹੈਗੀ ਹੈ। ਨੈਕਸਟ ਆ ਜਾਓ ਜੀ। ਵਿਚ ਆਫ ਦਾ ਫੋਲੋਇੰਗ ਸ਼ਡਿਊਲਸ ਡੀਲ ਵਿਦ ਦਾ 3 ਲੈਜਿਸਲੇਟਿਵ ਲਿਸਟ। 3 ਲਿਸਟਾਂ ਦਾ ਜ਼ਿਕਰ ਤੁਸੀਂ ਇਹ ਪੋਲਿਟੀ ਤੋਂ ਕੁਐਸਚਨ ਹੈ, ਠੀਕ ਹੈ। ਪੋਲਿਟੀ ਦੇ ਵਿੱਚ ਆਪਾਂ ਨੇ ਦੇਖਿਆ ਕਿ ਸਾਡੇ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਹੈਗੀਆਂ। ਕਿਤਨੀ? 12 ਅਨੁਸੂਚੀਆਂ ਨੇ। ਤਾਂ 7ਵੀਂ ਅਨੁਸੂਚੀ ਦੇ ਵਿੱਚ ਕੀ ਹੈ? 7ਵੀਂ ਅਨੁਸੂਚੀ ਦੇ ਵਿੱਚ ਹੈਗੀ ਆ ਬਈ 3 ਲਿਸਟਾਂ। ਇਹ 3 ਲਿਸਟਾਂ ਦੇ ਰਾਹੀਂ ਕੇਂਦਰ ਅਤੇ ਸੰਘ ਦੇ ਵਿੱਚ ਸ਼ਕਤੀਆਂ ਦਾ ਬਟਵਾਰਾ ਕਰਿਆ ਹੋਇਆ। ਕੇਂਦਰ ਯਾਨੀ ਸੈਂਟਰ ਅਤੇ ਸਟੇਟਾਂ, ਜਿਹੜੀ ਆਪਣੀ ਪੰਜਾਬ, ਹਰਿਆਣਾ, ਯੂਪੀ, ਬਿਹਾਰ ਇਹ ਸਟੇਟਾਂ ਹੈਗੀਆਂ, ਇਹਨਾਂ ਦੇ ਵਿੱਚ ਸ਼ਕਤੀਆਂ ਦਾ ਬਟਵਾਰਾ ਕਰਿਆ ਹੋਇਆ 7ਵੀਂ ਅਨੁਸੂਚੀ ਦੇ ਵਿੱਚ 3 ਲਿਸਟ ਬਣਾ ਕੇ। ਇਹ ਕਿਹੜੀ 3 ਲਿਸਟਾਂ? ਇੱਕ ਹੈਗੀ ਆ ਜੀ ਸੰਘ ਸੂਚੀ, ਸੰਘ ਸੂਚੀ। ਇੱਕ ਹੈਗੀ ਆ ਜੀ ਰਾਜ ਸੂਚੀ, ਰਾਜ ਸੂਚੀ ਮਤਲਬ ਸੰਘ ਮਤਲਬ ਯੂਨੀਅਨ ਹੈ ਨਾ, ਯੂਨੀਅਨ। ਸੈਂਟਰ ਲਿਸਟ, ਯੂਨੀਅਨ ਲਿਸਟ ਯਾਨੀ ਸੈਂਟਰ ਲਿਸਟ। ਇੱਕ ਹੈਗੀ ਆ ਸਟੇਟ ਲਿਸਟ ਤੇ ਇੱਕ ਹੈਗੀ ਆ ਬਈ ਕੌਨਕਰੈਂਟ ਲਿਸਟ। ਕੌਨਕਰੈਂਟ ਲਿਸਟ ਜਿਹਨੂੰ ਆਪਾਂ ਪੰਜਾਬੀ ਚ ਬੋਲਾਂਗੇ ਸਮਵਰਤੀ ਸੂਚੀ, ਹਿੰਦੀ ਚ ਵੀ ਸਮਵਰਤੀ ਬੋਲਦੇ ਆ, ਸਮਕਾਲੀ ਵੀ ਬੋਲ ਸਕਦੇ ਹੋ ਤੁਸੀਂ, ਠੀਕ ਹੈ। ਸਮਕਾਲੀ, ਸਮਵਰਤੀ, ਕੌਨਕਰੈਂਟ ਲਿਸਟ, ਇਹ 3 ਲਿਸਟਾਂ ਹੈਗੀਆਂ ਵੀ। ਇਹਨਾਂ ਦੇ ਵਿੱਚ ਸ਼ਕਤੀਆਂ ਦਾ ਬਟਵਾਰਾ ਕਰਿਆ ਹੋਇਆ। ਜੋ ਵੀ ਚੀਜ਼ ਇਹਦੇ ਚ ਲਿਖੀ ਹੈ, ਮੰਨ ਲਓ ਇੱਥੇ ਯੂਨੀਅਨ ਦੇ ਵਿੱਚ ਲਿਖਤਾ ਇਹਨਾਂ ਨੇ ਆਰਮੀ ਜਾਂ ਡਿਫੈਂਸ ਲਿਖਤਾ, ਇਹਦਾ ਮਤਲਬ ਡਿਫੈਂਸ ਜਿਹੜਾ ਵਿਸ਼ਾ ਹੈਗਾ ਆ, ਡਿਫੈਂਸ ਜਿਹੜਾ ਵਿਸ਼ਾ ਹੈਗਾ, ਇਸ ਵਿਸ਼ੇ ਦੇ ਉੱਤੇ ਕਾਨੂੰਨ ਸਿਰਫ ਔਰ ਸਿਰਫ ਸੈਂਟਰ ਹੀ ਬਣਾ ਸਕਦਾ ਹੈ, ਠੀਕ ਹੈ। ਇਹ ਰਾਜ ਸੂਚੀ ਹੈ। ਇੱਥੇ ਮੈਂ ਲਿਖਤਾ ਪੁਲਿਸ, ਤਾਂ ਪੁਲਿਸ ਦੇ ਉੱਤੇ ਕਾਨੂੰਨ ਸਿਰਫ ਔਰ ਸਿਰਫ ਰਾਜ ਹੀ ਬਣਾ ਸਕਦਾ ਹੈ। ਜਿਵੇਂ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਇਹ ਆਪਣੇ ਆਪਣੇ ਸਟੇਟਾਂ ਦੀ ਪੁਲਿਸ ਦੇ ਉੱਤੇ ਆਪ ਕਾਨੂੰਨ ਬਣਾਉਣਗੇ। ਤਾਂ ਸ਼ਕਤੀਆਂ ਦਾ ਬਟਵਾਰਾ ਹੋ ਗਿਆ ਨਾ, ਸਮਝਿਓ ਗੱਲ। ਏਦਾਂ ਕਰਕੇ ਇਹਨਾਂ ਦੇ ਵਿੱਚ ਕੁਝ ਵਿਸ਼ੇ ਆ, ਜਿਹੜੇ ਸਬਜੈਕਟ ਉਹ ਲਿਖੇ ਹੋਏ ਆ। ਜਿਵੇਂ ਇੱਥੇ ਤੁਸੀਂ ਡਿਫੈਂਸ ਦੇਖ ਲਓ, ਪੋਸਟ ਦੇਖ ਲਓ, ਹਨਾ, ਪੋਸਟ ਆਫਿਸ ਸੈਂਟਰ ਦਾ ਡਿਪਾਰਟਮੈਂਟ ਹੈ ਨਾ, ਹਨਾ। ਤੇ ਇਸ ਤੋਂ ਇਲਾਵਾ ਤੁਸੀਂ ਕਰੰਸੀ ਦੇਖ ਲਓ, ਬੈਂਕ ਦੇਖ ਲਓ, ਇਹ ਸਾਰੇ ਸੈਂਟਰ ਦੇ ਅੰਡਰ ਆ। ਤਾਂ ਇਹ ਸਾਰੇ ਵਿਸ਼ੇ ਸੈਂਟਰ ਦੇ ਹੈਗੇ ਆ। ਏਦਾਂ ਕਰਕੇ ਯੂਨੀਅਨ ਲਿਸਟ ਦੇ ਵਿੱਚ 100 ਵਿਸ਼ੇ ਹੈਗੇ ਆ। ਕਿੰਨੇ? 100 ਸਬਜੈਕਟ। ਯਾਦ ਰੱਖਣਾ, ਇਹ ਡਾਇਰੈਕਟ ਆ ਜਾਂਦਾ ਹੈ। ਰਾਜ ਸੂਚੀ ਦੇ ਵਿੱਚ ਕਿੰਨੇ ਆ? ਰਾਜ ਸੂਚੀ ਦੇ ਵਿੱਚ ਹੈਗੇ ਆ 66 ਵਿਸ਼ੇ। ਰਾਜ ਸੂਚੀ ਦੇ ਵਿੱਚ ਕਿੰਨੇ ਹੈਗੇ ਆ? 66 ਵਿਸ਼ੇ ਹੈਗੇ ਆ। ਸੌਰੀ, 66 ਨਹੀਂ ਹੈਗੇ ਬਈ, 66 ਤਾਂ ਪਹਿਲਾਂ ਸੀ, ਹੁਣ ਤਾਂ 61 ਹੈ। ਹੁਣ ਕਿੰਨੇ ਆ? 61 ਵਿਸ਼ੇ ਆ। 66 ਪਹਿਲਾਂ ਸੀਗੇ, ਮੈਂ ਦੱਸੂਗਾ। ਕੌਨਕਰੈਂਟ, ਇਹ ਸਮਵਰਤੀ ਸੂਚੀ ਪਤਾ ਕਿਹੜੀ ਹੁੰਦੀ ਹੈ? ਇਹਦੇ ਵਿੱਚ ਜੋ ਵੀ ਵਿਸ਼ਾ ਲਿਖਿਆ ਹੋਇਆ, ਮੰਨ ਲਓ ਇੱਥੇ ਲਿਖਤਾ ਐਜੂਕੇਸ਼ਨ, ਐਜੂਕੇਸ਼ਨ ਇੱਥੇ ਲਿਖਤਾ, ਠੀਕ ਹੈ। ਤਾਂ ਇੱਥੇ ਕੀ ਹੈ? ਐਜੂਕੇਸ਼ਨ ਦੇ ਉੱਤੇ ਦੋਨੇ ਕਾਨੂੰਨ ਬਣਾ ਸਕਦੇ ਆ, ਯੂਨੀਅਨ ਵਾਲੇ ਵੀ ਤੇ ਸਟੇਟ ਵਾਲੇ ਵੀ, ਕੇਂਦਰ ਵੀ ਤੇ ਰਾਜ ਵੀ, ਠੀਕ ਹੈ, ਦੋਨੇ ਬਣਾ ਸਕਦੇ ਆ। ਤਾਂ ਸਮਵਰਤੀ ਸੂਚੀ ਦੇ ਵਿੱਚ ਕਿੰਨੇ ਵਿਸ਼ੇ ਹੈਗੇ ਆ? ਸਮਵਰਤੀ ਸੂਚੀ ਦੇ ਵਿੱਚ ਹੈਗੇ ਆ 52 ਵਿਸ਼ੇ। ਇਹ ਯਾਦ ਰੱਖਣੇ ਆ ਬਈ। ਐਟ ਪ੍ਰੈਜ਼ੈਂਟ ਜੇ ਮੈਂ ਅੱਜ ਦੀ ਗੱਲ ਕਰਾਂ, ਸੰਘ ਸੂਚੀ ਦੇ ਵਿੱਚ 100 ਵਿਸ਼ੇ ਹੈਗੇ ਆ, ਰਾਜ ਸੂਚੀ ਦੇ ਵਿੱਚ 61 ਵਿਸ਼ੇ ਹੈਗੇ ਆ ਤੇ ਸਮਵਰਤੀ ਸੂਚੀ ਦੇ ਵਿੱਚ 52 ਵਿਸ਼ੇ ਹੈਗੇ ਆ। ਓਕੇ, ਬਟ ਜਦੋਂ ਸੰਵਿਧਾਨ ਬਣਿਆ ਸੀ ਉਸ ਟਾਈਮ ਜੇ ਆਪਾਂ ਗੱਲ ਕਰੀਏ, ਸੰਘ ਸੂਚੀ ਦੇ ਵਿੱਚ 97 ਵਿਸ਼ੇ ਸੀਗੇ, ਰਾਜ ਸੂਚੀ ਦੇ ਵਿੱਚ 66 ਵਿਸ਼ੇ ਸੀਗੇ, ਓਕੇ, ਤੇ ਸਮਵਰਤੀ ਦੇ ਵਿੱਚ 47 ਵਿਸ਼ੇ ਸੀਗੇ। ਕਿੰਨੇ? 47। ਇਹ ਵੀ ਕਈ ਵਾਰ ਆ ਜਾਂਦਾ ਹੈ ਕੁਐਸਚਨ। ਆਪਣਾ ਲੈਵਲ ਜਿਹੜਾ ਅਪ ਕਰਕੇ ਰੱਖੋ, ਠੀਕ ਹੈ। ਜਦੋਂ ਸੰਵਿਧਾਨ ਬਣਿਆ ਯਾਨੀ ओरिजिनल ਕਨਸਟੀਟਿਊਸ਼ਨ, ਜਿਹੜਾ ਮੂਲ ਸੰਵਿਧਾਨ ਸੀਗਾ, ਉਹਦੇ ਵਿੱਚ ਯੂਨੀਅਨ ਲਿਸਟ ਦੇ ਵਿੱਚ 97 ਵਿਸ਼ੇ ਸੀ, ਸਟੇਟ ਲਿਸਟ ਦੇ ਵਿੱਚ 66 ਤੇ ਸਮਵਰਤੀ ਦੇ ਵਿੱਚ 47। ਹੁੰਦਾ ਕੀ ਹੈ? 42ਵਾਂ ਸੰਸ਼ੋਧਨ ਜਦੋਂ ਹੋਇਆ, ਕਿਹੜਾ? 42ਵਾਂ ਸੰਸ਼ੋਧਨ 42ਵਾਂ ਸੰਸ਼ੋਧਨ ਹੋਇਆ ਸੀ 1976 ਦੇ ਵਿੱਚ। 42ਵੇਂ ਸੰਸ਼ੋਧਨ ਦੇ ਤਹਿਤ ਇੱਥੋਂ 5 ਵਿਸ਼ੇ ਚੱਕ ਕੇ ਇੱਧਰ ਟ੍ਰਾਂਸਫਰ ਕਰੇ ਗਏ ਸੀ। ਪਹਿਲਾਂ 66 ਸੀ ਨਾ, 61 ਰਹਿ ਗਏ, ਇਹ 47 ਸੀ, ਇਹ 52 ਹੋ ਗਏ। ਯਾਦ ਰੱਖਣਾ ਹੈ 5 ਵਿਸ਼ੇ, ਠੀਕ ਹੈ। ਇਹ ਕਿਹੜੇ ਕਿਹੜੇ ਸੀ ਆਪਾਂ ਇੱਕ ਕੁਐਸਚਨ ਬਾਅਦ ਚ ਵੀ ਡਿਸਕਸ ਕਰਾਂਗੇ, ਠੀਕ ਹੈ। ਨੈਕਸਟ ਸ਼ਿਫਟ ਦੇ ਵਿੱਚ ਇਹਨੂੰ ਘੁਮਾ ਕੇ ਪੁੱਛਿਆ ਹੋਇਆ, ਉਸ ਟਾਈਮ ਮੈਂ ਤੁਹਾਨੂੰ ਦੱਸੂ। ਪਹਿਲਾਂ ਇੰਨਾ ਯਾਦ ਰੱਖਣਾ ਸਾਰਾ, ਠੀਕ ਹੈ। 42ਵੇਂ ਸੰਸ਼ੋਧਨ ਦੇ ਵਿੱਚ 1976 ਚ ਜਿਹੜਾ ਹੋਇਆ ਸੀ, ਜਿਹਨੂੰ ਮਿਨੀ ਸੰਵਿਧਾਨ, ਆਪਾਂ ਲਘੂ ਸੰਵਿਧਾਨ ਵੀ ਬੋਲਦੇ ਹਾਂ ਸੰਸ਼ੋਧਨ ਨੂੰ, ਇਹ ਸੰਸ਼ੋਧਨ ਦੇ ਵਿੱਚ ਕੀ ਕਰਿਆ ਸੀ? ਇੱਥੋਂ 66 ਤੋਂ 5 ਚੱਕ ਕੇ ਉਧਰ ਸਮਕਾਲੀ ਦੇ ਵਿੱਚ ਟ੍ਰਾਂਸਫਰ ਕਰਤੇ ਸੀ। ਯਾਨੀ ਕਿ ਕੇਂਦਰ ਆ ਜਿਹੜਾ, ਉਹ ਵੀ ਇਹਨਾਂ ਤੇ ਕਾਨੂੰਨ ਬਣਾ ਸਕਦਾ ਸੀ, ਯਾਨੀ ਸਟੇਟ ਤੋਂ ਥੋੜੀ ਪਾਵਰ ਘੱਟ ਕੀਤੀਆਂ ਸੀ, ਠੀਕ ਹੈ। ਤਾਂ ਇਹ ਸੀਗਾ ਬਈ 5ਵਾਂ ਕੁਐਸਚਨ। ਆ ਜਾਓ ਨੈਕਸਟ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਆਰਾਮ ਨਾਲ। The Natal Indian Congress was founded in 1894 in, ਮਤਲਬ 1894 ਦੇ ਵਿੱਚ ਜਿਹੜੀ ਨੇਟਲ ਭਾਰਤੀ ਕਾਂਗਰਸ ਬਣਾਈ ਗਈ ਸੀ, ਉਹ ਕਿੱਥੇ ਬਣਾਈ ਗਈ ਸੀ?
ਤਾਂ ਇਹ ਇੱਕ ਤਰ੍ਹਾਂ ਤੋਂ ਸਟੈਟਿਕ ਜੀਕੇ ਦਾ ਕੁਐਸਚਨ ਬੋਲ ਦੋ ਜਾਂ ਤੁਸੀਂ ਮਾਡਰਨ ਹਿਸਟਰੀ ਦਾ ਕੁਐਸਚਨ ਬੋਲ ਦੋ, ਠੀਕ ਹੈ, ਕੋਈ ਫਰਕ ਨਹੀਂ ਪੜਦਾ, ਕਿਉਂਕਿ ਇਹ ਜਿਹੜਾ ਨੈਸ਼ਨਲ ਇੰਡੀਅਨ ਕਾਂਗਰਸ ਹੈ ਇਹ ਇੰਡੀਅਨਸ ਮੇਨਲੀ ਮਹਾਤਮਾ ਗਾਂਧੀ ਸੀਗਾ ਉਹਦੇ ਚ, ਮਹਾਤਮਾ ਗਾਂਧੀ ਜੀ ਦੁਆਰਾ ਇਹ ਦੱਖਣੀ ਅਫਰੀਕਾ ਦੇ ਵਿੱਚ ਬਣਾਈ ਗਈ ਸੀ। ਇੰਡੀਅਨ ਸੀਗੇ ਬਹੁਤ ਸਾਰੇ ਤੇ ਉਹਨਾਂ ਦੇ ਵਿੱਚੋਂ ਗਾਂਧੀ ਜਿਹੜਾ ਉਹ ਮੇਨ ਸੀ, ਉਹਨਾਂ ਨੇ ਬਣਾਈ ਸੀ ਕਿਉਂਕਿ ਉੱਥੇ ਇੰਡੀਅਨਸ ਦੇ ਨਾਲ ਭੇਦਭਾਵ ਹੁੰਦਾ ਸੀ ਉਹਨਾਂ ਦੇ ਨਾਲ ਲੜਨ ਵਾਸਤੇ, ਕਿਉਂਕਿ ਉੱਥੇ ਵੀ ਗੋਰੇ ਹੀ ਰੂਲ ਕਰਦੇ ਸੀਗੇ ਬ੍ਰਿਟੇਨ ਵਾਲੇ, ਠੀਕ ਹੈ, ਤਾਂ ਉਹ ਇੰਡੀਅਨਸ ਨਾਲ ਉੱਥੇ ਭੇਦਭਾਵ ਕਰਦੇ ਸੀ, ਉਹਦੇ ਖਿਲਾਫ ਇਹ ਬਣਾਈ ਗਈ ਸੀ, ਯਾਦ ਰੱਖਣਾ ਹੈ ਬਈ, ਠੀਕ ਹੈ। ਨੈਕਸਟ ਹੈ ਜੀ ਪੋਲਿਟੀ ਤੋਂ ਇੱਕ ਹੋਰ ਕੁਐਸਚਨ ਹੈ, ਤੇ ਅਜਿਹੀ ਕੋਈ ਸ਼ਿਫਟ ਨਹੀਂ ਮੈਂ ਦੇਖੀ ਜਿਹਦੇ ਚ ਪੰਚਾਇਤਾਂ ਤੋਂ ਕੁਐਸਚਨ ਨਾ ਆਇਆ ਹੋਵੇ, ਠੀਕ ਹੈ, ਪੰਚਾਇਤਾਂ ਤੋਂ ਬਹੁਤ ਕੁਐਸਚਨ ਆਏ ਹੋਏ ਆ, ਤਾਂ ਪੰਚਾਇਤ ਵਾਲਾ ਚੈਪਟਰ ਇਸ ਵਾਰ ਵੀ ਤੁਸੀਂ ਆਪਣਾ ਪੱਕਾ ਹੀ ਕਰਕੇ ਚੱਲਿਓ, ਠੀਕ ਹੈ। ਪੰਚਾਇਤੀ ਰਾਜ ਇਕਾਈਆਂ ਵਿੱਚ ਔਰਤਾਂ ਦੇ ਲਈ ਸੀਟਾਂ ਦਾ ਰਾਖਵਾਂਕਰਨ, ਠੀਕ ਹੈ ਨਾ, ਤੁਹਾਨੂੰ ਪਤਾ ਹੈ ਪੰਚਾਇਤਾਂ ਦੇ ਵਿੱਚ ਸੀਟਾਂ ਰਿਜ਼ਰਵ ਨੇ ਲੇਡੀਜ਼ ਵਾਸਤੇ, ਕਿੰਨੀਆਂ ਫੀਮੇਲ ਵਾਸਤੇ 33% ਸੀਟਾਂ ਰਿਜ਼ਰਵ ਨੇ, ਪਤਾ ਹੈ ਨਾ, ਜੇ ਨਹੀਂ ਪਤਾ ਤਾਂ ਹੁਣ ਯਾਦ ਰੱਖਣਾ, ਪੰਚਾਇਤਾਂ ਦੇ ਵਿੱਚ 33% ਯਾਨੀ 1/3 ਸੀਟਾਂ, 1/3 ਸੀਟਾਂ ਵੂਮੈਨਸ ਵਾਸਤੇ ਰਿਜ਼ਰਵ ਹੁੰਦੀਆਂ ਭਾਈ। ਇਹ ਕੀ ਸੁਨਿਸ਼ਚਿਤ ਕਰਨਾ ਚਾਹੁੰਦੇ ਆ, ਇਹ ਚਾਰ ਆਪਸ਼ਨ ਆਪਣੇ ਕੋਲ ਹੈਗੇ ਆ, ਜਿਵੇਂ ਨਾਰੀ ਅੰਦੋਲਨ, ਲਿੰਗ ਸਮਾਨਤਾ, ਜਨਤਕ ਜੀਵਨ ਵਿੱਚ ਔਰਤਾਂ ਦੀ ਹਿੱਸੇਦਾਰੀ, ਔਰਤਾਂ ਅਤੇ ਬੱਚਿਆਂ ਦਾ ਰਾਜਨੀਤਿਕ ਭਲਾਈ। ਤਾਂ ਇਹਦਾ ਸਹੀ ਆਨਸਰ ਸੀਗਾ ਇਹ, ਔਰਤਾਂ ਦੀ ਹਿੱਸੇਦਾਰੀ। ਜਿਹੜੇ ਜਨਤਕ ਜੀਵਨ ਹੈਗਾ ਉਹਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਨੂੰ ਮਜ਼ਬੂਤ ਤੇ ਵਧਾਉਣ ਦੇ ਲਈ ਇਹ ਰਾਖਵਾਂਕਰਨ ਹੈ ਜਿਹੜਾ ਕਰਿਆ ਹੋਇਆ ਹੈ, ਠੀਕ ਹੈ। ਆਰਟੀਕਲ ਦੀ ਜੇ ਆਪਾਂ ਗੱਲ ਕਰੀਏ, ਆਰਟੀਕਲ ਹੈਗਾ ਇਹ ਲੇਡੀਜ਼ ਵਾਸਤੇ ਸੀਟਾਂ ਰਿਜ਼ਰਵ ਦਾ 243, ਯਾਦ ਰੱਖਣਾ ਹੈ। ਆਰਟੀਕਲ ਕਿਹੜਾ ਹੈ 243 ਡੀ ਵੀ ਯਾਦ ਰੱਖਣਾ ਹੈ, 243 ਡੀ ਇਹ ਆਰਟੀਕਲ ਹੈਗਾ ਆ ਬਈ 243 ਡੀ, ਇਹਦੇ ਚ ਲਿਖਿਆ ਹੋਇਆ 243 ਡੀ ਦੀ ਜੇ ਆਪਾਂ ਗੱਲ ਕਰੀਏ 243 ਡੀ ਦੇ ਵਿੱਚ 243 D1 ਕਹਿੰਦਾ ਹੈ ਕਿ ਐਸਸੀ ਤੇ ਐਸਟੀਆਂ ਨੂੰ ਅਕੋਰਡਿੰਗ ਟੂ देयर ਪੋਪੂਲੇਸ਼ਨ, ਉਹਨਾਂ ਦੀ ਆਬਾਦੀ ਦੇ ਹਿਸਾਬ ਨਾਲ ਸੀਟਾਂ ਮਿਲਣਗੀਆਂ। ਮਤਲਬ ਜਿਹੜੇ ਪਿੰਡ ਦੇ ਵਿੱਚ ਐਸਸੀਆਂ ਦੀ ਪੋਪੂਲੇਸ਼ਨ ਜਿੰਨੇ % ਹੈਗੀ ਆ ਉਹਨੇ % ਸੀਟਾਂ ਐਸਸੀਆਂ ਨੂੰ ਰਿਜ਼ਰਵ ਹੈ। ਮੰਨ ਲਓ ਕੋਈ ਪਿੰਡ ਹੈਗਾ ਉਹਦੇ ਚ 50% ਐਸਸੀ ਪੋਪੂਲੇਸ਼ਨ ਹੈ ਤਾਂ ਪੰਚਾਇਤ ਦੀ 50% ਸੀਟਾਂ ਐਸਸੀਆਂ ਕੋਲ ਹੋਣਗੀਆਂ, ਤੇ ਕੋਈ ਪਿੰਡ ਹੈਗਾ ਜਿਹਦੇ ਚ 20% ਸੀਟਾਂ 20% ਪੋਪੂਲੇਸ਼ਨ ਐਸਟੀ ਯਾਨੀ ਆਦੀਵਾਸੀਆਂ ਦੀ ਹੈਗੀ ਹੈ ਤਾਂ 20% ਸੀਟਾਂ ਉਹਨਾਂ ਦੀ ਹੋਗੀ ਅਕੋਰਡਿੰਗ ਟੂ देयर ਪੋਪੂਲੇਸ਼ਨ ਹੈ, ਕਿਉਂਕਿ ਸਾਰੀ ਜਗ੍ਹਾ ਆਬਾਦੀ ਹੈ ਜਿਹੜੀ ਉਹ ਸੇਮ ਨਹੀਂ ਨਾ ਹੈਗੀ, ਕਿਤੇ ਬਹੁਤ ਜ਼ਿਆਦਾ ਕਿਤੇ ਘੱਟ ਹੈ ਹਨਾ, ਇਸ ਕਰਕੇ। ਤੇ ਆਰਟੀਕਲ 243 ਡੀ ਦਾ ਦੂਜਾ ਕਲੋਜ਼ ਕਹਿੰਦਾ ਕਿ ਐਸਸੀ ਐਸਟੀ ਦੀ ਜਿਹੜੀ ਵੂਮੈਨਸ ਹੈਗੀਆਂ, ਵੂਮੈਨਸ ਉਹਨਾਂ ਦੇ ਲਈ 1/3 ਸੀਟਾਂ ਰਿਜ਼ਰਵ ਹੈ ਉਹਨਾਂ ਦੀ ਸੀਟਾਂ ਦੇ ਵਿੱਚੋਂ। ਮਤਲਬ ਐਸਸੀਆਂ ਨੂੰ ਜਿੰਨੀ ਸੀਟਾਂ ਮਿਲੀਆਂ ਨਾ, ਮੰਨ ਲਓ ਐਸਸੀਆਂ ਨੂੰ 3 ਸੀਟਾਂ ਮਿਲੀਆਂ ਪੰਚਾਇਤ ਦੇ ਵਿੱਚ, ਤਾਂ ਉਹਨਾਂ ਤਿੰਨਾਂ ਦੇ ਵਿੱਚੋਂ ਵੀ 33% 1/3 ਹਨਾ, 1/3 ਸੀਟ ਕਿਹਦੇ ਵਾਸਤੇ ਰਿਜ਼ਰਵ ਹੋਗੀ, ਐਸਸੀ ਵੂਮੈਨ ਵਾਸਤੇ ਰਿਜ਼ਰਵ ਹੋਣੀ ਹੈ, ਠੀਕ ਹੈ। ਪਹਿਲਾਂ ਲਿਖਿਆ ਕਿ ਐਸਸੀ ਐਸਟੀ ਨੂੰ ਆਬਾਦੀ ਦੇ ਹਿਸਾਬ ਨਾਲ ਸੀਟਾਂ ਮਿਲਣਗੀਆਂ, ਦੂਜੇ ਕਲੋਜ਼ ਤੇ ਲਿਖਿਆ ਹੋਇਆ ਕਿ ਜਿੰਨੀ ਐਸਸੀਆਂ ਨੂੰ ਸੀਟਾਂ ਮਿਲੀਆਂ ਜਾਂ ਜਿੰਨੀ ਐਸਟੀਆਂ ਨੂੰ ਮਿਲੀਆਂ ਨਾ ਸੀਟਾਂ, ਉਹਨਾਂ ਦੀ ਵੂਮੈਨਸ ਨੂੰ ਉਹਨਾਂ ਸੀਟਾਂ ਵਿੱਚੋਂ 1/3 ਸੀਟ ਮਿਲਣਗੀ, ਠੀਕ ਹੈ। ਤੇ ਫਿਰ ਇਹਦੇ ਵਿੱਚ ਹੀ ਥਰਡ ਕਲੋਜ਼ ਹੈਗਾ ਜਿਹਦੇ ਚ ਲਿਖਿਆ ਹੋਇਆ ਕਿ ਵੂਮੈਨਸ ਨੂੰ 1/3 ਸੀਟਾਂ ਰਿਜ਼ਰਵ ਨੇ, ਵੂਮੈਨਸ ਵਾਸਤੇ 1/3 ਸੀਟਾਂ ਜਿਹੜੀ ਉਹ ਰਿਜ਼ਰਵ ਨੇ। ਇਹ ਆਰਟੀਕਲ 243 ਦੇ ਕਲੋਜ਼ 3 ਦੇ ਵਿੱਚ ਲਿਖਿਆ, ਆਰਟੀਕਲ 243 ਡੀ, ਓਕੇ, ਯਾਦ ਰੱਖਣਾ ਹੈ ਬਈ। ਇੱਥੇ ਤੱਕ ਕਲੀਅਰ ਹੈ ਸਾਰਿਆਂ ਨੂੰ, ਠੀਕ ਹੈ ਜੀ। ਅੱਛਾ ਇੱਕ ਗੱਲ ਹੋਰ, ਬਿਹਾਰ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੈ, ਵੈਸੇ ਤਾਂ 33% ਹੈ ਨਾ ਵੂਮੈਨਸ ਵਾਸਤੇ, ਬਿਹਾਰ ਦੇ ਵਿੱਚ 50% ਹੈ ਪੰਚਾਇਤਾਂ ਦੇ ਵਿੱਚ, ਹਨਾ, ਯਾਦ ਰੱਖਣਾ ਹੈ। ਆਜੋ ਨੈਕਸਟ ਆਜੋ। ਐਗਰੀਕਲਚਰ ਇਜ਼ ਦੀ ਪ੍ਰਾਇਮਰੀ ਸੋਰਸ ਆਫ ਲਾਈਵਲੀਹੁੱਡ ਫॉर ਅਬਾਊਟ ਡੈਸ਼ ਆਫ ਇੰਡੀਆਸ ਪੋਪੂਲੇਸ਼ਨ। ਤਾਂ ਇਹ ਇੱਕ ਤਰ੍ਹਾਂ ਦਾ ਕੁਐਸਚਨ ਹੈ ਜਿਹੜਾ ਐਗਰੀਕਲਚਰ ਤੋਂ ਕਹਿ ਲਓ ਜਾਂ ਫਿਰ ਇਕਨੋਮੀ ਤੋਂ ਕਹਿ ਲਓ, ਮੇਨਲੀ ਇਕਨੋਮੀ ਨੂੰ ਇਹ ਕੁਐਸਚਨ ਹੈ ਜਿਹੜਾ ਇਕਨੋਮੀ ਦਾ ਹੈਗਾ, ਠੀਕ ਹੈ। ਕਿੰਨੇ % ਆਬਾਦੀ ਖੇਤੀਬਾੜੀ ਦੇ ਉੱਤੇ ਨਿਰਭਰ ਕਰਦੀ ਹੈ, 52%, ਯਾਦ ਰੱਖਣਾ ਹੈ, ਠੀਕ ਹੈ। ਤਾਂ ਇਕਨੋਮੀ ਤੋਂ ਵੀ ਇੱਕ ਕੁਐਸਚਨ ਆਇਆ ਸੀ ਇਹ। ਉਸ ਤੋਂ ਬਾਅਦ ਆਜੋ, ਮੁਦਰਾ ਨੀਤੀ ਦਸਤਾਵੇਜ਼ਾਂ ਦੇ ਸੰਦਰਭ ਵਿੱਚ CRR ਦਾ ਪੂਰਾ ਨਾਮ ਕੀ ਹੈ, CRR ਦੀ ਫੁੱਲ ਫਾਰਮ ਪੁੱਛੀ ਹੈ, ਇਹ ਵੀ ਇਕਨੋਮੀ ਤੋਂ ਕੁਐਸਚਨ ਹੈ। ਹੁਣ ਤੁਸੀਂ ਦੇਖ ਲਓ ਜਿਹੜੇ ਬੱਚੇ ਇਕਨੋਮੀ ਤੋਂ ਡਰਦੇ ਆ ਬਈ ਉਹਨਾਂ ਦਾ ਕੀ ਬਣੂਗਾ, ਠੀਕ ਹੈ। ਤਾਂ CRR ਦੀ ਫੁੱਲ ਫਾਰਮ ਹੈ, ਬਿਲਕੁਲ ਬੇਸਿਕ ਕੁਐਸਚਨ ਹੈ ਇਕਨੋਮੀ ਦਾ, ਸਭ ਤੋਂ ਸੌਖੇ ਕੁਐਸਚਨਾਂ ਦੇ ਵਿੱਚੋਂ ਇੱਕ ਹੈਗਾ ਹੈ, ਹਨਾ, ਕੈਸ਼ ਰਿਜ਼ਰਵ ਰੇਸ਼ੋ। ਕੈਸ਼ ਰਿਜ਼ਰਵ ਰੇਸ਼ੋ, ਤੇ ਕੈਸ਼ ਰਿਜ਼ਰਵ ਰੇਸ਼ੋ ਕੌਣ ਇਸ਼ੂ ਕਰਦਾ ਹੈ, ਕੈਸ਼ ਰਿਜ਼ਰਵ ਰੇਸ਼ੋ ਕਿਹਦੇ ਦੁਆਰਾ ਇਸ਼ੂ ਕਰੀ ਜਾਂਦੀ ਹੈ, ਰਿਜ਼ਰਵ ਬੈਂਕ ਆਫ ਇੰਡੀਆ ਦੇ ਦੁਆਰਾ, RBI ਦੇ ਦੁਆਰਾ। RBI ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਨੋਟ ਇਸ਼ੂ ਕਰਦਾ, ਬੈਂਕਾਂ ਦਾ ਬੈਂਕ ਇਹਨੂੰ ਕਿਹਾ ਜਾਂਦਾ ਹੈ। RBI ਦੇ ਵਿੱਚ ਤੁਹਾਨੂੰ ਪਤਾ RBI ਕਦੋਂ ਬਣਿਆ, ਹਨਾ, ਬੇਸਿਕ ਸਿੰਪਲ ਜੇ ਮੈਂ ਕੁਐਸਚਨ ਤੁਹਾਨੂੰ ਦੱਸ ਰਿਹਾ ਇਸ ਸ਼ਿਫਟ ਦੇ ਵਿੱਚ। RBI ਜਿਹੜਾ ਬਣਿਆ 1935 ਦੇ ਵਿੱਚ ਬਣਿਆ ਸੀ 1 ਅਪ੍ਰੈਲ ਨੂੰ। ਜਦੋਂ ਇਹ ਬਣਾਇਆ ਗਿਆ ਇਹ ਕਲਕੱਤਾ ਦੇ ਵਿੱਚ ਬਣਾਇਆ ਗਿਆ ਸੀ। ਬਾਅਦ ਦੇ ਵਿੱਚ 1937 ਤੋਂ
ਹਾਂ 1937 ਦੇ ਵਿੱਚ ਇਹਨੂੰ ਕਲਕੱਤਾ ਤੋਂ ਚੱਕ ਕੇ ਮੁੰਬਈ ਲਿਆਇਆ ਗਿਆ, ਯਾਨੀ ਹੁਣ ਇਹਦਾ ਹੈੱਡਕੁਆਟਰ ਕਿੱਥੇ ਹੈ, ਮੁੰਬਈ ਦੇ ਵਿੱਚ ਹੈ। ਓਕੇ ਜੀ। ਤੇ ਇਸ ਬੈਂਕ ਨੂੰ 1937 ਤੋਂ ਬਾਅਦ 1947 ਚ ਦੇਸ਼ ਆਜ਼ਾਦ ਹੋ ਜਾਂਦਾ ਹੈ। ਫਿਰ 1949 ਦੇ ਵਿੱਚ ਇਸ ਬੈਂਕ ਦਾ ਨੈਸ਼ਨਲਾਈਜੇਸ਼ਨ ਹੋਇਆ, ਰਾਸ਼ਟਰੀਕਰਨ। ਤਾਂ ਇਹ ਕੁਐਸਚਨ ਡਾਇਰੈਕਟ ਆਂਦਾ ਹੈ ਬਾਈ, ਰਾਸ਼ਟਰੀਕਰਨ ਮਤਲਬ ਇਸ ਬੈਂਕ ਨੂੰ ਸਰਕਾਰੀ ਬੈਂਕ ਬਣਾਇਆ ਗਿਆ। ਤਾਂ ਰਿਜ਼ਰਵ ਬੈਂਕ ਆਫ ਇੰਡੀਆ ਦਾ ਇਹ ਕੁਐਸਚਨ ਡਾਇਰੈਕਟ ਆਂਦਾ, ਰਿਜ਼ਰਵ ਬੈਂਕ ਆਫ ਇੰਡੀਆ ਦਾ ਨੈਸ਼ਨਲਾਈਜੇਸ਼ਨ ਰਾਸ਼ਟਰੀਕਰਨ ਕਦੋਂ ਹੋਇਆ ਸੀ, 1949 ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਅੱਛਾ ਹਾਂ, ਆਰਬੀਆਈ ਦਾ ਪਹਿਲਾ ਗਵਰਨਰ ਕੌਣ ਸੀਗਾ, ਆਰਬੀਆਈ ਦਾ ਪਹਿਲਾ ਗਵਰਨਰ ਓ ਸਮਿਥ ਸੀਗਾ ਬਈ, ਇਹ ਯਾਦ ਰੱਖਣਾ ਹੈ, ਅੰਗਰੇਜ਼ ਅਫਸਰ ਸੀਗਾ ਇਹ ਓ ਸਮਿਥ। ਜੇ ਇੰਡੀਅਨ ਦੀ ਗੱਲ ਕਰੀਏ, ਪਹਿਲਾ ਇੰਡੀਅਨ ਕੌਣ ਸੀਗਾ ਜਿਹੜਾ ਆਰਬੀਆਈ ਦਾ ਗਵਰਨਰ ਬਣਿਆ, ਉਹ ਸੀਗੇ ਬਈ ਸੀਡੀ ਦੇਸ਼ਮੁਖ, ਦੇਸ਼ਮੁਖ। ਠੀਕ ਹੈ। ਐਟ ਪ੍ਰੈਜ਼ੈਂਟ ਕੌਣ ਹੈ, ਐਟ ਪ੍ਰੈਜ਼ੈਂਟ ਤਾਂ ਤੁਹਾਨੂੰ ਪਤਾ ਹੋਣਾ ਹੈ ਬਈ, ਹਨਾ, ਕਮੈਂਟ ਕਰਕੇ ਦੱਸਣਾ ਹੈ ਜਰੂਰ ਕਿ ਐਟ ਪ੍ਰੈਜ਼ੈਂਟ ਕੌਣ ਹੈ। ਅੱਛਾ ਇੱਕ ਕੁਐਸਚਨ ਹੋਰ ਹੈ, ਇੱਕ ਕੁਐਸਚਨ ਮੈਂ ਦੇਖਿਆ ਸੀ ਐਨਟੀਪੀਸੀ ਦੇ ਐਗਜ਼ਾਮ ਦੇ ਵਿੱਚ ਲਾਸਟ ਈਅਰ ਜਿਹੜੇ ਹੋਏ ਆ, ਕਿ ਕਿਹੜਾ ਪ੍ਰਧਾਨ ਮੰਤਰੀ ਹੈ, ਕਿਹੜਾ ਪ੍ਰਧਾਨ ਮੰਤਰੀ ਹੈ ਜਿਹੜਾ ਆਰਬੀਆਈ ਦਾ ਗਵਰਨਰ ਵੀ ਰਹਿ ਚੁੱਕਿਆ ਹੈ, ਮਨਮੋਹਨ ਸਿੰਘ ਹੈ ਆਪਣਾ, ਹਨਾ, ਯਾਦ ਰੱਖਣਾ ਹੈ। ਮਤਲਬ ਮਨਮੋਹਨ ਸਿੰਘ ਆਰਬੀਆਈ ਦਾ ਗਵਰਨਰ ਸੀਗਾ, ਬਾਅਦ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ, ਇਹ ਵੀ ਆ ਜਾਂਦਾ ਹੈ। ਜੇ ਕੁਐਸਚਨ ਨੂੰ ਇਦਾਂ ਕਰਕੇ ਪੁੱਛ ਸਕਦੇ ਆ ਕਿ ਕਿਹੜੇ ਪ੍ਰਧਾਨ ਮੰਤਰੀ ਦੇ ਸਾਈਨ ਨੋਟਾਂ ਦੇ ਉੱਤੇ ਮਿਲਦੇ ਆ, ਨੋਟਾਂ ਦੇ ਉੱਤੇ ਸਾਈਨ ਕਿਹਦੇ ਹੁੰਦੇ ਆ ਵੀ, ਰਿਜ਼ਰਵ ਬੈਂਕ ਦੇ ਗਵਰਨਰ ਦੇ। ਤਾਂ ਜਦੋਂ ਮਨਮੋਹਨ ਸਿੰਘ ਰਿਜ਼ਰਵ ਬੈਂਕ ਦਾ ਗਵਰਨਰ ਸੀ, ਉਹਦੇ ਸਾਈਨ ਸੀਗੇ ਨੋਟਾਂ ਦੇ ਉੱਤੇ। ਇਹ ਕੁਐਸਚਨ ਹੈ, ਹਨਾ, ਕਿੱਦਾਂ ਵੀ ਪੁੱਛ ਸਕਦੇ ਆ। ਨੈਕਸਟ ਆ ਜਾਓ ਬਈ, ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਸੰਵਿਧਾਨਿਕ ਸੋਧ ਅਧਿਨਿਯਮ ਨੇ ਵੋਟ ਪਾਉਣ ਦੀ ਉਮਰ ਨੂੰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤਾ। ਤਾਂ ਇੱਕ ਕੁਐਸਚਨ ਪੋਲਿਟੀ ਤੋਂ ਹੋਰ ਆ ਗਿਆ। ਠੀਕ ਹੈ। ਤਾਂ ਵੋਟ ਪਾਉਣ ਦੀ ਪਹਿਲਾਂ ਜਿਹੜੀ ਉਮਰ ਸੀ ਉਹ 21 ਸਾਲ ਸੀ, ਬਾਅਦ ਦੇ ਵਿੱਚ 18 ਸਾਲ ਕਰੀ ਗਈ ਹੈ। ਇਹ ਕਦੋਂ ਕਰੀ ਗਈ ਹੈ, 61ਵਾਂ ਸੰਸ਼ੋਧਨ ਸੀਗਾ, ਕਦੋਂ ਹੋਇਆ, 1988 ਦੇ ਵਿੱਚ। ਯਾਦ ਰੱਖਣਾ ਹੈ। ਪ੍ਰਾਈਮ ਮਿਨਿਸਟਰ ਕੌਣ ਸੀਗਾ 1988 ਦੇ ਵਿੱਚ, ਉਸ ਟਾਈਮ ਪ੍ਰਾਈਮ ਮਿਨਿਸਟਰ ਸੀਗਾ ਰਾਜੀਵ ਗਾਂਧੀ। ਠੀਕ ਹੈ ਨਾ। ਤੇ ਇੱਕ ਜਦੋਂ ਇਹ ਬਿੱਲ ਲੈ ਕੇ ਆਇਆ ਗਿਆ ਨਾ, ਜਦੋਂ ਇਹ ਬਿੱਲ ਲੈ ਕੇ ਆਇਆ ਸੀ, ਮੈਂ ਤੁਹਾਨੂੰ ਦੱਸਦਾ, ਅਜਿਹੇ ਬਿੱਲ ਨੂੰ ਪਾਸ ਕਰਾਉਣ ਵਾਸਤੇ ਸਟੇਟਾਂ ਤੋਂ ਵੀ ਮਨਜ਼ੂਰੀ ਲੈਣੀ ਪੈਂਦੀ ਹੈ, ਉਹਨਾਂ ਤੋਂ ਵੀ ਰੈਕਟੀਫਾਈ ਹੈ ਜਿਹੜਾ ਕਰਾਉਣਾ ਪੈਂਦਾ ਹੈ। ਉਸ ਟਾਈਮ 5 ਸਟੇਟਾਂ ਸੀਗੀ ਜਿਨ੍ਹਾਂ ਨੇ ਮਨਜ਼ੂਰੀ ਨਹੀਂ ਦੇ ਸੀ, ਉਹਨਾਂ ਨੇ ਰੈਕਟੀਫਾਈ ਨਹੀਂ ਕਰਿਆ ਸੀ, ਉਹਨਾਂ ਦੇ ਵਿੱਚੋਂ ਆਪਣਾ ਪੰਜਾਬ ਇੱਕ ਹੋਰ ਸੀਗੀ ਸਟੇਟ, ਹੈ ਨਾ, ਇਹ ਯਾਦ ਰੱਖ ਸਕਦੇ ਹੋ ਤੁਸੀਂ। ਬਸ ਜਸਟ ਐਵੇਂ ਹੀ ਇੱਕ ਫੈਕਟ ਮੈਨੂੰ ਵਧੀਆ ਲੱਗਿਆ, ਮੈਂ ਚਲੋ ਤੁਹਾਨੂੰ ਦੱਸ ਦਈਏ, ਹੈ ਨਾ। ਕੁਐਸਚਨ ਤਾਂ ਮੈਂ ਇਹਦੇ ਤੇ ਵੇਖਿਆ ਨਹੀਂ, ਠੀਕ ਹੈ। ਔਰ 1988 ਹੋ ਗਿਆ ਇਲੈਕਸ਼ਨ। ਠੀਕ ਹੈ। ਹੋਰ ਕੁਝ ਇਹਦੇ ਬਾਰੇ, ਅੱਛਾ ਇੱਕ ਗੱਲ ਹੋਰ ਯਾਦ ਰੱਖ ਲਓ ਬਈ, 1988 ਹੋ ਗਿਆ, ਆਰਟੀਕਲ ਕੀ ਹੈ, ਇਹ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਕਿ ਏਜ ਹੈ ਜਿਹੜੀ ਵੋਟ ਪਾਉਣ ਦੀ 18 ਸਾਲ ਹੈ, ਇਹ ਕਿਹੜਾ ਆਰਟੀਕਲ ਹੈ, ਤਾਂ ਇਹ ਆਰਟੀਕਲ ਹੈਗਾ, ਤਾਂ ਆਰਟੀਕਲ ਸੀਗਾ ਬਈ, ਆਰਟੀਕਲ ਕਿਹੜਾ ਸੀਗਾ, ਆਰਟੀਕਲ 326। ਯਾਦ ਰੱਖਣਾ ਹੈ, ਬਹੁਤ ਬਹੁਤ ਇੰਪੋਰਟੈਂਟ ਹੈ। ਆਰਟੀਕਲ 326 ਕੀ ਕਹਿੰਦਾ ਕਿ ਵੋਟ ਪਾਉਣ ਦੀ ਜਿਹੜੀ ਉਮਰ ਹੈ ਉਹ 18 ਸਾਲ ਹੈ। ਓਕੇ, ਵੋਟ ਪਾਉਣ ਦੀ ਉਮਰ ਕਿੰਨੀ ਹੈ, 18 ਸਾਲ, ਆਰਟੀਕਲ 326 ਕਹਿ ਰਿਹਾ। ਠੀਕ ਹੈ। ਬਾਕੀ ਪੋਲਿਟੀ ਦੇ ਕੁਐਸਚਨ ਹੋਰ ਵੀ ਅੱਗੇ ਆਣਗੇ, ਉਹ ਵੀ ਦੇਖਾਂਗੇ। ਚਲੋ ਫਿਰ ਚੱਲਦੇ ਆਪਾਂ ਅੱਗੇ। ਨੈਕਸਟ ਕੁਐਸਚਨ ਹੈ ਜੀ ਕਿ ਬਾਦਸ਼ਾਹ ਸ਼ਾਹਜਹਾਂ, ਮੁਗਲ ਬਾਦਸ਼ਾਹ ਦੀ ਗੱਲ ਹੋ ਰਹੀ ਹੈ, ਸ਼ਾਹਜਹਾਂ ਦੇ ਮੁੱਖ ਮੰਤਰੀ ਵਜੋਂ ਸੇਵਾ ਕਰਨ ਵਾਲੇ ਅਫਜ਼ਲ ਖਾਨ ਦਾ ਮਕਬਰਾ ਜਿਹਦਾ ਨਾਮ ਹੈਗਾ ਬਈ ਚੀਨੀ ਕਾ ਰੋਜ਼ਾ, ਇਹ ਕਿੱਥੇ ਹੈ, ਯਾਨੀ ਚੀਨੀ ਕਾ ਰੋਜ਼ਾ ਜਿਹੜਾ ਮਕਬਰਾ ਉਹਦੇ ਉੱਤੇ ਕੁਐਸਚਨ ਆਇਆ ਹੋਇਆ। ਹੁਣ ਤੁਸੀਂ ਇਸ ਕੁਐਸਚਨ ਨੂੰ ਸਟੈਟਿਕ ਜੀਕੇ ਦਾ ਬੋਲ ਦਿਓ, ਭਾਵੇਂ ਮੈਡੀਵਲ ਹਿਸਟਰੀ ਦਾ ਬੋਲ ਦਿਓ, ਡਜ਼ ਨੋਟ ਮੈਟਰ। ਆਨਸਰ ਇਹਦਾ ਹੈਗਾ ਆਗਰਾ, ਪੇਠਿਆਂ ਲਈ ਮਸ਼ਹੂਰ ਨਗਰੀ, ਆਗਰੇ ਦਾ ਪੇਠਾ ਬਹੁਤ ਫੇਮਸ ਹੈ ਨਾ। ਠੀਕ ਹੈ, ਇਹ ਯਾਦ ਰੱਖਣਾ ਹੈ ਬਈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਕੁ ਮਕਬਰੇ ਹੈਗੇ ਆ ਉਹ ਉਹਨਾਂ ਦੇ ਉੱਤੇ ਨਿਗਾਹ ਜ਼ਰੂਰ ਮਾਰ ਲਿਓ, ਕੁਐਸਚਨ ਫਸ ਸਕਦਾ ਹੈ। ਨੈਕਸਟ, ਹੇਠਾਂ ਦਿੱਤੇ ਵਿੱਚੋਂ ਕਿਹੜਾ ਡੈਮ ਸਤਲੁਜ ਨਦੀ ਤੇ ਬਣਿਆ ਹੈ, ਸਤਲੁਜ ਨਦੀ ਦੇ ਉੱਤੇ ਡੈਮ ਦੀ ਗੱਲ ਹੋ ਰਹੀ ਹੈ, ਯਾਨੀ ਪੰਜਾਬ ਦੀ ਜਿਓਗ੍ਰਾਫੀ ਤੋਂ ਤੁਸੀਂ ਇਹ ਕੁਐਸਚਨ ਕਹਿ ਸਕਦੇ ਹੋ। ਠੀਕ ਹੈ, ਪੰਜਾਬ ਦੀ ਜਿਓਗ੍ਰਾਫੀ ਤੋਂ, ਪੰਜਾਬ ਆਰਟ ਐਂਡ ਕਲਚਰ ਤੇ ਕੁਐਸਚਨ ਆਪਣੇ ਦੇਖਿਆ ਇੱਕ ਆਇਆ ਸੀ, ਹੁਣ ਪੰਜਾਬ ਦੀ ਜਿਓਗ੍ਰਾਫੀ ਤੇ ਵੀ ਕੁਐਸਚਨ ਆਇਆ ਹੋਇਆ। ਸਤਲੁਜ ਨਦੀ ਤੇ ਉੱਤੇ ਡੈਮ ਕਿਹੜਾ, ਦੇਖੋ ਯਾਰ ਕਿੰਨਾ ਸੌਖਾ ਕੁਐਸਚਨ ਹੈ, ਭਾਖੜਾ ਡੈਮ। ਅਜਿਹਾ ਕੁਐਸਚਨ ਪਾ ਕੇ ਇਹ ਕੰਪੀਟੀਸ਼ਨ ਦਾ ਲੈਵਲ ਹੋਰ ਔਖਾ ਕਰ ਦਿੰਦੇ ਆ। ਸਾਰੇ ਨੇ ਤਾਂ ਸਹੀ ਕਰਿਆ ਹੋਣਾ, ਫਿਰ ਇਹ ਕੁਐਸਚਨ ਪਾਉਣ ਦਾ ਫਾਇਦਾ ਹੀ ਕੀ ਹੋਇਆ, ਹਨਾ। ਚਲੋ ਕੋਈ ਗੱਲ ਨਹੀਂ। ਭਾਖੜਾ ਡੈਮ ਬਾਰੇ ਤੁਹਾਨੂੰ ਪਤਾ ਹੈ ਨਾ, ਕਿੱਥੇ ਹੈ, ਹਿਮਾਚਲ ਦੇ ਬਿਲਾਸਪੁਰ ਦੇ ਵਿੱਚ ਹੈ, ਬਿਲਾਸਪੁਰ। ਹੁਣ ਇਹ ਨਾ ਕਹੋ ਕਿ ਸਾਰੇ ਭਾਖੜਾ ਡੈਮ ਤਾਂ ਆਪਾਂ ਨੇ ਸੁਣਿਆ ਪੰਜਾਬ ਦੇ ਵਿੱਚ ਹੈ, ਉਹ ਨੱਗਲ ਡੈਮ ਹੈ। ਭਾਖੜਾ ਤੇ ਨੱਗਲ ਇਹ ਦੋਨੇ ਅਲੱਗ-ਅਲੱਗ ਹੈ ਬਈ। ਭਾਖੜਾ ਹਿਮਾਚਲ ਦੇ ਵਿੱਚ ਪੈਂਦਾ, ਨੱਗਲ ਉਸ ਤੋਂ ਅਪਰੋਕਸ 15 ਕਿਲੋਮੀਟਰ ਨੀਚੇ ਡਾਊਨ ਸਟਰੀਮ ਦੇ ਵਿੱਚ ਹੈਗਾ, ਉਹ ਪੰਜਾਬ ਦੇ ਵਿੱਚ ਪੈਂਦਾ। ਠੀਕ ਹੈ। ਤੇ ਬਾਕੀ ਭਾਖੜਾ ਡੈਮ ਤੁਹਾਨੂੰ ਪਤਾ ਹੈ 1948 ਦੇ ਵਿੱਚ ਇਹਦੀ ਕੰਸਟਰਕਸ਼ਨ ਸ਼ੁਰੂ ਹੋਈ ਸੀ। ਬਟ ਜੇ ਕੁਐਸਚਨ ਤੁਹਾਨੂੰ ਆ ਜਾਏ ਕਿ ਜਵਾਹਰ ਲਾਲ ਨਹਿਰੂ ਨੇ ਭਾਖੜਾ ਡੈਮ ਦਾ ਨੀਂਹ ਪੱਥਰ ਕਦੋਂ ਰੱਖਿਆ ਸੀ, 17 ਨਵੰਬਰ 1955, ਇਹ ਡੇਟ ਇੰਪੋਰਟੈਂਟ ਹੈ। ਤੇ ਬਾਕੀ ਦੇਖੋ ਯਾਰ, ਭਾਖੜਾ ਡੈਮ ਇੰਡੀਆ ਦਾ ਸੈਕਿੰਡ ਹਾਈਐਸਟ ਡੈਮ ਹੈਗਾ ਆ, ਸੈਕਿੰਡ ਹਾਈਐਸਟ ਆਫਟਰ ਟਿਹਰੀ ਡੈਮ। ਯਾਨੀ ਇੰਡੀਆ ਦਾ ਸਭ ਤੋਂ ਉੱਚਾ ਡੈਮ ਕਿਹੜਾ, ਟਿਹਰੀ ਡੈਮ ਹੈਗਾ। ਇਹ ਕਿੱਥੇ ਆ, ਉੱਤਰਾਖੰਡ ਦੇ ਵਿੱਚ ਹੈ। ਕਿਹੜੀ ਨਦੀ ਦੇ ਉੱਤੇ ਹੈ,
ਭਾਗੀਰਥੀ ਨਦੀ ਦੇ ਉੱਤੇ ਆ, ਭਾਗੀਰਥੀ ਨਦੀ ਦੇ ਉੱਤੇ ਹੈਗਾ ਆ, ਜਿਹੜੀ ਅੱਗੇ ਚੱਲ ਕੇ ਗੰਗਾ ਨਦੀ ਬਣਦੀ ਆ। ਭਾਗੀਰਥੀ ਦੇ ਉੱਤੇ ਹੈਗਾ ਟਿਹਰੀ ਡੈਮ ਉੱਤਰਾਖੰਡ ਦੇ ਵਿੱਚ ਸਭ ਤੋਂ ਉੱਚਾ। ਉਸ ਤੋਂ ਬਾਅਦ ਭਾਖੜਾ ਡੈਮ ਹੈਗਾ। ਭਾਖੜਾ ਡੈਮ ਦੀ ਹਾਈਟ 226 ਮੀਟਰ ਹੈ। ਬੱਚਿਆਂ ਵਾਲੇ ਕੁਐਸਚਨ ਹੈ, ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਅਦਰਵਾਈਜ਼ ਕੰਪੀਟੀਸ਼ਨ ਤੋਂ ਬਾਹਰ ਹੋ ਜਾਓਗੇ, ਠੀਕ ਹੈ। ਬਾਕੀ ਇਹ ਵਾਲੇ ਬਾਕੀ ਡੈਮ, ਥਾਣਾ ਡੈਮ ਇਹ ਕਿੱਥੇ ਹੈ? ਥਾਣਾ ਡੈਮ ਹੁਸ਼ਿਆਰਪੁਰ ਦੇ ਵਿੱਚ ਹੈ ਹਨਾ, ਹੁਸ਼ਿਆਰਪੁਰ। ਸਾਪਰਕੰਡੀ ਡੈਮ ਪਠਾਨਕੋਟ ਦੇ ਵਿੱਚ ਹੈ। ਕਿਹੜੀ ਨਦੀ ਦੇ ਉੱਤੇ ਆ? ਰਾਵੀ ਦੇ ਉੱਤੇ ਆ, ਠੀਕ ਹੈ। ਇਹ ਯਾਦ ਰੱਖਣਾ। ਥਾਣਾ ਡੈਮ ਦੀ ਨਦੀ ਰੱਖਣ ਦੀ ਯਾਦ ਕੋਈ ਲੋੜ ਨਹੀਂ, ਛੋਟੀ ਛੋਟੀ ਨਦੀਆਂ ਨਾਲਿਆਂ ਦੇ ਉੱਤੇ ਇਹ ਡੈਮ ਹੈਗੇ ਆ। ਸਾਪਰਕੰਡੀ ਡੈਮ ਰਾਵੀ ਨਦੀ ਦੇ ਉੱਤੇ, ਇਹ ਜ਼ਰੂਰ ਯਾਦ ਰੱਖਣਾ ਹੈ। ਤੁਸੀਂ ਸੁਣਿਆ ਹੋਣਾ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਡੈਮ ਹੈਗਾ ਰਣਜੀਤ ਸਾਗਰ ਡੈਮ ਹਨਾ, ਥੀਨ ਡੈਮ, ਉਹਦੇ ਡਾਊਨ ਸਟਰੀਮ ਦੇ ਵਿੱਚ ਹੀ ਹੈਗਾ ਸਾਪਰਕੰਡੀ ਡੈਮ, ਠੀਕ ਹੈ। ਪਠਾਨਕੋਟ ਰਾਵੀ ਨਦੀ ਸੇਮ ਹੈ। ਦਮਸਾਲ ਡੈਮ, ਇਹ ਵੀ ਡੈਮ ਪੰਜਾਬ ਦੇ ਵਿੱਚ ਹੈ, ਇਹ ਵੀ ਹੁਸ਼ਿਆਰਪੁਰ ਦੇ ਵਿੱਚ ਹੈ, ਹੁਸ਼ਿਆਰਪੁਰ, ਠੀਕ ਹੈ। ਤੇ ਹੁਸ਼ਿਆਰਪੁਰ ਦੇ ਦੋ ਡੈਮ ਹੋ ਗਏ, ਥਾਣਾ, ਦਮਸਾਲ ਨਦੀ ਦੇ ਉੱਤੇ ਹੀ ਹੈ। ਇੰਨਾ ਕੋਈ ਇੰਪੋਰਟੈਂਟ ਹੈਗਾ ਨਹੀਂ, ਨਦੀ ਯਾਦ ਰੱਖਣੀ। ਇੰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਦਮਸਾਲ ਡੈਮ ਕਿੱਥੇ ਹੈ? ਹੁਸ਼ਿਆਰਪੁਰ ਦੇ ਵਿੱਚ ਹੈ। ਓਕੇ ਬਈ, ਇੰਨਾ ਕਿ ਯਾਦ ਰੱਖੋ। ਸਤਲੁਜ ਨਦੀ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, 2-3 ਪੁਆਇੰਟ। ਸਤਲੁਜ ਨਦੀ ਦੇ ਉੱਤੇ ਬਾਕੀ ਹੋਰ ਕਿਹੜੇ ਡੈਮ ਹੈ? ਭਾਖੜਾ ਡੈਮ ਆਪਾਂ ਨੇ ਦੇਖ ਲਿਆ। ਇਸ ਤੋਂ ਇਲਾਵਾ ਕਰਚਮ 1-2 ਡੈਮ ਵੀ ਹੈਗਾ ਬਈ। ਕੋਲਡਨ ਡੈਮ ਵੀ ਹੈਗਾ, ਕੋਲਡਨ ਡੈਮ, ਠੀਕ ਹੈ, ਕੋਲਡਨ ਡੈਮ। ਤੇ ਬਈ ਕੋਲਡਨ ਤੋਂ ਇਲਾਵਾ ਇੱਕ ਹੋਰ ਹੈ ਨਤਪਾ ਝਾਕਰੀ, ਹਾਂ ਇਹ ਵੀ ਇੰਪੋਰਟੈਂਟ ਹੈ, ਨਤਪਾ ਝਾਕਰੀ। ਇਹ ਸਾਰੇ ਦੇ ਸਾਰੇ ਹਿਮਾਚਲ ਦੇ ਵਿੱਚ ਹੈ। ਨਤਪਾ ਝਾਕਰੀ ਵੀ, ਕੋਲਡਨ ਵੀ, ਕਰਚਮ 1-2 ਵੀ, ਭਾਖੜਾ ਵੀ, ਇਹ ਸਾਰੇ ਹਿਮਾਚਲ ਦੇ ਵਿੱਚ ਹੈ। ਬਾਕੀ ਸਤਲੁਜ ਨਦੀ ਇੰਡੀਆ ਦੇ ਵਿੱਚ ਐਂਟਰ ਕਿੱਥੋਂ ਕਰਦੀ ਹੈ? ਸ਼ਿਪਕੀਲਾ ਦर्रा, ਸ਼ਿਪਕੀਲਾ ਦर्रा, ਕਿਉਂਕਿ ਸਤਲੁਜ ਨਦੀ ਹੈ ਜਿਹੜੀ ਇਹ ਤਿੱਬਤ ਚਾਈਨਾ ਤੋਂ ਸ਼ੁਰੂ ਹੁੰਦੀ ਹੈ, ਰਾਖਸਸ ਲੇਕ ਤੋਂ, ਉੱਥੋਂ ਸ਼ੁਰੂ ਹੁੰਦੀ ਹੈ। ਮਾਨਸਰੋਵਰ ਲੇਕ ਦੇ ਦੇਖੋ, ਜਿਹੜਾ ਕੈਲਾਸ਼ ਪਰਬਤ ਹੈ ਨਾ, शिव जी का निवास स्थान, कैलाश पर्वत के थले 2 लेक्स हैगी आ, एक राक्षस लेक हैगी आ ते एक मानसरोवर लेक है। मानसरोवर लेक तो सिंधु नदी निकलती है ते राक्षस लेक तो निकलती है सतलुज नदी, दोनों पास पास ये हैगी नेड़े नेड़े, ठीक है, याद रखना है भाई। नेक्स्ट आ जाओ, हेठा दिते विचों किहड़े दिन नूं मुस्लिम लीग ने प्रथक कार्रवाई दिवस यानी डायरैक्ट एक्शन डे दे रूप दे विच मनाया सी। हुण ये क्वेश्चन हैगा मॉडर्न हिस्टरी तो, कित्थों? मॉडर्न हिस्टरी तो, मॉडर्न हिस्टरी ऑफ इंडिया। डायरैक्ट एक्शन डे मनाया सी इन्होंने 16 अगस्त 1946 नूं। है की सी ये? कुछ भी नहीं, मतलब कुछ तो हैगा सी। ये पाकिस्तान की डिमांड कर रहे सी, जदों इन्होंने लग्या कि पाकिस्तान नहीं मिलण वाला, पाकिस्तान की डिमांड है जिहड़ी रिजेक्ट हो गई सी, फिर ये की करते हैं बहुत बड़े लैवल ते एक डायरैक्ट एक्शन डे, मतलब एक बहुत ज़्यादा किलिंग इस दिन हुई है कलकत्ता दे विच, क्योंकि उस साइड है जिहड़े मुस्लिम बहुत ज़्यादा मेजोरिटी दे विच सीगे, तां बहुत ज़्यादा दंगे फसाद हुंदे आ उत्थे ते बहुत सारे हिंदुओं का कतल हुंदा है। इस चीज़ का रिएक्शन उन्होंने अजिहे इलाके दे विच वेखण नूं मिलदा जिथे मुस्लिम पॉपूलेशन घट है, अदर ज़्यादा सीगे, हिंदू या सिख ज़्यादा सीगे, उत्थे फिर मुसलमानां दा कतलेआम है जिहड़ा ओह हुंदा है। तां कहण दा मतलब है पूरा देश है जिहड़ा ओह दंगे दी अग दे विच झोंक दिता जांदा है इस दिन तो बाद, डायरैक्ट एक्शन डे तो बाद, ठीक है, ये याद रखना है। मॉडर्न हिस्टरी का क्वेश्चन सीगा 16 अगस्त 1946, बहुत इंपोर्टेंट डेट हैगी है। आ जाओ नेक्स्ट, पिछले 30 साल, अच्छा जी ये क्वेश्चन पंजाब का हैगा आ ते पंजाब दे करंट अफेयर का क्वेश्चन है, पंजाब दे करंट अफेयर का, पंजाब की ज्योग्राफी तो क्वेश्चन आ लिया, पंजाब के आर्ट एंड कल्चर तो क्वेश्चन आ गया, हुण करंट अफेयर तो क्वेश्चन तो आ ही रहा, बट ये पंजाब के करंट अफेयर तो क्वेश्चन आया, यानी कि तुसीं करंट अफेयर के उत्ते भी फोकस करना। पंजाब के क्वेश्चन कित्थों आया? कोई रिपोर्ट गवर्नमेंट की आई सी, रिपोर्ट किहड़ी सी कि पिछले 30 सालों की यानी 1999 तो लैके 2018 की औसत पंजाब राज विच वेखी गई वर्खा परिवर्तन ते बदलाव की ये रिपोर्ट आई सी 2020 दे विच। ਉਹਦੇ अनुसार पंजाब विच सब तो घट वर्खा कित्थे हुंदी है? पच्छम दे विच, ठीक है ना, पच्छम दे विच होई है, ठीक है। ਜਿਹੜੇ ਜ਼ਿਲ੍ਹੇ ਆਪਣੇ ਹੈਗੇ ਆ ਫਿਰੋਜ਼ਪੁਰ ਫਜ਼ੀਲਕਾ ਟਾਈਪ, ਇਹ ਜ਼ਿਲ੍ਹੇ ਇੱਥੇ ਘੱਟ ਵਰਖਾ ਜਿਹੜੀ ਸਭ ਤੋਂ ਘੱਟ ਹੋਈ ਹੈ। ਤਾਂ ਇਹ ਰਿਪੋਰਟ ਹੈ, ਇਹ ਬਈ ਯਾਦ ਰੱਖਣਾ, ਇਹ ਕਰੰਟ ਅਫੇਅਰ ਦਾ ਕੁਐਸਚਨ ਸੀਗਾ। ਤੇ ਹੁਣ ਇਹ ਤਾਂ ਚਲੋ ਕਰੰਟ ਅਫੇਅਰ ਉਸ ਟਾਈਮ ਦਾ ਸੀਗਾ, ਹੁਣ ਇਹ ਜਿਹੜੇ ਕਰੰਟ ਅਫੇਅਰ ਆ ਰਹੇ ਆ, ਜਿਹੜੇ ਕੋਈ ਰਿਪੋਰਟ ਵਗੈਰਾ ਆਂਦੀ ਹੈ ਨਾ ਪੰਜਾਬ ਦੀ, ਹੈ ਨਾ, ਪੰਜਾਬ ਦਾ ਕੋਈ ਰੈਂਕ ਵਗੈਰਾ ਕਿਤੇ ਚ ਆਂਦਾ, ਉਹ ਜ਼ਰੂਰੀ ਨੋਟ ਕਰਕੇ ਰੱਖਣਾ ਹੈ। ਦੇਖੋ ਕਰੰਟ ਅਫੇਅਰ ਦੇ ਉੱਤੇ ਕੁਐਸਚਨ ਆਏ ਹੈ। ਤੇ ਮੈਂ ਇੱਕ ਗੱਲ ਹੋ ਰਿਹਾ, ਕੋਈ ਸਟੂਡੈਂਟ ਮੈਨੂੰ ਮੈਸੇਜ ਕਰਦੇ ਆ ਕਿ ਸਰ 3 ਮਹੀਨੇ ਦੇ ਕਰੰਟ ਅਫੇਅਰ ਬਹੁਤ ਹੈ, ਕਹਿੰਦੇ ਉਹ ਚੈਨਲ ਵਾਲਾ ਦੱਸ ਰਿਹਾ ਸੀ, ਉਹ ਚੈਨਲ ਵਾਲੇ 6 ਮਹੀਨੇ ਦੱਸਦੇ ਆ। ਹੁਣ ਤੁਹਾਨੂੰ ਪਤਾ ਇੰਨੇ ਚੈਨਲ ਹੈਗੇ ਆ ਪੰਜਾਬ ਦੇ, ਉਹ ਆਪਣੇ ਆਪਣੇ ਵੱਲੋਂ ਤਿਆਰੀ ਕਰਾਉਂਦੇ ਆ, ਕਹਿੰਦੇ ਵੀ ਇਹ ਪੜ੍ਹ ਲਓ ਇਹ ਪੜ੍ਹ ਲਓ, ਹੈ ਨਾ, ਕਿੱਦਾਂ ਤਿਆਰੀ ਕਰੀਏ 6 ਮਹੀਨੇ ਦੇ ਵਿੱਚ, ਕਿੱਦਾਂ ਤਿਆਰੀ ਕਰੀਏ 2 ਮਹੀਨੇ ਦੇ ਵਿੱਚ, ਕਿੱਦਾਂ ਸਬ ਇੰਸਪੈਕਟਰ ਬਣੀਏ। ਤਾਂ ਉਹੀ ਇਦਾਂ ਨਹੀਂ ਹੁੰਦਾ, ਠੀਕ ਹੈ। ਉਹ ਕਹਿੰਦੇ 3 ਮਹੀਨੇ ਦੇ ਕਰੰਟ ਅਫੇਅਰ ਪੜ੍ਹਨਾ ਮਤਲਬ ਵੇਸਟ, ਤੁਸੀਂ ਟਾਈਮ ਦੀ ਵੇਸਟੇਜ ਕਰ ਰਹੇ ਹੋ। 3 ਮਹੀਨੇ ਦੇ ਕਰੰਟ ਅਫੇਅਰ ਨਾਲ ਗੱਲ ਨਹੀਂ ਬਣਨੀ, ਜੇ ਕਰਨੇ ਆ ਤਾਂ ਚੰਗੀ ਤਰ੍ਹਾਂ ਕਰੋ, ਨਹੀਂ ਫਿਰ ਕਰੋ ਹੀ ਨਾ, ठीक है। करंट अफेयर घट्टो घट्ट 1 साल के रेडी होने चाहिए तुहाडे टिप्स के उत्ते।
ਤਾਂ ਜਾ ਕੇ ਤੁਸੀਂ ਕਰੰਟ ਅਫੇਅਰ ਦਾ ਕੁਐਸਚਨ ਕਵਰ ਕਰ ਪਾਓਗੇ। ਜੇ ਤੁਸੀਂ 3 ਮਹੀਨੇ ਦੇ ਕਰ ਰਹੇ ਹੋ ਉਹ ਇਸ ਤੋਂ ਅੱਛਾ ਤਾਂ ਨਾ ਹੀ ਕਰੋ ਬਾਈ, ਟਾਈਮ ਵੀ ਬਰਬਾਦ ਕਰ ਰਹੇ ਹੋ। ਇਸ ਤੋਂ ਅੱਛਾ ਤਾਂ ਤੁਸੀਂ ਆਪਣਾ ਜਿਹੜਾ ਤੁਹਾਡਾ ਸਬਜੈਕਟ ਵੀਕ ਹੈਗਾ ਨਾ ਉਹਦੇ ਤੇ ਫੋਕਸ ਕਰ ਲਓ, ਵਧੀਆ ਰਹੋਗੇ। ਠੀਕ ਹੈ, ਜੇ ਕਰਨੇ ਤਾਂ 1 ਸਾਲ ਦੇ ਕਰੋ। ਬਾਕੀ ਜਿਹੜੇ ਕਰੰਟ ਅਫੇਅਰ ਆਪਾਂ ਕਰਾਵਾਂਗੇ ਪੇਪਰ ਤੋਂ ਪਹਿਲਾਂ ਉਹ ਤਾਂ ਜ਼ਰੂਰ ਕਰਨੇ ਹੀ ਕਰਨੇ ਆ। ਠੀਕ ਹੈ, ਆਪਾਂ ਜਿਹੜੇ ਸਿਲੈਕਟਡ ਜੇ ਕੁਐਸਚਨ ਹੈਗੇ ਆਪਾਂ, ਮੈਂ ਤਾਂ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਸਾਰੇ 1 ਸਾਲ ਦੇ ਕਰੰਟ ਅਫੇਅਰ ਕੱਲਾ ਰਟਾ ਦੂੰ, ਬਟ ਜਿਹੜੇ ਮੇਰੇ ਪੁਆਇੰਟ ਆਫ View ਨਾਲ, ਪ੍ਰਤਾਪ ਅਕੈਡਮੀ ਦੇ ਪੁਆਇੰਟ ਆਫ View ਨਾਲ ਜਿਹੜੇ ਕੁਐਸਚਨ ਇੰਪੋਰਟੈਂਟ ਹੈਗੇ ਆ ਪਿਛਲੇ 1.5 ਸਾਲ ਦੇ, ਉਹ ਤਾਂ ਆਪਾਂ ਜ਼ਰੂਰ ਕਰਾਵਾਂਗੇ। ਠੀਕ ਹੈ, ਪਰ ਹਲੇ ਨਹੀਂ, ਐਗਜ਼ਾਮ ਤੋਂ ਪਹਿਲਾਂ। ਠੀਕ ਹੈ, ਕਦੇ ਹੁਣੇ ਤੁਸੀਂ ਮੈਸੇਜ ਕਰਨ ਲੱਗ ਜਾਓਗੇ ਸਰ ਕਦੋਂ ਆਊਗੀ ਵੀਡੀਓ। ਨੈਕਸਟ ਹੈ ਜੀ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਰੱਖਿਆ ਐਕਟ 2012 ਬੱਚਿਆਂ ਦੀ ਇਹਨਾਂ ਸਾਰੀਆਂ ਸੁਰੱਖਿਆ ਕਰਦਾ ਹੈ ਸਿਵਾਏ, ਇੰਗਲਿਸ਼ ਚ ਪੜ੍ਹਦੇ ਹਾਂ ਵੀ, ਦ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਅਫੈਂਸ ਐਕਟ 2012 ਪ੍ਰੋਟੈਕਟਸ ਚਿਲਡਰਨ ਫਰੋਮ ਆਲ ਆਫ ਦਾ ਫੋਲੋਇੰਗ ਐਕਸਪੈਕਟ। ਠੀਕ ਹੈ, ਕਹਿਣ ਦਾ ਮਤਲਬ ਹੈ ਵੀ ਇਹ ਐਕਟ ਬਹੁਤ ਇੰਪੋਰਟੈਂਟ ਹੈ ਬਈ। ਇਹ ਐਕਟ ਪਹਿਲਾਂ ਤਾਂ ਇਹ ਐਕਟ ਤੁਸੀਂ ਦੇਖ ਲਓ, ਐਕਟ ਹੈਗਾ ਬਈ ਪੋਕਸੋ, ਇਹ 2012 ਦੇ ਵਿੱਚ ਐਕਟ ਆਇਆ ਸੀ, ਹਨਾ, ਇੱਥੇ ਲਿਖਿਆ ਹੋਇਆ ਨਾ ਪੋਕਸੋ ਐਕਟ 2012 ਦੇ ਵਿੱਚ ਵੀ ਇਹ ਚਿਲਡਰਨ ਡੇ ਵਾਲੇ ਦਿਨ ਆਇਆ ਸੀ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ, 14 ਨਵੰਬਰ ਨੂੰ ਆਪਾਂ ਚਿਲਡਰਨ ਡੇ ਮਨਾਉਂਦੇ ਆ, ਉਸ ਟਾਈਮ ਆਇਆ ਸੀ, ਜਵਾਹਰ ਲਾਲ ਨਹਿਰੂ ਦੇ ਬਰਥਡੇ ਵਾਲੇ ਦਿਨ। ਇਹ ਬੇਸਿਕਲੀ ਬੱਚਿਆਂ ਨੂੰ ਸੈਕਸੁਅਲੀ ਹਰਾਸਮੈਂਟ ਜਿਹੜੀ ਹੁੰਦੀ ਹੈ ਹਨਾ, ਉਹਦੇ ਤੋਂ ਬਚਾਉਣ ਵਾਸਤੇ ਆਇਆ ਸੀ। ਉਹਦੇ 'ਚ ਕੁਝ ਕਲੋਜ਼ ਹੈਗੇ ਆ ਹਨਾ, ਇਹ ਵਾਲੇ ਆ ਕਿ ਪੋਰਨੋਗ੍ਰਾਫੀ ਉਹਦੇ 'ਚ ਕਾਊਂਟ ਹੁੰਦੀ ਹੈ, ਸੈਕਸੁਅਲ ਹਰਾਸਮੈਂਟ, ਸੈਕਸੁਅਲ ਅਸੌਲਟ ਹਨਾ, ਤੇ ਇਸ ਤੋਂ ਇਲਾਵਾ 1-2 ਹੋਰ ਹੈਗੇ ਆ, ਬਟ ਇਹ ਜਿਹੜੀ ਟ੍ਰੈਫਿਕਿੰਗ ਹੈ ਇਹਦੇ 'ਚ ਨਹੀਂ ਆਉਂਦੀ। ਠੀਕ ਹੈ, ਇਹਦੇ 'ਚ ਮਤਲਬ ਕੀ ਹੈ, ਜੇ ਬੱਚਿਆਂ ਨੂੰ ਸੈਕਸੁਅਲੀ ਹਰਾਸਮੈਂਟ ਵਗੈਰਾ ਕਰਿਆ ਜਾਂਦਾ, ਤੰਗ ਵਗੈਰਾ ਕਰਿਆ ਜਾਂਦਾ ਹੈ ਨਾ, ਸ਼ੋਸ਼ਣ ਵਗੈਰਾ ਹੁੰਦਾ ਹੈ, ਤਾਂ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਹੁੰਦੀ ਸੀ। ਈਵਨ ਜੇ ਰਿਪੋਰਟ ਵੀ ਨਹੀਂ ਦਾਇਰ ਕਰਦੇ ਹੈ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਬਣਦੀ ਹੈ। ਇੱਕ ਬਹੁਤ ਵੱਡਾ ਐਕਟ ਸੀਗਾ। ਹੁਣ ਤੁਸੀਂ ਕਹੋਗੇ ਕਿ 2012 ਦਾ ਐਕਟ ਕਿਉਂ ਪੁੱਛਿਆ ਹੋਇਆ? 2012 ਦਾ ਐਕਟ ਨਹੀਂ ਉਹਨਾਂ ਨੇ ਪੁੱਛਿਆ, ਇਹ ਪਤਾ ਕੀ ਹੈ 2019 ਦੇ ਵਿੱਚ ਇਹ ਨਿਊਜ਼ ਦੇ ਵਿੱਚ ਸੀਗਾ, ਕਿਉਂਕਿ ਇਹਦੇ 'ਚ ਅਮੈਂਡਮੈਂਟ ਹੋਈ ਸੀ, ਇਹ ਕਰੰਟ ਅਫੇਅਰ ਦੇ ਵਿੱਚ ਸੀਗਾ। ਤਾਂ ਕੁਐਸਚਨ ਇੱਥੋਂ ਵੀ ਬਣ ਜਾਂਦਾ ਬਈ, ਪੁਰਾਣੇ ਜਿਹੜੇ ਕੋਈ ਕਾਨੂੰਨ ਹੁੰਦੇ ਆ ਉਹ ਜੇ ਕਰੰਟ ਅਫੇਅਰ ਦੇ ਵਿੱਚ ਹੈਗੇ, ਕੋਈ ਚੇਂਜਸ, ਕੋਈ ਬਦਲਾਵ ਉਹਨਾਂ ਦੇ ਵਿੱਚ ਆਇਆ, ਤਾਂ ਤੁਹਾਨੂੰ ਉਸ ਕਾਨੂੰਨ ਦੀ ਹਿਸਟਰੀ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਇਦਾਂ ਵੀ ਤੁਸੀਂ ਆਪਣੇ ਕੁਐਸਚਨ ਆ ਜਿਹੜੇ ਪ੍ਰਿਪੇਅਰ ਕਰ ਸਕਦੇ ਹੋ। ਇਹ 2012 ਦੇ ਵਿੱਚ ਐਕਟ ਆਇਆ ਸੀ, ਬਟ ਇਹ ਨਿਊਜ਼ ਦੇ ਵਿੱਚ ਸੀਗਾ 2019, ਇਹਦੇ 'ਚ ਕੋਈ ਚੇਂਜਸ ਕਰੇ ਸੀ ਗਵਰਨਮੈਂਟ ਨੇ, ਤਾਂ ਕਰਕੇ ਇਹ ਕੁਐਸਚਨ ਪੁੱਛਿਆ ਗਿਆ। ਠੀਕ ਹੈ, ਤਾਂ ਤਸਕਰੀ ਇਹਦੇ 'ਚ ਨਹੀਂ ਕਾਊਂਟ ਹੁੰਦਾ। ਬਾਕੀ ਤਸਕਰੀ ਬਾਰੇ ਜੇ ਤੁਸੀਂ ਪੜ੍ਹਨਾ ਹੈ, 2 ਆਰਟੀਕਲ ਯਾਦ ਰੱਖੋ, ਆਪਾਂ ਨੇ ਸੰਵਿਧਾਨ ਪੜ੍ਹਿਆ ਨਾ, ਪੋਲਿਟੀ ਦੇ ਵਿੱਚ 2 ਆਰਟੀਕਲ ਹੈਗੇ, ਇੱਕ ਆਰਟੀਕਲ 23 ਹੈ ਤੇ ਇੱਕ 24 ਹੈ। 23 ਤੇ 24 ਇਹ ਦੋਨੇ ਫੰਡਾਮੈਂਟਲ ਰਾਈਟਸ ਦੇ ਵਿੱਚ ਆਉਂਦੇ ਆ, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਹੈ। 23 ਦੇ ਵਿੱਚ ਹੁੰਦਾ ਹੈ ਟ੍ਰੈਫਿਕਿੰਗ, ਹਿਊਮਨ ਟ੍ਰੈਫਿਕਿੰਗ 23 ਦੇ ਵਿੱਚ ਹੀ ਹੈਗੀ ਹੈ ਕਿ ਟ੍ਰੈਫਿਕਿੰਗ ਜਿਹੜੀ ਹੈਗੀ ਹੈ ਆਪਣੇ ਦੇਸ਼ ਦੇ ਵਿੱਚ ਕੀ ਹੈ, ਇਲੀਗਲ ਹੈ। ਮਾਨਵ ਤਸਕਰੀ ਹੈ ਜਿਹੜੀ, ਮਾਨਵ ਨੂੰ ਇੱਧਰ ਉੱਧਰ ਵੇਚਣਾ ਖਰੀਦਣਾ, ਉਹ ਇਲੀਗਲ ਹੈ ਆਪਣੇ ਦੇਸ਼ ਦੇ ਵਿੱਚ, ਆਰਟੀਕਲ 23 ਕਹਿੰਦਾ ਹੈ। 24 ਕਹਿੰਦਾ ਹੈ ਬਾਲ ਮਜ਼ਦੂਰੀ ਦੇ ਉੱਤੇ ਰੋਕ, ਚਾਈਲਡ ਲੇਬਰ। ਚਾਈਲਡ ਲੇਬਰ ਕਿਆ ਹੈ? ਗੈਰ ਕਾਨੂੰਨੀ ਹੈ, ਬੱਚਿਆਂ ਤੋਂ ਕੰਮ ਕਰਾਣਾ ਹੈ ਨਾ, ਖਤਰਨਾਕ ਸਥਾਨਾਂ ਦੇ ਉੱਤੇ। ਠੀਕ ਹੈ, ਤਾਂ ਇਹ ਯਾਦ ਰੱਖਣਾ ਹੈ ਬਈ। ਨੈਕਸਟ ਆ ਜਾਓ ਬਈ, ਨੈਕਸਟ ਕੀ ਹੈ? ਪੈਡੇਸਿਸ ਦਾ ਅਰਥ ਕੀ ਹੈ? ਪੈਡੇਸਿਸ, ਤਾਂ ਇਹ ਕੁਐਸਚਨ ਹੈਗਾ ਸਾਇੰਸ ਤੋਂ, ਸਾਇੰਸ ਐਂਡ ਟੈਕਨੋਲੋਜੀ ਤੋਂ ਨਹੀਂ, ਸਾਇੰਸ ਤੋਂ, ਬੇਸਿਕ ਸਾਇੰਸ ਜਿਹੜੀ ਹੁੰਦੀ ਹੈ ਉਹਦੇ ਤੋਂ ਕੁਐਸਚਨ ਹੈ। ਜਿਹੜੀ ਆਪਾਂ 10th ਤੱਕ ਦੀ ਸਾਇੰਸ ਪੜ੍ਹਦੇ ਆ ਉਹਦੇ ਤੋਂ ਕੁਐਸਚਨ ਇਹ ਹੈਗਾ ਆ, ਤੇ ਉੱਥੇ ਵੀ ਇਹ ਸਾਇੰਸ ਦੇ ਵਿੱਚ ਵੀ ਕੈਮਿਸਟਰੀ ਤੋਂ ਕੁਐਸਚਨ ਹੈ, ਕੈਮਿਸਟਰੀ ਰਸਾਇਣਿਕ ਵਿਗਿਆਨ ਤੋਂ ਹੈ। ਕੀ ਹੈ ਇਹ, ਉਹ ਦੇਖਦੇ ਆ। ਪੈਡੇਸਿਸ, ਇਹਨੂੰ ਆਪਾਂ ਬਰਾਊਨੀਅਨ ਮੋਸ਼ਨ ਵੀ ਬੋਲਦੇ ਆ। ਸਪੈਲਿੰਗ ਮਿਸਟੇਕ ਹੋ ਗਏ, ਕੋਈ ਗੱਲ ਨਹੀਂ, ਬਰੋਨੀਅਨ। ਠੀਕ ਹੈ, ਬਰੋਨੀਅਨ ਮੋਸ਼ਨ ਜਾਂ ਬਰੋਨੀਅਨ ਕਨਸੈਪਟ ਬੇਸਿਕਲੀ ਇਹ ਦਿਆ ਸੀ ਰੋਬਰਟ ਬਰਾਊਨ ਨੇ, ਉਹਦੇ ਨਾਂ ਤੇ ਹੀ ਇਹ ਹੈਗਾ ਆ, ਰੋਬਰਟ ਬਰਾਊਨ ਨੇ ਦੱਸਿਆ ਸੀ। ਰੋਬਰਟ ਬਰਾਊਨ ਨੇ ਇਹ ਦੱਸਿਆ ਸੀ। ਕੀ ਕਹਿੰਦਾ ਰੋਬਰਟ ਬਰਾਊਨ ਕਹਿੰਦਾ ਕਿ ਗੈਸ ਹੋ ਗਿਆ ਜਾਂ ਲਿਕੁਇਡ ਹੋ ਗਿਆ, ਗੈਸ ਜਾਂ ਲਿਕੁਇਡ, ਇਹ ਦੋਨੇ, ਇਹਨਾਂ ਦੇ ਜਿਹੜੇ ਕਣ ਹੁੰਦੇ ਆ, ਇਹਨਾਂ ਦੇ ਜਿਹੜੇ ਪਾਰਟੀਕਲ ਹੈ ਉਹ ਝੱਲਿਆਂ ਵਾਂਗੂ ਇੱਧਰ ਉੱਧਰ ਮੱਥਾ ਮਾਰਦੇ ਫਿਰੀ ਜਾਂਦੇ ਆ, ਕੋਈ ਸਪੀਡ ਨਹੀਂ, ਕੋਈ ਦਿਸ਼ਾ ਨਹੀਂ, ਹੈ ਨਾ। ਰਾਈਟ ਆਨਸਰ ਕੀ ਹੈ? ਸੀ ਹੈ। ਮਾਧਿਅਮ ਯਾਨੀ ਦਰਵਯ ਜਾਂ ਗੈਸ, ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਕਣ ਹੁੰਦੇ ਆ, ਛੋਟੇ ਕਣ ਹੁੰਦੇ ਆ, ਉਹ ਬੇਤਰਤੀਬ ਗਤੀ ਦੇ ਵਿੱਚ ਇੱਧਰ ਉੱਧਰ ਘੁੰਮਦੇ ਆ, ਰੈਂਡਮਲੀ ਮੋਸ਼ਨ ਕਰਦੇ ਆ। ਲਿਕੁਇਡ ਤੇ ਗੈਸ, ਜੇ ਆਪਾਂ ਇੰਗਲਿਸ਼ ਦੇ ਵਿੱਚ ਲਿਖਣਾ ਹੋਵੇ, ਲਿਕੁਇਡ ਤੇ ਗੈਸ ਦੇ ਜਿਹੜੇ ਪਾਰਟੀਕਲਸ ਹੁੰਦੇ ਆ, ਲਿਕੁਇਡ ਤੇ ਗੈਸ ਦੇ ਜਿਹੜੇ ਪਾਰਟੀਕਲ ਹੁੰਦੇ ਆ, ਉਹ ਰੈਂਡਮਲੀ ਮੋਸ਼ਨ ਦੇ ਵਿੱਚ ਹੁੰਦੇ ਆ, ਰੈਂਡਮਲੀ ਮੂਵ ਕਰਦੇ ਆ, ਇੱਕ ਦੂਜੇ ਦੇ ਨਾਲ ਟਕਰਾਉਂਦੇ ਰਹਿੰਦੇ ਆ, ਇੱਧਰ ਉੱਧਰ ਘੁੰਮਦੇ ਰਹਿੰਦੇ ਆ। ਉਹ ਮੇਲੇ ਦੇ ਵਿੱਚ ਹੁੰਦੇ ਆ ਨਾ, ਜਿਵੇਂ ਇੱਧਰ ਉੱਧਰ ਠੇਡੇ ਖਾਂਦੇ ਫਿਰਦੇ ਰਹਿੰਦੇ ਇੱਧਰ ਉੱਧਰ ਝੱਲਿਆਂ ਵਾਂਗੂ, ਬਸ ਉਹੀ ਚੀਜ਼ ਹੈ, ਇਹ ਯਾਦ ਰੱਖਣਾ। ਠੀਕ ਹੈ, ਇਹ ਕੈਮਿਸਟਰੀ ਤੋਂ ਕੁਐਸਚਨ ਸੀਗਾ। ਤੇ ਇਹ ਜਿਹੜਾ ਇੱਧਰ ਉੱਧਰ ਘੁੰਮਣਾ ਹੈ ਨਾ, ਹਨਾ, ਇਹ ਕਣਾਂ ਦਾ ਪ੍ਰਸਾਰ ਹੈ ਜਿਹੜਾ, ਹਨਾ, ਇੱਧਰ ਉੱਧਰ ਘੁੰਮਣਾ, ਇਹ ਗੈਸਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ। ਇਹ ਯਾਦ ਰੱਖਣਾ, ਕਈ ਵਾਰ ਆ ਜਾਂਦਾ ਹੈ ਕਿ ਕਣਾਂ ਦਾ ਪ੍ਰਸਾਰ, ਕਣਾਂ ਦਾ ਇੱਧਰ ਉੱਧਰ ਘੁੰਮਣਾ, ਇਹ ਸਭ ਤੋਂ ਜ਼ਿਆਦਾ ਕਿਹੜੇ ਮਾਧਿਅਮ ਦੇ ਵਿੱਚ ਹੁੰਦਾ? ਗੈਸ ਦੇ ਵਿੱਚ, ਉਸ ਤੋਂ ਬਾਅਦ ਲਿਕੁਇਡ ਦੇ ਵਿੱਚ, ਤੇ ਉਸ ਤੋਂ ਬਾਅਦ ਸੋਲਿਡ ਦੇ ਵਿੱਚ। ਸੋਲਿਡ ਦੇ ਵਿੱਚ ਤਾਂ ਹੁੰਦਾ ਹੀ ਨਹੀਂ ਇੱਕ ਤਰ੍ਹਾਂ ਨਾਲ, ਕਿਉਂਕਿ ਸੋਲਿਡ ਦੇ ਵਿੱਚ ਕਣ ਕੀ ਹੈ, ਇੱਕ ਦੂਜੇ ਨਾਲ ਪਹਿਲਾਂ ਹੀ ਫਿਕਸ ਹੈ,
ਹਨਾ। ਇਹ ਤਾਂ ਨਹੀਂ ਹੁੰਦਾ ਕਿ ਕਣ ਇੱਧਰ ਉੱਧਰ ਘੁੰਮ ਰਿਹਾ ਸੋਲਿਡ ਦੇ ਵਿੱਚ, ਫਿਰ ਸੋਲਿਡ ਕਿਸ ਗੱਲ ਦਾ ਜੇ ਕਣ ਹੀ ਇੱਧਰ ਉੱਧਰ ਘੁੰਮਣ ਲੱਗੇ। ਲਿਕੁਇਡ ਦੇ ਵਿੱਚ ਘੁੰਮਦੇ ਆ ਇੱਧਰ ਉੱਧਰ ਕਣ ਉਹਦੇ, ਤੇ ਗੈਸ ਦੇ ਵਿੱਚ ਵੀ ਘੁੰਮਦੇ ਆ, ਠੀਕ ਹੈ। ਸਭ ਤੋਂ ਜ਼ਿਆਦਾ ਗੈਸ ਦੇ ਵਿੱਚ ਹੈ, ਉਸ ਤੋਂ ਬਾਅਦ ਲਿਕੁਇਡ, ਤੇ ਫਿਰ ਐਂਡ ਦੇ ਵਿੱਚ ਸੋਲਿਡ ਹੀ ਆਊਗਾ। ਨੈਕਸਟ ਕੁਐਸਚਨ ਕੀ ਹੈ ਆਪਣਾ, ਬ੍ਰਿਟਿਸ਼ ਰਾਜ ਦੇ ਸਮੇਂ ਬ੍ਰਿਟਿਸ਼ ਰਾਜ ਦੇ ਸਮੇਂ ਭਾਰਤ ਦੇ ਉਦਯੋਗਿਕ ਵਿਕਾਸ ਦੇ ਪੱਧਰਾਂ ਦੇ ਸੀਮਿਤ ਹੋਣ ਦਾ ਕੀ ਕਾਰਨ ਸੀ। ਤਾਂ ਇਹ ਕੁਐਸਚਨ ਇਕਨੋਮੀ ਤੋਂ ਜਾਂ ਮਾਡਰਨ ਹਿਸਟਰੀ, ਇਕਨੋਮੀ ਆਪਾਂ ਕਹਾਂਗੇ, ਠੀਕ ਹੈ। ਤਾਂ ਹੈ ਕੀ ਚੀਜ਼ ਹੈ ਵੀ ਕਿ ਉਸ ਟਾਈਮ ਬ੍ਰਿਟਿਸ਼ ਰਾਜ ਦੇ ਟਾਈਮ ਜਿਹੜੀ ਇੰਡੀਅਨ ਇੰਡਸਟਰੀ ਸੀਗੀ ਉਹ ਸੀਮਿਤ ਸੀ। ਉਹਦਾ ਕਾਰਨ ਕੀ ਸੀ, ਕਿਉਂਕਿ ਲੋਕਾਂ ਕੋਲ ਪੈਸਾ ਨਹੀਂ ਸੀ। ਸਿੰਪਲ ਜੀ ਗੱਲ ਹੈ, ਫੰਡ ਉਪਲਬਧ ਨਾ ਹੋਣਾ, ਧਨ ਉਪਲਬਧ ਨਾ ਹੋਣਾ ਇਹਦਾ ਰਾਈਟ ਆਨਸਰ ਹੈ, ਠੀਕ ਹੈ, ਯਾਦ ਰੱਖਣਾ ਹੈ। ਓਕੇ, ਫਿਰ ਚੱਲਦੇ ਆਪਾਂ ਨੈਕਸਟ ਦੇ ਉੱਤੇ, ਕਿਉਂਕਿ ਇਸ ਟੌਪਿਕ ਦੇ ਉੱਤੇ ਕੁਐਸਚਨ ਤੁਹਾਨੂੰ ਅੱਗੇ ਵੀ ਮਿਲਣਗੇ। ਉੱਥੇ ਮੈਂ ਤੁਹਾਨੂੰ ਇਹ ਟੌਪਿਕ ਹੈ ਜਿਹੜਾ ਕਿ ਆਪਣਾ ਕੀ ਮਤਲਬ ਉਸ ਟਾਈਮ ਕੀ ਬੁੱਕਸ ਵਗੈਰਾ ਲਿਖੀ ਗਈਆਂ, ਇੰਡੀਅਨ ਇੰਡਸਟਰੀ ਕਿਹੜੀ ਬਣੀ ਹੈ, ਹਨਾ, ਉਹ ਸਾਰਾ ਕੁਝ ਫੇਮਸ ਇੰਡਸਟਰੀਸਟ ਉਹਨਾਂ ਬਾਰੇ ਤੁਹਾਨੂੰ ਮੈਂ ਦੱਸੂ। ਨੈਕਸਟ ਜੀ, ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਪੁਸਤਕ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ ਨਹੀਂ ਲਿਖੀ ਗਈ ਹੈ। ਤਾਂ ਪ੍ਰਣਬ ਮੁਖਰਜੀ ਤੁਹਾਨੂੰ ਪਤਾ ਹੈ ਆਪਣੇ ਪਹਿਲਾਂ ਰਾਸ਼ਟਰਪਤੀ ਰਹਿ ਚੁੱਕੇ ਆ, ਉਸ ਤੋਂ ਬਾਅਦ ਫਿਰ ਰਾਮਨਾਥ ਕੋਵਿੰਦ ਜੀ ਰਹੇ ਆ, ਤੇ ਹੁਣ ਸ੍ਰੀ ਦ੍ਰੋਪਦੀ ਮੁਰਮੂ ਜੀ ਹੈ ਜਿਹੜੀ ਉਹ ਬਣੀ ਹੈ ਦੇਸ਼ ਦੀ ਪਹਿਲੀ ਆਦੀਵਾਸੀ ਮਹਿਲਾ ਮੁੱਖ ਮੰਤਰੀ, ਠੀਕ ਹੈ, ਰਾਸ਼ਟਰਪਤੀ, ਠੀਕ ਹੈ। ਤਾਂ ਇਹ ਬੁੱਕ ਆਪਾਂ ਦੇਖਦੇ ਹਾਂ ਬਈ। ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਬੁੱਕ ਹੈ ਨਾ, ਕਨਫੈਸ਼ਨਸ ਆਫ ਏ ਸੈਕੂਲਰ ਫੰਡਾਮੈਂਟਲਿਸਟ, ਇਹ ਬੁੱਕ ਇਹਨਾਂ ਦੇ ਦੁਆਰਾ ਨਹੀਂ ਲਿਖੀ ਗਈ, ਕਿਉਂਕਿ ਇਹ ਬੁੱਕ ਲਿਖੀ ਗਈ ਹੈ ਕਾਂਗਰਸ ਦੇ ਬਹੁਤ ਫੇਮਸ ਇੱਕ ਪੋਲੀਟੀਸ਼ੀਅਨ ਹੈਗੇ ਆ ਮਣੀਸ਼ੰਕਰ ਅਈਅਰ, ਮਣੀਸ਼ੰਕਰ ਅਈਅਰ ਦੁਆਰਾ, ਠੀਕ ਹੈ ਨਾ, ਏਦਾਂ ਹੀ ਲਿਖ ਲਓ, ਕੋਈ ਚੱਕਰ ਨਹੀਂ, ਹਨਾ, ਮਣੀਸ਼ੰਕਰ ਅਈਅਰ, ਠੀਕ ਹੈ। ਮਣੀਸ਼ੰਕਰ ਅਈਅਰ ਨੇ ਇਹ ਬੁੱਕ ਲਿਖੀ ਸੀ ਬਾਈ, ਠੀਕ ਹੈ। ਬਾਕੀ ਇਹ ਸਾਰੀ ਬੁੱਕਸ ਹੈ ਜਿਹੜੇ ਕਿਹਨਾਂ ਦੁਆਰਾ ਲਿਖੀ ਗਈਆਂ, ਇਹ ਲਿਖੀ ਗਈਆਂ ਪ੍ਰਣਬ ਮੁਖਰਜੀ ਦੁਆਰਾ, ਠੀਕ ਹੈ। ਚਲੋ ਜੀ ਫਿਰ ਅੱਗੇ ਚੱਲਦੇ ਹਾਂ ਆਪਾਂ, ਯਾਨੀ ਬੁੱਕਸ ਵਾਲੇ ਟੌਪਿਕ ਤੋਂ ਵੀ ਕੁਐਸਚਨ ਆਇਆ। ਵਿਜ਼ੀਬਲ ਹੈ ਸਾਰਿਆਂ ਨੂੰ ਕੁਐਸਚਨ, ਹੈ ਨਾ, ਵਿਜ਼ੀਬਲ ਹੋਣਾ, ਓਕੇ। ਕੁਐਸਚਨ ਕੀ ਹੈ ਵੀ ਅੰਡਰ ਦੀ ਸੈਕਸ਼ਨ 9 ਆਫ ਐਂਟੀ ਚਾਈਲਡ ਮੈਰਿਜ ਐਕਟ 2006, ਇਫ ਐਨ ਅਡਲਟ ਮੈਨ ਮੈਰੀਜ਼ ਏ ਚਾਈਲਡ कह रहे हैं चाइल्ड, सॉरी चाइल्ड मतलब ठंडा हो गया है ना, इफ एन अडल्ट मैन मैरीज ए चाइल्ड, किसी बच्चे नाल विआह करता है कोई आदमी, तो वो की फाइन की सजा ओनू होगी, है ना। ये क्वेश्चन हैगा भाई, ਇਹਦਾ ਫਿਰ ਰਾਈਟ ਆਨਸਰ ਕੀ ਹੈ, ਇਹਦਾ ਰਾਈਟ ਆਨਸਰ ਹੈਗਾ ਕਿ ਉਹਨੂੰ 2 ਸਾਲ ਤੱਕ ਦੀ ਕਠੋਰ ਸਜ਼ਾ, ਕੈਦ ਜਾਂ ਫਿਰ 1 ਲੱਖ ਦਾ ਜੁਰਮਾਨਾ ਜਾਂ ਫਿਰ ਦੋਨੇ, 2 ਸਾਲ ਤੱਕ ਦੀ ਕਠੋਰ ਕੈਦ ਜਾਂ 1 ਲੱਖ ਦਾ ਜੁਰਮਾਨਾ ਜਾਂ ਫਿਰ ਦੋਨੇ ਉਹਨੂੰ ਹੋ ਸਕਦੇ ਆ। ਤਾਂ ਇਹ ਵੀ ਕਰੰਟ ਦੇ ਨਾਲ ਰਿਲੇਟ ਕਰਦਾ ਸੀ ਕੁਐਸਚਨ, ਇਹ ਮੁੱਦਾ ਵੀ ਕਰੰਟ ਦੇ ਵਿੱਚ ਸੀਗਾ, ਉਸ ਤੋਂ ਇਹ ਕੁਐਸਚਨ ਇਹਨਾਂ ਨੇ ਚੱਕਿਆ ਸੀਗਾ, ਠੀਕ ਹੈ। ਇਹਨੇ ਪੁਰਾਣੇ ਕੁਐਸਚਨ ਕਰੰਟ ਦੇ ਵਿੱਚ ਕੁਛ ਨਾ ਕੁਛ ਇਸ਼ੂ ਹੁੰਦਾ ਹੈ, ਉਸ ਇਸ਼ੂ ਦੇ ਨਾਲ ਰਿਲੇਟ ਕਰਕੇ ਪੁਰਾਣੇ ਟੌਪਿਕ ਹੈ ਜਿਹੜੇ ਚੱਕੇ ਜਾਂਦੇ ਆ। ਉਸ ਤੋਂ ਬਾਅਦ ਇਹ ਬਿਲਕੁਲ ਨੀਰਾ ਹੀ ਕਰੰਟ ਅਫੇਅਰ ਸੀਗਾ ਕਿ 12000 ਰਨ ਬਣਾਉਣ ਵਾਲਾ, ਹਨਾ, ਸਭ ਤੋਂ ਤੇਜ਼ 12000 ਰਨ ਬਣਾਉਣ ਵਾਲਾ, ਰਨ ਵੀ ਕਿਹੜੇ, ODI वन डे इंटरनेशनल दे विच कौन सीगा भाई, कोहली, कहाँ गया, इत्थे ये पिया कोहली, ठीक है, याद रखना है, सब तो तेज क्रिकेटर सीगा ये करंट अफेयर तो क्वेश्चन सीगा। नेक्स्ट है जी, विच ऑफ द फॉलोइंग सेक्शंस वाज इंसर्टेड बाय द इंसॉल्वेंसी एंड बैंकरप्सी कोड अमेंडमेंट एक्ट 2020, ਇਹ ਵੀ ਕਰੰਟ ਅਫੇਅਰ ਤੋਂ ਕੁਐਸਚਨ ਸੀਗਾ। ਹੁਣ ਤੁਸੀਂ ਕਰੰਟ ਅਫੇਅਰ ਦਾ ਲੈਵਲ ਆਪਣੇ ਆਪ ਚੈੱਕ ਕਰ ਸਕਦੇ ਹੋ, ਤੁਸੀਂ ਕਰੰਟ ਅਫੇਅਰ ਪੱਕਾ ਪੜ੍ਹਦੇ ਹੋਣੇ ਡੈਫੀਨੇਟਲੀ, ਕਿਉਂਕਿ ਸਾਰੇ ਬੱਚੇ ਇੱਧਰ ਉੱਧਰ ਚੈਨਲ ਦੇ ਉੱਤੇ ਫਿਰਦੇ ਹੀ ਆ, ਹਨਾ, ਕਰੰਟ ਅਫੇਅਰ ਕਾਫੀ ਚੈਨਲ ਹੈਗੇ ਆ ਪੰਜਾਬ ਦੇ ਕਰੰਟ ਅਫੇਅਰ ਕਰਾਉਂਦੇ ਆ। ਹੁਣ ਤੁਸੀਂ ਦੇਖ ਲਓ ਜਿੱਥੋਂ ਵੀ ਕਰੰਟ ਅਫੇਅਰ ਪੜ੍ਹਦੇ ਹੋ ਕਿ ਉਹਨਾਂ ਦਾ ਲੈਵਲ ਇਹ ਹੈਗਾ ਆ, ਹਨਾ, ਇਹ ਤੁਸੀਂ ਆਪਣੇ ਆਪ ਜੱਜ ਕਰ ਲੈਣਾ ਹੈ, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਕੀ ਹੈ, ਇਹਦਾ ਰਾਈਟ ਆਨਸਰ ਹੈਗਾ ਬਈ 32A, ਠੀਕ ਹੈ। ਇਹ ਵੀ ਕਰੰਟ ਅਫੇਅਰ ਤੋਂ ਸੀਗਾ, ਉਸ ਟਾਈਮ ਇਹ ਐਕਟ ਆਇਆ ਸੀ, ਕਿਉਂਕਿ ਬੈਂਕ ਕਰਪਸੀ ਆਪਣੇ ਅਜਿਹੇ ਕੇਸ ਬਹੁਤ ਹੋਏ ਸੀਗੇ, ਠੀਕ ਹੈ। ਇੰਡੀਆ ਦੇ ਵਿੱਚ ਕਰਜ਼ਾ ਬਹੁਤ ਹੈ ਇੰਡਸਟਰੀਜ਼ ਦੇ ਉੱਤੇ, ਇੰਡੀਆ ਛੱਡ ਕੇ ਭੱਜ ਦਿੰਦੇ ਆ, ਹਨਾ, ਤੁਹਾਨੂੰ ਪਤਾ ਹੀ ਹੈ, ਲੋਨ ਵਗੈਰਾ ਦੇ ਵਿੱਚ ਘਪਲਾ ਕਰਕੇ ਇੱਧਰ ਉੱਧਰ ਭੱਜ ਜਾਂਦੇ ਆ ਦੂਜੇ ਦੇਸ਼ਾਂ ਦੇ ਵਿੱਚ। ਤਾਂ ਇਸ ਕਰਕੇ ਸਰਕਾਰ ਨੂੰ ਫਿਰ ਕਾਫੀ ਕੁਝ ਐਕਟ ਇਹਦੇ ਨਾਲ ਰਿਲੇਟਡ ਲੈ ਕੇ ਆਣੇ ਪਏ। ਤਾਂ ਇਹ ਯਾਦ ਰੱਖਣਾ ਹੈ ਵੀ ਸੈਕਸ਼ਨ 32A ਇਹਦਾ ਆਨਸਰ ਸੀਗਾ। ਹੁਣ ਇਹਨੂੰ ਕੀ ਯਾਦ ਰੱਖੋਗੇ ਆਪ, ਛੱਡੋ ਇਹਨੂੰ, ਕਿਉਂਕਿ ਇਹ ਉਸ ਟਾਈਮ ਇੰਪੋਰਟੈਂਟ ਸੀਗਾ, ਉਸ ਟਾਈਮ ਜੀ। ਨੈਕਸਟ ਹੈ ਜੀ, ਪੰਜਾਬ ਵਿੱਚ ਫਸਟ ਸੌਫਟਵੇਅਰ ਟੈਕਨੋਲੋਜੀ ਪਾਰਕ ਕਿਸ ਸ਼ਹਿਰ ਵਿੱਚ ਸਥਾਪਿਤ ਕੀਤਾ ਗਿਆ ਸੀ 1998-99 ਦੇ ਵਿੱਚ। ਪੰਜਾਬ ਦੀ ਸਟੈਟਿਕ ਜੀਕੇ ਤੋਂ ਕੁਐਸਚਨ ਹੈਗਾ ਆ, ਠੀਕ ਹੈ, ਯਾਦ ਰੱਖਣਾ ਹੈ। ਹੁਣ ਪੰਜਾਬ ਦਾ ਇੱਕ ਕਹਿਮਾ ਕੁਐਸਚਨ ਹੈ, ਇੱਕ ਤਰ੍ਹਾਂ ਨਾਲ ਚੌਥਾ ਕੁਐਸਚਨ ਪੰਜਾਬ ਦਾ ਆ ਗਿਆ। ਰਾਈਟ ਆਨਸਰ ਇਹਦਾ ਕੀ ਸੀਗਾ, ਮੋਹਾਲੀ, ਰਾਈਟ ਆਨਸਰ ਇਹਦਾ ਕੀ ਸੀ, ਮੋਹਾਲੀ।
पंजाब दी स्टैटिक जीके तो ये क्वेश्चन सीगा। नैक्सट आ जाओ। Who can establish interstate relation, अंतरराज्य संबंध कौन स्थापित कर सकता है? पॉलिटी तो क्वेश्चन ये आ गया भाई, पॉलिटी तो 5-6 क्वेश्चन हो चुके हैं। तो ਇਹਦਾ आंसर हैगा भाई राष्ट्रपति। राष्ट्रपति कोल पावर है कि वो इंटरस्टेट संबंध स्थापित कर सकता है। ठीक है, नैक्सट आ जाओ। इन्हां विचों किस श्रेणी विच, ठीक है, ये कुछ श्रेणियां दी हुई ने, इन्हां विचों किस श्रेणी विच एयरफोर्स स्पोर्ट्स कंट्रोल बोर्ड ने 2020 का राष्ट्रीय खेल प्रोत्साहन पुरस्कार है जिहड़ा वो प्राप्त करिया? सब तो पहली गल, ये जिहड़ा पुरस्कार हैगा बई राष्ट्रीय खेल प्रोत्साहन पुरस्कार, ठीक है, 2020 दे विच मिलिया, यानी कि ये डायरैक्ट करंट अफेयर तो क्वेश्चन सीगा नीरा। ठीक है, 2020 दे विच ये अवार्ड मिलिया सी। ये अवार्ड स्टार्ट होया सीगा मिनिस्ट्री ऑफ स्पोर्ट्स एंड यूथ अफेयर्स द्वारा ये स्टार्ट कराया गया सी अवार्ड। ठीक है, हर साल ये दिया जाता है, काफ़ी कैटेगरियां होंदियां। एक कैटेगरी दे विच ये अवार्ड मिलिया सीगा एयरफोर्स स्पोर्ट्स कंट्रोल बोर्ड नूं, वो कैटेगरी पूछी गई है। तो वो कैटेगरी सीगी बई खिडारियों के रोजगार का प्रबंध करना, खेड भलाई लई उपचार करना, ये सीगा बई खिडारियों नूं रोजगार वगैरह देना। ये तो 2020 की गल होगी। हुण जे आपां 2021 की गल करिए, 2021 दे विच ये 2 संस्थावां नूं मिलिया। किहड़ी-किहड़ी है? एक तां हैगी है अपनी मानव रचना, मानव रचना ये यूनिवर्सिटी हैगा या एजुकेशनल इंस्टीट्यूट है मानव रचना, इसनूं मिलिया बई, याद रखना है मानव रचना। मानव रचना तो अलावा ये मिलिया ONGC नूं, PSU हैगी अपनी, है ना, ऑयल एंड नैचुरल गैस कॉरपोरेशन, ओनू मिलिया। मानव रचना नूं ये मिलिया भी पिछले 25 सालों के विच पास्ट दे विच स्पोर्ट्स नूं प्रोत्साहन देने वास्ते इन्होंने काम कराया, उस कैटेगरी दे विच लिख लेना। ते ONGC नूं ये क्यों मिलिया? ONGC नूं ये मिलिया कि खेडां नूं एक कोऑपरेटिव समाजिक जिम्मेवारी राही खेडां नूं उत्साहित करती है ONGC। तो ONGC की फील्ड ए लिखी है, ये 2021 दे विच मिलिया बई। ठीक है, याद रखना है। तो मानव रचना इंस्टीट्यूट जिहड़ा हैगा एजुकेशनल, इहनूं मिलिया कि पिछले 25 सालों के विच इहने स्पोर्ट्स के फील्ड दे विच जिहड़ा टैलेंट है उहनूं पछाणिया, है ना, ये याद रखना है। ओके, ये करंट अफेयर तो क्वेश्चन सीगा, ते जो अगे बन सकते हैं वो मैं तुहानूं इत्थों इत्थे नोट कराए हैं। नैक्सट आ जाओ। पंजाब तो एक क्वेश्चन हो रहा है पंजाब जीके तो, सिख भगती संगीत दे हेठ दिते संगीतकारां विचों किहड़ा पद्मश्री प्राप्त करता है? तो एक पद्मश्री मिलिया सी, तां करके एक क्वेश्चन हैगा बई भाई निर्मल सिंह खालसा। फिलहाल तो इन्हां दी डेथ हो चुकी है ना, इस साल इन्हां दी डेथ हुई सीगी, ते ये याद रखना है बई। ठीक है, निर्मल सिंह खालसा नूं मिलिया पंजाब जीके तो एक होर क्वेश्चन सीगा। उस तो बाद एक करंट अफेयर तो क्वेश्चन सीगा, WHO ने कोई कमेटी बनाई सी, WHO ने कोई एक्सपर्ट पैनल बनाया सीगा हाई लैवल दा एक्सपर्ट पैनल बनाया सी, कादे वास्ते? तो ये 2 थोनू ऑप्शन दे हुए हैं कादे वास्ते बनाया सीगा। पहला है बई जिहड़ी बीमारियां हुंदियां जूनोटिक, है ना, जूनोटिक बीमारियां दे संकट नूं हल करन दे लई, जां फिर उन्होंने बनाया सीगा कि बहुपक्षी सेहत संरचना नूं वधाउण दे लई। ये आपां ने दसना है ये क्यों बनाया सी इन्हां ने। तो यदा फिर राइट आंसर होगा, ये बनाया सीगा कि जिहड़ी जूनोटिक बीमारियां हुंदियां उन्हां दे संकट नूं हल करन लई, यानी बी, सिर्फ एक। ठीक है, ये याद रखना। ये डायरैक्ट क्वेश्चन करंट अफेयर तो सीगा बई, क्योंकि करंट अफेयर ने उस टाइम ये हाई लैवल पैनल बनाया सी, यानी इंटरनैशनल करंट अफेयर जिहड़े हैगे आ या फिर जो नैशनल लैवल दे, क्योंकि ये तो इंटरनैशनली हो गया वैसे, है ना, और उन्हां दे उत्ते भी तुसीं निगाह मारनी है, क्योंकि सब इंस्पैक्टर का लैवल अजिहा हैगा आ कि तुसीं कल्ले पंजाब दे कल्ले इंडिया दे नहीं, जिहड़े सारे करंट अफेयर है उन्हां दे उत्ते निगाह जरूर मारनी है। ठीक है, बाकी WHO बारे तुहानूं पता है, WHO का हैडकुआटर भी बहुत कॉमन जिहा क्वेश्चन है, बिल्कुल न्याणे वाला बच्चों वाला क्वेश्चन है, कित्थे है WHO का हैडकुआटर? जनेवा। जनेवा कित्थे है? स्विट्जरलैंड। ठीक है, WHO का जिहड़ा चीफ है वो कौन है इस टाइम? हैड कौन है, चेयरमैन? टेड्रोस अधानोम, टेड्रोस आधानोम। ठीक है, इथोपिया का हैगा है, टेड्रोस आधानोम इथोपिया का हैगा। ठीक है, WHO का याद रख लेना है। बाकी WHO कोई भी पैनल वगैरह कुछ भी, है ना, कमेटी बन रही है तो वह नॉर्मल जी गल है। जे इंडियन गौरमेंट भी बनाती है, इंडिया की कोई भी संस्था बनाती है, वो तो ऑटोमैटिकली थोनों करंट अफेयर दे विच याद रखनी पैनी है। ठीक है, कोई भी अवार्ड मिलता है वह भी याद रखना पैंदा। अवार्ड के उत्ते भी मैं एक वीडियो बनाऊंगा, जिन्हें लास्ट ईयर 1 साल के अवार्ड मिले हैं सारे इकट्ठे तुहानूं एक वीडियो के मिलणगे। कमेटी के भी चलो मैं बना दूँ वीडियो, ठीक है, तुहाडे करके कोई गल नहीं। नैक्सट है जी, अकॉर्डिंग टू दी कॉन्स्टिट्यूशन तो एक होर क्वेश्चन आ गया। According to the Constitution of India, there shall be a district council for each autonomous district consisting of not more than
ਡੈਸ਼ ਮੈਂਬਰਸ। ਓਕੇ, ਤਾਂ ਆਪਣੇ ਸੰਵਿਧਾਨ ਦੇ ਵਿੱਚ ਨਾ ਦੇਖੋ, ਤੁਸੀਂ ਸਾਰਿਆਂ ਨੇ ਪੜ੍ਹਿਆ ਕਿ 12 ਅਨੁਸੂਚੀਆਂ ਹੈਗੀਆਂ ਹਨਾ। 12 ਦੇ ਵਿੱਚੋਂ ਇੱਕ ਅਨੁਸੂਚੀ ਹੈਗੀ 6ਵੀਂ ਅਨੁਸੂਚੀ। 6ਵੀਂ ਅਨੁਸੂਚੀ ਦੇ ਵਿੱਚ ਲਿਖਿਆ ਹੋਇਆ ਕਿ ਆਪਣੇ ਜਿਹੜੇ 4 ਟ੍ਰਾਈਬਲ ਸਟੇਟਾਂ ਹੈਗੀਆਂ, 4 ਟ੍ਰਾਈਬਲ ਸਟੇਟਾਂ ਕਿਹੜੀਆਂ ਹੈ? ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਹਨਾ। ਇਹਨਾਂ ਚਾਰਾਂ ਨੂੰ ਇੱਕ ਕੁਝ ਸਪੈਸ਼ਲ ਪ੍ਰਾਵਧਾਨ ਇਹਨਾਂ ਵਾਸਤੇ ਹੈਗੇ, ਇਹਨਾਂ ਦੇ ਟ੍ਰਾਈਬਲ ਏਰੀਆ ਵਾਸਤੇ। ਤੇ ਇਹ ਜਿਹੜੀ 4 ਸਟੇਟਾਂ ਹੈਗੀਆਂ ਨਾ, ਇਹਨਾਂ ਨੂੰ ਇੱਕ ਹੋਰ ਫੈਸਿਲਿਟੀ ਹੈ ਕਿ ਇਹਨਾਂ ਦੇ ਵਿੱਚ ਆਟੋਨੋਮਸ ਡਿਸਟ੍ਰਿਕਟ ਕਾਉਂਸਿਲ ਬਣਦੀ ਹੈ ਹਨਾ। ਜਿਹੜੇ ਜ਼ਿਲ੍ਹੇ ਦੇ ਵਿੱਚ ਟ੍ਰਾਈਬਲ ਪੋਪੂਲੇਸ਼ਨ ਹੁੰਦੀ ਹੈ ਉੱਥੇ ਆਟੋਨੋਮਸ ਡਿਸਟ੍ਰਿਕਟ ਕਾਉਂਸਿਲ ਬਣਦੀ ਹੈ, ਜਿਹਦੇ ਚ 30 ਮੈਂਬਰ ਹੁੰਦੇ ਆ। ਕਿੰਨੇ ਮੈਂਬਰ ਹੁੰਦੇ ਆ? 30 ਮੈਂਬਰ। ਇਹਨਾਂ 4 ਸਟੇਟਾਂ ਦੇ ਵਿੱਚ ਆਟੋਨੋਮਸ ਡਿਸਟ੍ਰਿਕਟ ਕਾਉਂਸਿਲ ਹੁੰਦੀ ਹੈ, ਇਹ ਯਾਦ ਰੱਖਣਾ ਹੈ। ਆਟੋਨੋਮਸ ਡਿਸਟ੍ਰਿਕਟ ਕਾਉਂਸਿਲ ਹੁੰਦੀ ਹੈ, ਇਹ ਯਾਦ ਰੱਖਣਾ ਹੈ, ਜਿਹਦੇ ਚ ਮੈਂਬਰ ਕਿੰਨੇ ਹੁੰਦੇ ਆ? 30। ਓਕੇ, ਇੱਕ ਗੱਲ ਹੋਰ, ਇਹਨਾਂ 30 ਦੇ ਵਿੱਚੋਂ 26 ਮੈਂਬਰ ਇਲੈਕਟਡ ਹੁੰਦੇ ਆ, ਜਿਹੜੇ ਚੁਣੇ ਜਾਂਦੇ ਆ, ਤੇ 4 ਮੈਂਬਰ ਗਵਰਨਰ ਦੁਆਰਾ, ਰਾਜਪਾਲ ਦੁਆਰਾ ਨੋਮੀਨੇਟ ਕਰੇ ਜਾਂਦੇ ਆ। ਤੇ ਟੋਟਲ ਜੇ ਗੱਲ ਕਰੀਏ ਕਿ ਕਿੰਨੇ ਆਟੋਨੋਮਸ ਡਿਸਟ੍ਰਿਕਟ ਕਾਉਂਸਿਲ ਹੈਗੀਆਂ ਇਹਨਾਂ 4 ਸਟੇਟਾਂ ਦੇ ਵਿੱਚ, 10 ਆਟੋਨੋਮਸ ਡਿਸਟ੍ਰਿਕਟ ਕਾਉਂਸਿਲ ਹੈਗੀਆਂ ਇੰਡੀਆ ਦੇ ਵਿੱਚ। ਯਾਦ ਰੱਖਣ ਵਾਲਾ ਪੁਆਇੰਟ ਹੈਗਾ ਇਹ, ਠੀਕ ਹੈ। ਆਟੋਨੋਮਸ ਡਿਸਟ੍ਰਿਕਟ ਕਾਉਂਸਿਲ ਜਿਹੜੀ ਹੈਗੀ ਹੈ ਉਹ ਇਹਨਾਂ 4 ਸਟੇਟਾਂ ਦੇ ਵਿੱਚ ਬਣਦੀ ਹੈ ਡਿਸਟ੍ਰਿਕਟ ਦੇ ਤੌਰ ਤੇ, ਜਿਨ੍ਹਾਂ ਦੇ ਵਿੱਚ ਟ੍ਰਾਈਬਲ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ। ਟੋਟਲ 10 ਅਜਿਹੇ ਜ਼ਿਲ੍ਹੇ ਹੈਗੇ ਆ ਜਿੱਥੇ ਇਹ ਕਾਉਂਸਿਲ ਹੈਗੀ ਆ। ਹਰ ਇੱਕ ਕਾਉਂਸਿਲ ਦੇ ਵਿੱਚ 30 ਮੈਂਬਰ ਹੁੰਦੇ ਆ, 26 ਇਲੈਕਟਡ ਹੁੰਦੇ ਆ, 4 ਗਵਰਨਰ ਦੁਆਰਾ ਨੋਮੀਨੇਟ ਹੁੰਦੇ ਆ। ਕਾਫੀ ਕੁਝ ਇਹ ਫੈਸਲੇ ਜਿਹੜੇ ਆਪਣੇ ਆਪ ਕਰਦੀ ਹੈ ਕਾਉਂਸਿਲਸ, ਠੀਕ ਹੈ ਨਾ। ਓਕੇ, ਯਾਦ ਰੱਖਣਾ ਹੈ। ਨੈਕਸਟ ਹੈ ਜੀ ਪੰਜਾਬ ਜੀਕੇ ਤੋਂ ਇੱਕ ਹੋਰ ਕੁਐਸਚਨ ਹੈ, ਜਾਂ ਪੰਜਾਬ ਦੀ ਪੋਲਿਟੀ ਤੋਂ ਬੋਲ ਦੋ, ਪੰਜਾਬ ਦੀ ਹਿਸਟਰੀ ਤੋਂ ਬੋਲ ਦੋ। ਆਪਰੇਸ਼ਨ ਬਲੂ ਸਟਾਰ ਦੇ ਟਾਈਮ ਇੰਡੀਆ ਦੀ ਜਿਹੜੀ ਆਰਮੀ ਹੈ ਜਾਂ ਉਹਦਾ ਮਤਲਬ ਮੇਜਰ ਜਨਰਲ ਕਮਾਂਡ ਕਿਹਦੇ ਅੰਡਰ ਸੀਗੀ? ਬਸ ਇਹ ਯਾਦ ਰੱਖਣਾ ਆਪਾਂ ਨੇ। ਤਾਂ KS ਬਰਾੜ, ਕੁਲਦੀਪ ਸਿੰਘ ਬਰਾੜ ਦੇ ਇਹ ਕੰਟਰੋਲ ਦੇ ਵਿੱਚ ਸੀਗਾ ਆਪਰੇਸ਼ਨ ਬਲੂ ਸਟਾਰ, ਇਹਨਾਂ ਨੇ ਚਲਾਇਆ ਸੀ, ਠੀਕ ਹੈ। ਆਪਰੇਸ਼ਨ ਬਲੂ ਸਟਾਰ ਬਾਰੇ ਯੂ ਨੋ ਵੈਰੀ ਵੈਲ, ਠੀਕ ਹੈ। ਨੈਕਸਟ ਆ ਜਾਓ, ਹੁਨਰ ਹਾਟ, ਕਰੰਟ ਅਫੇਅਰ ਦੇ ਇੱਕ ਹੋਰ ਕੁਐਸਚਨ ਹੈ। ਹੁਨਰ ਹਾਟ ਦੇ 28ਵੇਂ ਸੰਸਕਰਣ ਦਾ ਥੀਮ ਕੀ ਸੀ, ਵਿਸ਼ਾ ਕੀ ਸੀ? ਤਾਂ ਹੁਨਰ ਹਾਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਹੁਨਰ ਹਾਟ ਇੱਕ ਪ੍ਰੋਗਰਾਮ ਹੈ ਜਿਹੜਾ ਆਪਣੀ ਮਿਨਿਸਟਰੀ ਆਫ ਮਾਈਨੋਰਟੀਜ਼ ਦੇ ਦੁਆਰਾ ਚਲਾਇਆ ਗਿਆ। ਅਲਪਸੰਖਿਅਕ ਮੰਤਰਾਲੇ ਜਿਹੜਾ ਹੈਗਾ ਹੈ, ਮਿਨਿਸਟਰੀ ਆਫ ਮਾਈਨੋਰਟੀ, ਠੀਕ ਹੈ ਨਾ, ਮਾਈਨੋਰਟੀ ਦੇ ਦੁਆਰਾ ਇਹ ਚਲਾਇਆ ਗਿਆ ਹੁਨਰ ਹਾਟ। ਤੇ ਉਸ ਟਾਈਮ 28ਵਾਂ ਸੰਸਕਰਣ ਹੋਇਆ ਸੀ, ਉਹਦਾ ਵਿਸ਼ੇ ਸੀਗਾ ਵੋਕਲ ਫॉर ਲੋਕਲ। ਬਟ ਹੁਣ ਹੁਨਰ ਹਾਟ ਦਾ 40ਵਾਂ ਸੰਸਕਰਣ ਹੋ ਕੇ ਹਟਿਆ, ਇਸੇ ਸਾਲ ਹੋਇਆ ਸੀ, ਮੇਬੀ ਫਰਵਰੀ ਦੇ ਵਿੱਚ, ਹਾਂ ਫਰਵਰੀ ਦੇ ਵਿੱਚ ਹੀ ਹੋਇਆ ਸੀ 40ਵਾਂ ਸੰਸਕਰਣ। ਉਹਦਾ ਵਿਸ਼ੇ ਸੀਗਾ ਬੈਸਟ ਫਰੋਮ ਵੈਸਟ, ਹਨਾ, ਵੇਸਟ, ਇਦਾਂ ਕਰਕੇ ਕੁਝ ਸੀਗਾ ਵੀ, ਇੱਕ ਵਾਰ ਦੇਖ ਲਿਓ। ਵੇਸਟ ਫਰੋਮ ਬੈਸਟ ਨਹੀਂ, ਬੈਸਟ ਫਰੋਮ ਵੇਸਟ ਹੀ ਸੀਗਾ ਵੀ ਆਪਾਂ ਵੇਸਟ ਪਦਾਰਥਾਂ ਤੋਂ ਬੈਸਟ ਮਤਲਬ ਵਧੀਆ ਚੀਜ਼ਾਂ ਕਿਵੇਂ ਬਣਾ ਸਕਦੇ ਆ, ਇਦਾਂ ਕਰਕੇ ਕੁਝ ਇਹਨਾਂ ਦਾ ਥੀਮ ਸੀਗਾ, ਇਹ ਯਾਦ ਰੱਖਣਾ ਆਪਾਂ ਨੇ, ਠੀਕ ਹੈ। 40ਵਾਂ ਸੰਸਕਰਣ ਮੁੰਬਈ ਦੇ ਵਿੱਚ ਹੋਇਆ ਸੀ, ਹਾਂ ਇਹ ਵੀ ਯਾਦ ਰੱਖ ਲਓ, ਮੁੰਬਈ ਦੇ ਵਿੱਚ ਇਹ ਸੰਸਕਰਣ ਹੈ ਜਿਹੜਾ ਹੋਇਆ ਸੀ। ਇਹ ਹੁਨਰ ਹਾਟ ਕਿਹਦੇ ਕੰਟਰੋਲ ਦੇ ਵਿੱਚ ਚੱਲਦਾ ਹੈ? ਇਹ ਮਿਨਿਸਟਰੀ ਆਫ ਮਾਈਨੋਰਟੀਜ਼ ਅਫੇਅਰ ਦੇ ਵਿੱਚ ਚੱਲਦਾ ਸੀਗਾ। ਓਕੇ, ਮਿਨਿਸਟਰੀ ਆਫ ਮਾਈਨੋਰਟੀ ਦੀ ਨਾ ਇੱਕ ਸਕੀਮ ਹੋਰ ਯਾਦ ਰੱਖੋ, ਇਹ ਵੀ ਮੈਂ ਨਾ NTPC ਦੇ ਵਿੱਚ ਦੇਖਿਆ ਸੀ, ਉਸਤਾਦ ਸਕੀਮ ਵੀ ਇਹਨਾਂ ਦੀ ਇੱਕ ਹੈਗੀ ਆ, ਉਸਤਾਦ, ਹਨਾ, ਉਸਤਾਦ ਸਕੀਮ ਵੀ ਮਾਈਨੋਰਟੀਜ਼ ਮੰਤਰਾਲੇ ਜਿਹੜਾ ਮਾਈਨੋਰਟੀ ਮਿਨਿਸਟਰੀ ਹੈ ਉਹਨਾਂ ਨੇ ਚਲਾਈ ਹੋਈ ਹੈ, ਯਾਦ ਰੱਖਣਾ ਹੈ, ਠੀਕ ਹੈ। ਤਾਂ ਸਕੀਮਾਂ ਦੇ ਉੱਤੇ ਵੀ ਕੁਐਸਚਨ ਆਉਂਦੇ ਆ ਬਈ, ਸਕੀਮਾਂ ਦੇ ਉੱਤੇ ਵੀ ਕੁਐਸਚਨ ਹੈ ਜਿਹੜੇ ਉਹ ਆਉਂਦੇ ਆ। ਨੈਕਸਟ ਹੈ ਜੀ, ਨੈਕਸਟ ਦੇਖੋ, ਅਟਲ ਪੈਨਸ਼ਨ ਯੋਜਨਾ ਹੈਜ਼ ਕੰਪਲੀਟਡ 5 years ਫॉर ਸਕਸੈਸਫੁਲੀ ਇੰਪਲੀਮੇਸ਼ਨ। ਓਕੇ, ਤਾਂ ਅਟਲ ਪੈਨਸ਼ਨ ਯੋਜਨਾ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ, ਸਰਕਾਰ ਦੀ ਸਕੀਮਾਂ ਦੇ ਉੱਤੇ ਵੀ ਕੁਐਸਚਨ ਆ ਜਾਂਦੇ ਆ, ਤਾਂ ਉਹਦੇ ਬਾਰੇ ਦੇਖ ਲਓ। ਅਟਲ ਪੈਨਸ਼ਨ ਯੋਜਨਾ ਬਾਰੇ 2 ਸਟੇਟਮੈਂਟ ਇਹਨਾਂ ਨੇ ਦਈਆਂ, ਕਿਹੜੀ ਸਟੇਟਮੈਂਟ ਸਹੀ ਹੈ ਕਿਹੜੀ ਗਲਤ ਹੈ? ਇਹ ਸਕੀਮ 2015 ਦੇ ਵਿੱਚ ਸ਼ੁਰੂ ਹੋਈ ਸੀ, ਇਹ ਤਾਂ ਬਿਲਕੁਲ ਸਹੀ ਹੈ। ਇਹ 60 ਸਾਲ ਦੀ ਉਮਰ ਤੋਂ ਬਾਅਦ ਘੱਟੋ ਘੱਟ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ, ਹਾਂਜੀ ਇਹ ਵੀ ਸਹੀ ਹੈ। ਜਿਹੜਾ ਤੁਸੀਂ ਜਿਹੜਾ ਵੀ ਮਤਲਬ ਜਿਹੜੇ ਵੀ ਟਾਈਪ ਦਾ ਤੁਸੀਂ ਆਪਣਾ ਇਹਦਾ ਜੋ ਵੀ ਪੈਨਸ਼ਨ, ਜਿਵੇਂ 1000 ਰੁਪਏ 2000 ਰੁਪਏ ਚਾਹੁੰਦੇ ਹੋ ਵੀ ਤੁਸੀਂ ਕਿੰਨੇ ਚਾਹੁੰਦੇ ਹੋ, ਹਨਾ, ਵੀ 60 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਲੱਗਦਾ ਕਿ 3000 ਰੁਪਏ ਮੈਨੂੰ ਆਣੇ ਚਾਹੀਦੇ ਆ, 4 ਆਣੇ ਚਾਹੀਦੇ, ਤੁਸੀਂ ਆਪਣੇ ਆਪ ਸਿਲੈਕਟ ਕਰ ਸਕਦੇ ਹੋ। ਉਸ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਕਿਸ਼ਤ ਹੈ ਤੁਹਾਡੀ ਉਹ ਬਣ ਜਾਂਦੀ ਹੈ। 18 ਤੋਂ 40 ਸਾਲ ਤੱਕ ਇਹ ਬੰਦਾ ਜਿਹੜਾ ਆਪਣੇ ਆਪ ਨੂੰ ਇੱਥੇ ਰਜਿਸਟਰਡ ਕਰਾ ਸਕਦਾ ਹੈ, ਆਪਣੀ ਪੈਨਸ਼ਨ ਹੈ ਜਿਹੜੀ ਬੰਧਵਾ ਸਕਦਾ ਹੈ, ਹਨਾ। ਬਸ ਉਹ ਮੰਥਲੀ ਉਹਨੂੰ ਕੁਝ ਪੇ ਕਰਨੇ ਪੈਣੇ ਆ, ਤੇ 60 ਸਾਲ ਤੋਂ ਬਾਅਦ ਉਹਦੀ ਫਿਰ ਇਨਕਮ ਹੈ ਜਿਹੜੀ ਜਾਂ ਉਹਦੀ ਪੈਨਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਜੂਗੀ ਬਾਈ, ਠੀਕ ਹੈ। ਉਸ ਤੋਂ ਬਾਅਦ ਵੀ ਪੰਜਾਬ ਦੀ ਹਿਸਟਰੀ ਤੋਂ ਇੱਕ ਕੁਐਸਚਨ ਹੋ ਰਿਹਾ, ਪੰਜਾਬ ਦੀ ਸਮਝੋ ਇਸ ਕੁਐਸਚਨ ਨੂੰ, ਠੀਕ ਹੈ। ਕਿ ਇੱਕ ਬੰਦਾ ਹੈ ਜਿਹਨੇ ਇੱਕ ਡੈਸ਼ ਦੁਆਰਾ ਲਿਖੀ ਅਰਧ ਇਤਿਹਾਸਿਕ ਨਾਦਰ ਸ਼ਾਹ ਦੀ ਵਾਰ
1739 ਵਿੱਚ ਨਾਦਿਰ ਸ਼ਾਹ ਦਾ ਭਾਰਤ ਉੱਤੇ ਕੀਤੇ ਹਮਲੇ ਦਾ ਵਰਣਨ ਕਰਦੀ ਹੈ। ਤਾਂ ਇਹ ਨਾਦਿਰ ਸ਼ਾਹ ਦੀ ਵਾਰ ਕਿਹਨੇ ਲਿਖੀ ਹੈ? ਸਿੰਪਲ ਜਿਹਾ ਕੁਐਸਚਨ ਹੈ ਹਨਾ। ਇਹ ਲਿਖੀ ਹੈ ਨਜਾਬਤ ਨੇ। ਤਾਂ ਪੰਜਾਬ ਦੇ ਸਾਹਿਤਯ ਤੋਂ ਤੁਸੀਂ ਕੁਐਸਚਨ ਬੋਲੋ ਇਸ ਨੂੰ, ਪੰਜਾਬ ਦੇ ਸਾਹਿਤਯ ਤੋਂ। ਹੁਣ ਪੰਜਾਬ ਦੇ 5-6 ਕੁਐਸਚਨ ਹੋ ਗਏ ਬਈ, ਪੰਜਾਬ ਜੀਕੇ ਦੇ ਵੀ ਹੈ ਜਿਹੜੇ 5-6 ਕੁਐਸਚਨ ਹੋ ਗਏ ਇੱਥੇ, ਠੀਕ ਹੈ। ਤਾਂ ਅੱਗੇ ਆਪਾਂ ਪੜ੍ਹਦੇ ਹਾਂ। ਨੈਕਸਟ ਹੈ ਜੀ, ਅਪ੍ਰੈਲ 2021 ਵਿੱਚ ਸੇਬੀ ਨੇ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸੰਬੰਧਿਤ 20 ਸਾਲ ਪੁਰਾਣੇ ਕੇਸ ਤੇ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ? ਕਰੰਟ ਅਫੇਅਰ ਤੋਂ ਇੱਕ ਹੋਰ ਕੁਐਸਚਨ ਆ ਗਿਆ, ਠੀਕ ਹੈ। ਹੁਣ ਤੁਸੀਂ ਆਪਣੇ ਆਪ ਆਪਣਾ ਕਰੰਟ ਅਫੇਅਰ ਦਾ ਲੈਵਲ ਦੇਖ ਸਕਦੇ ਹੋ, ਠੀਕ ਹੈ। ਕਰੰਟ ਅਫੇਅਰ, ਸੇਬੀ ਨੇ ਇੱਕ ਜੁਰਮਾਨਾ ਲਗਾਇਆ ਸੀ ਬਈ, ਕੋਈ 20 ਸਾਲ ਪੁਰਾਣਾ ਕੇਸ ਸੀਗਾ ਰਿਲਾਇੰਸ ਦਾ, ਰਿਲਾਇੰਸ ਤੇ ਇਹ ਜੁਰਮਾਨਾ ਲੱਗਿਆ ਸੀ, ਠੀਕ ਹੈ। ਬਾਕੀ ਕਰੰਟ ਅਫੇਅਰ ਕੋਈ ਵੀ ਸੇਬੀ ਵਗੈਰਾ ਜਾਂ ਕੁਝ ਵੀ ਕਰੰਟ ਅਫੇਅਰ ਹੈ ਜਿਹੜੇ ਤੁਸੀਂ ਦੇਖਣੇ ਹਨ, ਆਪਣਾ ਲੈਵਲ ਆਪ ਚੈੱਕ ਕਰ ਲਓ। ਮੈਂ ਤੁਹਾਨੂੰ ਇੱਥੇ ਸੇਬੀ ਦੇ ਬਾਰੇ ਦੱਸਦਾ ਬਸ, ਠੀਕ ਹੈ। ਸੇਬੀ ਦਾ ਮਤਲਬ ਕੀ ਹੈ? ਸੇਬੀ ਇੱਕ ਅਜਿਹੀ ਸੰਸਥਾ ਹੈ ਬਈ ਜਿਹਦਾ ਕੰਮ ਕੀ ਹੈ? ਜਿਹਦਾ ਕੰਮ ਹੈ ਜਿਹੜੇ ਵੀ ਇਹ ਅਜਿਹੀ, ਮਤਲਬ ਸਿੰਪਲ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਅਜਿਹੀ ਕੋਈ ਸਕੀਮ ਵਗੈਰਾ ਜਿਹਦੇ 'ਚ ਜਨਤਾ ਦਾ ਪੈਸਾ ਲੱਗਿਆ ਹੁੰਦਾ ਹੈ ਨਾ, ਅਜਿਹੀ ਕੋਈ ਵੀ ਚੀਜ਼ਾਂ ਹੋ ਗਈ ਜਿਵੇਂ ਸ਼ੇਅਰ ਮਾਰਕੀਟ ਹੈ, ਇਹਦੇ 'ਚ ਜਨਤਾ ਦਾ ਪੈਸਾ ਲੱਗਿਆ ਹੁੰਦਾ ਹੈ, ਇੰਸ਼ੋਰੈਂਸ ਵਗੈਰਾ ਹੁੰਦੇ ਹਨਾ, ਇਹਨਾਂ ਦੇ ਵਿੱਚ ਜਨਤਾ ਦਾ ਪੈਸਾ ਲੱਗਿਆ, ਤਾਂ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਨਾ ਉਹਨਾਂ ਸੰਬੰਧਿਤ ਕੁਝ ਕਾਨੂੰਨ ਵਗੈਰਾ ਕੁਝ ਰੈਗੂਲੇਟ ਕਰਦੀ ਆ ਉਹਨਾਂ ਸੰਸਥਾਵਾਂ ਨੂੰ, ਉਹਨਾਂ ਬੋਡੀਜ਼ ਨੂੰ, ਹੈ ਨਾ। ਇਹ ਯਾਦ ਰੱਖ ਸਕਦੇ ਹੋ ਤੁਸੀਂ, ਠੀਕ ਹੈ। ਸੇਬੀ ਦੀ ਫੁੱਲ ਫਾਰਮ ਕੀ ਹੈ? ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਇਹ ਵੀ ਲਿਖ ਲਿਓ, ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਬਹੁਤ ਇੰਪੋਰਟੈਂਟ ਹੈ। ਸੇਬੀ ਦੀ ਫੁੱਲ ਫਾਰਮ ਕਈ ਵਾਰ ਆ ਜਾਂਦੀ ਹੈ, ਸਿਕਿਉਰਿਟੀ ਆਫ ਐਕਸਚੇਂਜ ਬੋਰਡ ਆਫ ਇੰਡੀਆ। ਇਸ ਤੋਂ ਇਲਾਵਾ ਸੇਬੀ ਬਾਰੇ ਇੱਕ ਇਹ ਪੁਆਇੰਟ ਯਾਦ ਰੱਖੋ ਕਿ ਸੇਬੀ ਬਣੀ ਕਦ ਹੈ, ਜੇ ਸੇਬੀ ਕਿਹਦੇ ਅੰਡਰ ਆਉਂਦੀ ਹੈ। ਤਾਂ ਸੇਬੀ ਪਹਿਲਾਂ ਤਾਂ ਇਹ ਯਾਦ ਰੱਖੋ, ਸੇਬੀ ਜਿਹੜੀ ਆਉਂਦੀ ਹੈ ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਆਉਂਦੀ ਹੈ, ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਆਉਂਦੀ ਹੈ, ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ। ਹੈੱਡਕੁਆਟਰ ਕਿੱਥੇ ਹੈ ਸੇਬੀ ਦਾ? ਸੇਬੀ ਦਾ ਹੈੱਡਕੁਆਟਰ ਤੁਹਾਨੂੰ ਮਿਲੂਗਾ ਮੁੰਬਈ ਦੇ ਵਿੱਚ, ਮੁੰਬਈ ਦੇ ਵਿੱਚ। ਤੇ ਐਟ ਪ੍ਰੈਜ਼ੈਂਟ ਸੇਬੀ ਦੀ ਚੀਫ ਕੌਣ ਹੈ? ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ। ਐਟ ਪ੍ਰੈਜ਼ੈਂਟ ਸੇਬੀ ਦੀ ਚੀਫ ਹੈਗੀ ਹੈ ਮਾਧਵੀਪੁਰੀ ਬੁਚ, ਠੀਕ ਹੈ। ਤੇ ਦੇਖੋ ਸੇਬੀ ਹੈ ਜਿਹੜੀ, ਸੇਬੀ ਵੈਸੇ ਤਾਂ ਬਹੁਤ ਪਹਿਲਾਂ ਬਣ ਗਈ ਸੀ ਸੰਸਥਾ, ਬਟ ਇਹ ਐਗਜ਼ੀਕਿਊਟਿਵ ਸੀਗੀ ਉਸ ਟਾਈਮ। ਕੀ ਸੀਗੀ? ਐਗਜ਼ੀਕਿਊਟਿਵ ਬੋਡੀ ਸੀਗੀ। ਐਗਜ਼ੀਕਿਊਟਿਵ ਬੋਡੀ ਹੁੰਦੀ ਹੈ ਜਿਹੜੀ ਗਵਰਨਮੈਂਟ ਦੇ ਐਕਸ਼ਨ, ਮਤਲਬ ਗਵਰਨਮੈਂਟ ਨੇ ਕਹਿਤਾ ਤਾਂ ਇਹ ਬਣਾਤੀ ਬੋਡੀ, ਠੀਕ ਹੈ ਨਾ। ਐਗਜ਼ੀਕਿਊਟਿਵ ਦੇ ਕਹਿਣ ਨਾਲ ਇਹ ਬੋਡੀ ਕ੍ਰੀਏਟ ਕਰਤੀ, ਉਹ ਐਗਜ਼ੀਕਿਊਟਿਵ ਬੋਡੀ ਹੁੰਦੀ ਹੈ। ਬਟ ਬਾਅਦ ਦੇ ਵਿੱਚ ਇਹ ਸਟੈਟਿਊਟਰੀ ਬੋਡੀ ਬਣ ਗਈ। ਸਟੈਟਿਊਟਰੀ ਬੋਡੀ ਹੁੰਦੀ ਹੈ ਜਿਹੜੀ ਪਾਰਲੀਮੈਂਟ ਦੁਆਰਾ ਬਣਾਈ ਜਾਂਦੀ ਹੈ। ਐਗਜ਼ੀਕਿਊਟਿਵ ਬੋਡੀ ਹੁੰਦੀ ਹੈ ਜਿਹੜੀ ਗਵਰਨਮੈਂਟ ਦੇ ਦੁਆਰਾ, ਮਤਲਬ ਐਗਜ਼ੀਕਿਊਟਿਵਸ ਨੇ ਕਹਿਤਾ ਤਾਂ ਬਣਾਤੀ, ਉਹ ਐਗਜ਼ੀਕਿਊਟਿਵ ਬੋਡੀ ਹੋਗੀ। ਫਿਰ ਜਦੋਂ ਕੋਈ ਬੋਡੀ ਅਜਿਹੀ ਹੁੰਦੀ ਹੈ ਜਿਹਨੂੰ ਪਾਰਲੀਮੈਂਟ ਐਕਟ ਪਾਸ ਕਰਕੇ, ਬਕਾਇਦਾ ਐਕਟ ਪਾਸ ਕਰਕੇ ਬਣਾਈ ਜਾਂਦੀ ਹੈ, ਉਹ ਸਟੈਟਿਊਟਰੀ ਬੋਡੀ ਹੁੰਦੀ ਹੈ। ਤਾਂ ਪਹਿਲਾਂ ਇਹ ਐਗਜ਼ੀਕਿਊਟਿਵ ਬੋਡੀ ਸੀਗੀ, ਬਾਅਦ ਦੇ ਵਿੱਚ ਸਟੈਟਿਊਟਰੀ ਬੋਡੀ ਬਣੀ ਹੈ। ਜੇ ਤੁਹਾਨੂੰ ਅੱਜ ਕੁਐਸਚਨ ਆ ਜੇ ਕਿ ਸੇਬੀ ਕਿਹੋ ਜੀ ਸੰਸਥਾ ਹੈ, ਤਾਂ ਇਹ ਸਟੈਟਿਊਟਰੀ ਬੋਡੀ ਹੈ, ਯਾਦ ਰੱਖਣਾ ਹੈ ਬਈ, ਠੀਕ ਹੈ। ਸਟੈਟਿਊਟਰੀ ਬੋਡੀ ਹੈ, ਇਹ ਯਾਦ ਰੱਖਣਾ ਹੈ। ਫਿਰ ਆਪਾਂ ਅੱਗੇ ਨੈਕਸਟ ਚੱਲਦੇ ਹਾਂ। ਅੱਛਾ ਇੱਕ ਗੱਲ ਹੋਰ, ਕਦੋਂ ਇਹਨੂੰ ਸਟੈਟਿਊਟਰੀ ਬੋਡੀ ਦਾ ਸਟੇਟਸ ਮਿਲਿਆ ਹੈ ਨਾ, ਇਹ ਵੀ ਕੁਐਸਚਨ ਆ ਜਾਂਦਾ ਹੈ। ਤਾਂ ਇਹ 30 ਜਨਵਰੀ 1992। ਬੇਸਿਕ ਤੁਸੀਂ ਡੇਟ ਨਾ ਯਾਦ ਰੱਖਿਓ, ਬਟ ਸਨ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਸਨ ਤੁਹਾਨੂੰ ਇਹ ਜਿਹੜਾ ਪਤਾ ਹੋਣਾ ਚਾਹੀਦਾ ਕਿ 1992 ਦੇ ਵਿੱਚ ਇਹਨੂੰ ਸਟੈਟਿਊਟਰੀ ਸਟੇਟਸ ਮਿਲਿਆ ਸੀਗਾ, ਓਕੇ। ਵੈਸੇ ਇਹ 1988 ਦੇ ਵਿੱਚ ਬਣ ਗਈ ਸੀ, ਵੈਸੇ ਇਹ 1988 ਦੇ ਵਿੱਚ ਬਣ ਗਈ ਸੀ। ਨੈਕਸਟ ਤੇ ਆ ਜਾਓ। ਵਿਚ ਆਫ ਦਾ ਫੋਲੋਇੰਗ ਰਿਸਰਚ ਇੰਸਟੀਚਿਊਟ ਇਜ਼ ਲੋਕੇਟਡ ਇਨ ਸ਼ਿਮਲਾ। ਤਾਂ ਇਹ 4 ਇੰਸਟੀਚਿਊਟ ਦੱਸੇ ਹੋਏ ਆ, ਇਹਨਾਂ ਦੇ ਵਿੱਚ ਆਪਾਂ ਨੇ ਦੱਸਣਾ ਕਿ ਕਿਹੜਾ ਸ਼ਿਮਲਾ ਦੇ ਵਿੱਚ ਹੈਗਾ। ਤਾਂ ਬਿਲਕੁਲ ਬੇਸਿਕ ਸੌਖਾ ਜਿਹਾ ਕੁਐਸਚਨ ਹੈ। ਪੋਟੈਟੋ ਰਿਸਰਚ ਇੰਸਟੀਚਿਊਟ ਜਿਹੜਾ ਹੈਗਾ ਉਹ ਸ਼ਿਮਲਾ ਦੇ ਵਿੱਚ ਹੈ। ਪੋਟੈਟੋ ਰਿਸਰਚ ਇੰਸਟੀਚਿਊਟ ਜਿਹੜਾ ਹੈਗਾ ਉਹ ਸ਼ਿਮਲਾ ਦੇ ਵਿੱਚ ਹੈ। ਬਾਕੀ ਲੀਚੀ ਵਾਸਤੇ ਮੁਜ਼ੱਫਰਪੁਰ ਬਹੁਤ ਫੇਮਸ ਹੈ, ਤਾਂ ਇਹ ਜਿਹੜਾ ਇੰਸਟੀਚਿਊਟ ਹੈਗਾ ਇਹ ਮੁਜ਼ੱਫਰਪੁਰ ਦੇ ਵਿੱਚ ਹੈ। ਮੁਜ਼ੱਫਰਪੁਰ ਕਿੱਥੇ ਹੈ? ਬਿਹਾਰ। ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਇਹ ਤਾਂ ਆਪਣੇ ਪੰਜਾਬ ਦੇ ਲੁਧਿਆਣੇ ਦੇ ਵਿੱਚ ਹੈ, ਠੀਕ ਹੈ ਨਾ, ਲੁਧਿਆਣਾ ਹੈ ਨਾ। ਨੈਸ਼ਨਲ ਬਾਇਓਡਾਇਵਰਸਿਟੀ ਅਥਾਰਟੀ, ਇਹ ਕੋਈ ਇੰਸਟੀਚਿਊਟ ਥੋੜੀ ਹੈਗਾ, ਇਹ ਤਾਂ ਉਹ ਹੈ ਇੱਕ ਸੰਸਥਾ ਹੈ, ਠੀਕ ਹੈ। ਠੀਕ ਹੈ, ਇੰਨਾ ਯਾਦ ਰੱਖੋ। ਨੈਕਸਟ ਆ ਇੱਕ ਬੇਸਿਕਲੀ ਸਟੈਟਿਕ ਜੀਕੇ ਤੋਂ ਕੁਐਸਚਨ ਸੀਗਾ ਇਹ, ਠੀਕ ਹੈ। ਗਲੋਬਲਾਈਜੇਸ਼ਨ ਕੀ ਹੈ? ਇਹ ਇਕਨੋਮਿਕਸ ਤੋਂ ਕੁਐਸਚਨ ਆ ਗਿਆ ਬਈ, ਗਲੋਬਲਾਈਜੇਸ਼ਨ ਕੀ ਹੈ। ਇਹ 4 ਆਪਸ਼ਨ ਤੁਸੀਂ ਪੜੋ, ਬੜੇ ਫਨੀ ਜੇ ਕੁਐਸਚਨ ਇਹਨਾਂ ਨੇ ਪਾਏ ਹੋਏ ਆ। ਇੱਕ ਤਾਂ ਇਹ ਬਹੁਤ ਫਨੀ ਆਪਸ਼ਨ ਹੈ ਕਿ ਟੈਕਟੋਨਿਕ ਪਲੇਟਾਂ ਜਿਹੜੀ ਹੈ ਨਾ, ਉਹਨਾਂ ਦੀ ਬਾਰਡਰ, ਉਹਨਾਂ ਦੇ ਮਤਲਬ ਕਨਵਰਜੈਂਸ ਨੂੰ ਕਿਹਾ ਜਾਂਦਾ ਹੈ, ਕਨਵਰਜੈਂਸ ਆਫ ਡਿਫਰੈਂਸ ਟੈਕਟੋਨਿਕ ਪਲੇਟਸ, ਠੀਕ ਹੈ। ਇਹ ਤਾਂ ਬਿਲਕੁਲ ਮਤਲਬ ਫਨੀ ਆਪਸ਼ਨ ਸੀਗਾ ਇਹਨਾਂ ਦਾ। ਚਲੋ ਛੱਡੋ ਇਹਨੂੰ, ਆਨਸਰ ਦੇ ਉੱਤੇ ਆ ਜਾਓ। ਇਹ ਹੈਗਾ ਆਨਸਰ ਇਹਦਾ ਬਈ, ਗਲੋਬਲਾਈਜੇਸ਼ਨ ਦਾ ਅਲੋਇੰਗ ਫ੍ਰੀ ਮੂਵਮੈਂਟ ਆਫ ਇਕਨੋਮਿਕ ਐਲੀਮੈਂਟਸ ਅਮੰਗ ਡਿਫਰੈਂਟ ਸੋਸਾਇਟੀਜ਼। ਇਹ ਇਹਦਾ ਰਾਈਟ ਆਨਸਰ ਹੈ, ਯਾਨੀ ਵੱਖ-ਵੱਖ ਸਭਾਵਾਂ ਵਿੱਚ
ਵੱਖ-ਵੱਖ ਸੁਸਾਇਟੀਆਂ ਦੇ ਵਿੱਚ ਆਰਥਿਕ ਤੱਤਾਂ ਨੂੰ ਲੈ ਕੇ ਮੁਕਤ ਆਵਾਜਾਈ ਦੀ ਆਗਿਆ, ਮਤਲਬ ਪੂਰੀ ਆਜ਼ਾਦੀ ਹੈ ਆਰਥਿਕ ਤੱਤਾਂ ਦੀ, ਠੀਕ ਹੈ ਨਾ, ਇਕਨੋਮਿਕ ਐਲੀਮੈਂਟਸ ਦੀ। ਬਾਕੀ ਤਾਂ ਹੋਰ ਕੋਈ ਫਿੱਟ ਬੈਠਦਾ ਨਹੀਂ। ਇਹ ਕਹਿੰਦੇ ਵੀ ਚੁਣਿੰਦਾ ਦੇਸ਼ ਕਿੱਦਾਂ ਹੋ ਗਏ, ਫਿਰ ਗਲੋਬਲਾਈਜੇਸ਼ਨ ਕੀ ਹੋ ਗਿਆ ਜੇ ਪਾਵਰ ਹੀ ਚੁਣਿੰਦਾ ਦੇਸ਼ਾਂ ਕੋਲ ਹੈ, ਠੀਕ ਹੈ ਨਾ। ਤਾਂ ਇਹ ਬਿਲਕੁਲ ਇਹਦਾ ਰਾਈਟ ਆਂਸਰ ਸੀ ਸੀਗਾ, ਬਸ ਇਹ ਇਕਨੋਮੀ ਤੋਂ ਕੁਐਸਚਨ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆ ਜਾਓ, ਆਰਟ ਐਂਡ ਕਲਚਰ ਤੋਂ ਇੱਕ ਹੋਰ ਕੁਐਸਚਨ ਹੈਗਾ ਬਈ, ਹੇਠਾਂ ਦਿੱਤੇ ਰਾਜਾਂ ਵਿੱਚੋਂ ਕਿਹੜਾ ਸੰਬਲਪੁਰੀ ਸਾੜੀ ਲਈ ਪ੍ਰਸਿੱਧ ਹੈ। ਆਰਟ ਐਂਡ ਕਲਚਰ ਹੀ ਆਪਾਂ ਇਹਨੂੰ ਕਹਾਂਗੇ, ਠੀਕ ਹੈ। ਸਟੈਟਿਕ ਜੀਕੇ ਦੇ ਵਿੱਚ ਹੀ ਇਹ ਕਵਰ ਹੋ ਜਾਊਗਾ। ਮੈਂ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਕਰਾਉਂ ਜਿਹਦੇ ਚ ਕਿਹੜੀ ਸਟੇਟ ਕਿਹੜੀ ਚੀਜ਼ਾਂ ਵਾਸਤੇ ਫੇਮਸ ਹੈ ਹਨਾ, ਜਿਵੇਂ ਫੁਲਕਾਰੀ ਪੰਜਾਬ ਹਨਾ, ਇਦਾਂ ਕਰਕੇ ਚਿਕਨ ਕਰੀ ਕਿੱਥੋਂ ਦੀ ਹੈ, ਯੂਪੀ ਦੀ ਹੈਗੀ ਆ, ਇਦਾਂ ਕਰਕੇ, ਠੀਕ ਹੈ। ਤਾਂ ਸੰਬਲਪੁਰੀ ਕਿੱਥੋਂ ਦੀ ਫੇਮਸ ਹੈ ਸਾੜੀ, ਉੜੀਸਾ। ਓਕੇ, ਇੱਕ ਮਿੰਟ, ਓਕੇ ਜੀ। ਸੰਬਲਪੁਰੀ ਸਾੜੀ ਕਿੱਥੋਂ ਦੀ ਫੇਮਸ ਹੈ, ਉੜੀਸਾ ਦੀ ਫੇਮਸ ਹੈ, ਕਿਉਂਕਿ ਸੰਬਲਪੁਰ ਜ਼ਿਲ੍ਹਾ ਕਿੱਥੇ ਹੈ, ਉੜੀਸਾ ਦੇ ਵਿੱਚ ਹੈ। ਤੇ ਸੰਬਲਪੁਰ ਦੇ ਵਿੱਚ ਤੁਹਾਨੂੰ ਪਤਾ ਹੈ ਬਈ, ਸੰਬਲਪੁਰ ਦੇ ਵਿੱਚ ਇੰਡੀਆ ਦਾ ਸਭ ਤੋਂ ਲੰਬਾ ਡੈਮ ਹੈ ਮਹਾਨਦੀ ਦੇ ਉੱਤੇ ਹਨਾ। ਨੈਕਸਟ ਆ ਜਾਓ, ਹਾਂਜੀ, ਐਡਵੋਕੇਟ ਐਕਟ 1961 ਅਧੀਨ ਐਡਵੋਕੇਟ ਵਜੋਂ ਨਾਮਜ਼ਦ ਨਾ ਹੋਣ ਵਾਲੇ ਵਿਅਕਤੀ ਨੂੰ ਡੈਸ਼ ਤਹਿਤ ਕਿਸੇ ਵਿਸ਼ੇਸ਼ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਤਾਂ ਇਹ ਕੁਐਸਚਨ ਸੀਗਾ ਬਈ, ਇਹ ਪੋਲਿਟੀ ਦਾ ਤਾਂ ਆਪਾਂ ਕਹਿ ਨਹੀਂ ਸਕਦੇ, ਇਹ ਐਕਟਾਂ ਦੇ ਉੱਤੇ ਕੁਐਸਚਨ ਹੈ ਇੱਕ, ਠੀਕ ਹੈ। ਤਾਂ ਅਜਿਹੇ ਅਜੀਬੋ ਗਰੀਬ ਕੁਐਸਚਨ ਜਿਹੜੇ ਆਪਣੇ ਸਟੂਡੈਂਟਸ ਨੂੰ ਆਈਡੀਆ ਹੀ ਨਹੀਂ ਲੱਗਿਆ ਕਿ ਅਜਿਹੇ ਕੁਐਸਚਨ ਵੀ ਪੁੱਛੇ ਜਾ ਸਕਦੇ ਆ, ਉਹਨਾਂ ਦੇ ਉੱਤੇ ਵੀ ਕੁਐਸਚਨ ਆ ਗਿਆ। ਇਹਦਾ ਆਨਸਰ ਕੀ ਹੈ, ਇਹਦਾ ਆਨਸਰ ਹੈਗਾ ਬਈ ਆਰਟੀਕਲ, ਯਾਨੀ ਧਾਰਾ ਜਿਹੜੀ ਸੈਕਸ਼ਨ 32 ਦੀ ਗੱਲ ਹੋ ਰਹੀ ਹੈ, ਠੀਕ ਹੈ। ਸੈਕਸ਼ਨ 32 ਦੀ ਗੱਲ ਹੋ ਰਹੀ ਹੈ ਇੱਥੇ, ਠੀਕ ਹੈ। ਇਹ ਅਜਿਹੇ ਟੌਪਿਕ ਜਿਹੜੇ ਹੈਗੇ ਨਾ, ਐਡਵੋਕੇਟ ਐਕਟ ਹਨਾ, ਐਡਵੋਕੇਟ ਐਕਟ ਦੇ ਉੱਤੇ ਇੱਕ ਹੋਰ ਕੁਐਸਚਨ ਵੀ ਆਇਆ ਸੀ। ਤਾਂ ਮੈਂ ਸੋਚ ਰਿਹਾ ਕਿ ਇਹ ਤੁਹਾਨੂੰ ਇੱਕ ਅਲੱਗ ਵੀਡੀਓ ਦੇ ਵਿੱਚ ਕਰਾਉਂ, ਐਡਵੋਕੇਟ ਐਕਟ ਵਗੈਰਾ ਜਾਂ ਫਿਰ ਆਈਪੀਸੀ ਸੈਕਸ਼ਨ ਵਗੈਰਾ ਜਿਹੜੇ ਹੈਗੇ ਆ, ਠੀਕ ਹੈ, ਉਹਨਾਂ ਦੀ ਮੈਂ ਵੀਡੀਓ ਵੀ ਕਰਾ ਦੂੰਗਾ ਸਬ ਇੰਸਪੈਕਟਰ ਦੇ ਪੇਪਰ ਤੋਂ ਪਹਿਲਾਂ, ਤਾਂ ਟੈਨਸ਼ਨ ਫਰੀ ਰਹੋ ਵੀ ਤੁਸੀਂ, ਠੀਕ ਹੈ। ਨੈਕਸਟ ਹੈ ਜੀ, ਪੰਜਾਬ ਜੀਕੇ ਤੋਂ ਇੱਕ ਹੋਰ ਕੁਐਸਚਨ ਹੈ, ਦਿਲਰੂਬਾ ਨਾਮ ਦਾ ਜਿਹੜਾ ਯੰਤਰ ਹੈ, ਸਾਜ਼ ਹੈ ਹਨਾ, ਉਹ ਕਿਨੇ ਖੋਜਿਆ ਸੀ। ਤਾਂ ਬਿਲਕੁਲ ਬੇਸਿਕ ਸਿੰਪਲ ਜਿਹਾ ਕੁਐਸਚਨ ਹੈ, ਸ੍ਰੀ ਗੁਰੂ ਗੋਬਿੰਦ ਜੀ ਹਨਾ। ਨੈਕਸਟ ਆ ਜਾਓ, ਬਿਲਕੁਲ ਸਿੰਪਲ ਹੈ ਤਾਂ। ਨੈਕਸਟ ਆ ਜਾਓ ਬਈ, ਭਾਰਤੀ ਸੰਵਿਧਾਨ ਲਿਓ ਜੀ, ਆਰਟੀਕਲ ਤੋਂ ਇੱਕ ਹੋਰ ਕੁਐਸਚਨ ਹੈ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਹਿੰਦਾ ਹੈ ਕਿ ਰਾਸ਼ਟਰਪਤੀ ਦੀ ਮਦਦ ਤੇ ਸਲਾਹ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ। ਬਹੁਤ ਸੌਖਾ, ਬਹੁਤ ਈਜ਼ੀ ਕੁਐਸਚਨ ਹੈ, ਆਰਟੀਕਲ 74(1), ਠੀਕ ਹੈ। ਆਰਟੀਕਲ 74(1), ਬੇਸਿਕਲੀ ਆਰਟੀਕਲ 74 ਦੇ ਵਿੱਚ ਕੀ ਲਿਖਿਆ ਹੋਇਆ ਕਿ ਪ੍ਰਧਾਨ ਮੰਤਰੀ ਛੱਡੋ, ਆਰਟੀਕਲ 74 ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਆਪਣਾ ਰਾਸ਼ਟਰਪਤੀ ਹੈ ਨਾ, ਉਹ ਵਿਚਾਰਾ ਬਹੁਤ ਸ਼ਰੀਫ ਹੈ, ਬਹੁਤ ਭੋਲਾ, ਉਹਨੂੰ ਕੁਝ ਨਹੀਂ ਪਤਾ। ਉਹਨੂੰ ਉਹਦੇ ਕੰਮਾਂ ਦੀ ਸਲਾਹ ਦੇਣ ਦੇ ਲਈ, ਰਾਸ਼ਟਰਪਤੀ ਨੂੰ ਆਪਣੇ ਕੰਮਾਂ ਦੀ ਸਲਾਹ ਦੇਣ ਦੇ ਲਈ ਕੌਣ ਹੋਊਗਾ, ਇੱਕ ਮੰਤਰੀ ਪਰਿਸ਼ਦ ਹੋਊਗੀ, ਤੇ ਉਸ ਮੰਤਰੀ ਪਰਿਸ਼ਦ ਦਾ ਪ੍ਰਧਾਨ ਜਿਹੜਾ ਹੋਊਗਾ ਉਹ ਪ੍ਰਧਾਨ ਮੰਤਰੀ ਹੋਊਗਾ, ਠੀਕ ਹੈ ਨਾ। ਤਾਂ ਇਹ ਆਰਟੀਕਲ 74 ਦੇ ਵਿੱਚ ਲਿਖਿਆ ਹੋਇਆ, ਯਾਨੀ ਕਿ ਇਹ ਆਰਟੀਕਲ 74 ਰਾਸ਼ਟਰਪਤੀ ਨੂੰ ਕੀ ਕਰ ਦਿੰਦਾ ਹੈ, ਜ਼ੀਰੋ ਕਰ ਦਿੰਦਾ, ਜ਼ੀਰੋ, ਕਿਉਂਕਿ ਰਾਸ਼ਟਰਪਤੀ ਕੋਲ ਜਿੰਨੀ ਪਾਵਰ ਸੀਗੀ ਉਹ ਸਾਰੀ ਇਸ ਆਰਟੀਕਲ ਕਰਕੇ ਖਤਮ ਹੋ ਜਾਂਦੀ ਹੈ। ਕਿਉਂਕਿ ਇਸ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਕਿ ਰਾਸ਼ਟਰਪਤੀ ਨੂੰ ਉਹਦੇ ਹੀ ਕੰਮਾਂ ਦੀ ਸਲਾਹ ਦੇਣ ਦੇ ਲਈ, ਸਹਾਇਤਾ ਦੇਣ ਦੇ ਲਈ ਕੌਣ ਹੋਊਗਾ, ਇੱਕ ਮੰਤਰੀ ਪਰਿਸ਼ਦ ਹੋਊਗੀ, ਇੱਕ ਪੂਰੀ ਦੀ ਪੂਰੀ ਟੀਮ ਹੋਊਗੀ, ਕੈਬਨਿਟ ਹੋਊਗੀ, ਤੇ ਉਸ ਕੈਬਨਿਟ ਦਾ ਪ੍ਰਧਾਨ ਹੋਊਗਾ ਪ੍ਰਧਾਨ ਮੰਤਰੀ, ਯਾਨੀ ਜੋ ਪ੍ਰਧਾਨ ਮੰਤਰੀ ਕਹੂਗਾ ਉਹੀ ਰਾਸ਼ਟਰਪਤੀ ਨੂੰ ਕਰਨਾ ਪੈਣਾ ਹੈ। ਇਹ ਆਰਟੀਕਲ ਇੱਥੇ ਪਹਿਲੀ ਵਾਰ ਪ੍ਰਧਾਨ ਮੰਤਰੀ ਮਿਲਦਾ, ਇੱਥੇ ਹੀ ਪਹਿਲੀ ਵਾਰ ਮੰਤਰੀ ਪਰਿਸ਼ਦ ਮਿਲਦਾ। ਜੇ ਤੁਹਾਨੂੰ ਡਾਇਰੈਕਟ ਕੁਐਸਚਨ ਆ ਜਾਏ ਕਿ ਪ੍ਰਧਾਨ ਮੰਤਰੀ ਕਿਹੜੇ ਆਰਟੀਕਲ ਦੇ ਵਿੱਚ ਹੈ, ਤਾਂ ਆਰਟੀਕਲ 74, ਮੰਤਰੀ ਪਰਿਸ਼ਦ ਕੈਬਨਿਟ ਮੰਤਰੀ ਮੰਡਲ ਕਿਹੜੇ ਆਰਟੀਕਲ ਦੇ ਵਿੱਚ ਹੈ, ਤਾਂ ਆਰਟੀਕਲ 74। ਓਕੇ, ਯਾਦ ਰੱਖਣਾ ਹੈ ਬਾਈ। ਨੈਕਸਟ ਹੈ ਜੀ, ਹੇਠਾਂ ਦਿੱਤਿਆਂ ਵਿੱਚੋਂ ਅਬਦੁਲ ਕਲਾਮ ਦੀ ਸਵੈ ਜੀਵਨੀ ਕਿਹੜੀ ਹੈ। ਤਾਂ ਬੁੱਕਸ ਦੇ ਉੱਤੇ ਦੂਜਾ ਕੁਐਸਚਨ ਹੈ, ਇਸ ਤੋਂ ਪਹਿਲਾਂ ਵੀ ਕੁਐਸਚਨ ਬੁੱਕ ਦੇ ਉੱਤੇ ਆ ਚੁੱਕਿਆ, ਤਾਂ ਬੁੱਕਾਂ ਨੂੰ ਧਿਆਨ ਦੇ ਨਾਲ ਕਵਰ ਕਰਨਾ ਹੈ। ਹੇਠਾਂ ਦਿੱਤਿਆਂ ਵਿੱਚੋਂ ਅਬਦੁਲ ਕਲਾਮ ਦੀ ਸਵੈ ਜੀਵਨੀ ਕਿਹੜੀ ਹੈ, ਤਾਂ ਇਹ 4 ਬੁੱਕਾਂ ਲਿਖੀਆਂ ਹੋਈਆਂ ਵੀ, ਡ੍ਰੀਮਸ ਫਰੋਮ ਮਾਈ ਫਾਦਰ ਬਰਾਕ ਓਬਾਮਾ ਦੀ ਬੁੱਕ ਹੈ, ਬਰਾਕ ਓਬਾਮਾ ਐਕਸ ਪ੍ਰੈਜ਼ੀਡੈਂਟ ਆਫ USA, ਮਾਈ ਐਕਸਪੈਰੀਮੈਂਟਸ ਵਿਦ ਟਰੂਥ ਮਹਾਤਮਾ ਗਾਂਧੀ, ਏ ਲੌਂਗ ਵਾਕ ਟੂ ਫਰੀडम ਨੈਲਸਨ ਮੰਡੇਲਾ, ਨੈਲਸਨ ਮੰਡੇਲਾ ਪਤਾ ਨਾ ਤੁਹਾਨੂੰ, ਸਾਊਥ ਅਫਰੀਕਾ ਦਾ ਰਾਸ਼ਟਰਪਿਤਾ ਇਹਨੂੰ ਕਿਹਾ ਜਾਂਦਾ ਹੈ। ਵਿੰਗਸ ਆਫ ਫਾਇਰ, ਇਹ ਬੁੱਕ ਇਹਨਾਂ ਦੀ ਲਿਖੀ ਹੋਈ ਹੈ। ਬੁੱਕਸ ਵਾਲੀ ਵੀਡੀਓ ਵੀ ਮੈਂ ਅਲੱਗ ਤੋਂ ਲੈ ਕੇ ਆਉਂ, ਟੈਨਸ਼ਨ ਫਰੀ ਰਹੋ, ਠੀਕ ਹੈ। ਜਿਹੜੇ ਟੌਪਿਕਾਂ ਦੇ ਕੁਐਸਚਨ ਆਏ ਹੋਏ ਨਾ, ਕੱਲਾ ਟੌਪਿਕ ਕਰਾ ਕੇ ਜਾਊਂਗਾ ਪੇਪਰ ਤੋਂ ਪਹਿਲਾਂ, ਟੈਨਸ਼ਨ ਫਰੀ ਰਹੋ। ਨੈਕਸਟ ਹੈ ਜੀ, ਲਿਓ ਕੁਐਸਚਨ ਕੀ ਹੈ,
ਦੇਖੋ ਇਹ ਜਿਹੜੇ ਐਡਵੋਕੇਟ ਵਗੈਰਾ ਦੇ ਸੀਗੇ ਐਕਟ ਵਗੈਰਾ, ਉਹਨਾਂ ਦੇ ਉੱਤੇ ਇੱਕ ਹੋਰ ਕੁਐਸਚਨ ਆਇਆ ਹੋਇਆ ਕਿ ਰਾਜ ਬਾਰ ਕੌਂਸਲ ਦੀ ਅਨੁਸ਼ਾਸਨ ਕਮੇਟੀ ਸੰਬੰਧਿਤ ਐਡਵੋਕੇਟ ਤੇ ਐਡਵੋਕੇਟ ਜਨਰਲ ਨੂੰ ਸੁਣਵਾਈ ਦਾ ਮੌਕਾ ਦੇਣ ਤੋਂ ਬਾਅਦ ਉਹ ਜੋ ਵੀ ਹੁਕਮ ਦਿੰਦੀ ਹੈ, ਮਤਲਬ ਕੋਈ ਵੀ ਹੁਕਮ ਦੇ ਸਕਦੀ ਹੈ ਸਿਵਾਏ ਇਸ ਦੇ, ਮਤਲਬ ਇਹ 4 ਹੁਕਮ ਦੱਸੇ ਹੋਏ, ਇਹਨਾਂ ਵਿੱਚੋਂ ਕਿਹੜਾ ਕੰਮ ਬਾਰ ਕਾਉਂਸਲ ਹੈ ਜਿਹੜੀ ਨਹੀਂ ਕਰ ਸਕਦੀ। ਮਤਲਬ ਬਾਰ ਕਾਉਂਸਲ ਹੁੰਦੀ ਹੈ ਜਿਹੜੀ ਐਡਵੋਕੇਟਸ ਨੂੰ ਲਾਇਸੈਂਸ ਵਗੈਰਾ ਇਸ਼ੂ ਕਰਦੀ ਹੈ, ਤਾਂ ਜਦੋਂ ਕੋਈ ਕੇਸ ਵਗੈਰਾ ਚੱਲਦਾ ਤਾਂ ਉਹ ਆਰਡਰ ਦੇ ਸਕਦੀ ਹੈ। ਕੋਈ ਕੇਸ ਕੋਈ ਐਡਵੋਕੇਟਸ ਦਾ ਕੋਈ ਕੇਸ ਹੋ ਗਿਆ ਹੈ ਨਾ, ਸੁਣਵਾਈ ਹੋ ਰਹੀ ਹੈ, ਤਾਂ ਉਹ ਸਾਰੇ ਹੁਕਮ ਦੇ ਸਕਦੀ ਹੈ, ਬਸ ਇਸ ਹੁਕਮ ਤੋਂ ਇਲਾਵਾ। ਤਾਂ ਕਹਿਣ ਦਾ ਮਤਲਬ ਹੈ ਵੀ ਇਹਦਾ ਰਾਈਟ ਆਨਸਰ ਫਿਰ ਇੱਥੇ ਹੋਊਗਾ ਏ, ਕਿਉਂਕਿ ਉਹ ਉਸਦੇ ਨਾਮ ਨੂੰ ਇੱਕ ਬਾਰ ਕਾਉਂਸਲ ਦੀ, ਇੱਕ ਸਟੇਟ ਬਾਰ ਕਾਉਂਸਲ ਤੋਂ ਦੂਜੀ ਸਟੇਟ ਬਾਰ ਕਾਉਂਸਲ ਦੇ ਵਿੱਚ ਟ੍ਰਾਂਸਫਰ ਨਹੀਂ ਕਰ ਸਕਦੀ ਉਸ ਦਾ ਨਾਮ। ਬਾਕੀ ਇਹ ਸਾਰਾ ਕੁਝ ਕਰ ਸਕਦੀ ਹੈ, ਉਹਨੂੰ ਸਜ਼ਾ ਦੇਣੀ ਹੈ ਸਜ਼ਾ ਦੇ ਸਕਦੀ ਹੈ, ਸਸਪੈਂਡ ਕਰ ਸਕਦੀ ਹੈ ਲਾਇਸੈਂਸ ਉਹਦਾ, ਸਭ ਕੁਝ ਕਰ ਸਕਦੀ ਹੈ, ਬਸ ਉਹਦਾ ਨਾਂ ਜਿਹੜਾ ਇੱਕ ਬਾਰ ਕਾਉਂਸਲ ਤੋਂ ਦੂਜੀ ਬਾਰ ਕਾਉਂਸਲ ਦੇ ਵਿੱਚ ਟ੍ਰਾਂਸਫਰ ਨਹੀਂ ਕਰ ਸਕਦੀ। ਤਾਂ ਇਹ ਜਿਹੜੇ ਅਜੀਬੋ-ਗਰੀਬ ਟੌਪਿਕ ਹੈ ਇਹਨਾਂ ਦਾ ਵੀ ਆਪਾਂ ਪ੍ਰਬੰਧ ਕਰਾਂਗੇ ਤੁਹਾਡੇ ਵਾਸਤੇ, ਦਬਣਾ ਨਹੀਂ ਹੈਗਾ, ਬਿਲਕੁਲ ਵੀ ਨਹੀਂ ਦਬਣਾ। ਨੈਕਸਟ ਆ ਜਾਓ ਜੀ, ਸਾਇੰਸ ਤੋਂ ਕੁਐਸਚਨ ਇੱਕ ਹੋਰ ਹੈ, 2 ਕੁਐਸਚਨ ਹੋ ਗਏ ਸਾਇੰਸ ਦੇ, ਠੀਕ ਹੈ, ਇੱਕ ਕੁਐਸਚਨ ਹੋਰ ਅੱਗੇ ਆਊਗਾ, 3 ਕੁਐਸਚਨ ਹੋ ਜਾਣਗੇ। ਦ ਬੈਲੈਂਸ ਬਿਟਵੀਨ ਦੀ એનર્ਜੀ ਡੈਟ ਦੀ ਅਰਥ ਰਿਸੀਵ ਫਰੋਮ ਦਾ ਸਨ, ਜਿਹੜੀ ਸਨ ਤੋਂ ਆਪਾਂ ਨੂੰ એનર્ਜੀ ਆ ਰਹੀ ਹੈ, ਤੇ ਦ એનર્ਜੀ ਇਟ ਰੇਡੀਏਟਸ ਬੈਕ ਇਨਟੂ ਆਊਟਰ ਸਪੇਸ, ਤੇ ਜਿਹੜੀ એનર્ਜੀ ਵਾਪਸ ਜਾ ਰਹੀ ਹੈ, ਠੀਕ ਹੈ, ਉਹਦਾ ਜਿਹੜਾ ਬੈਲੈਂਸ ਹੈ ਉਹਨੂੰ ਆਪਾਂ ਕੀ ਕਹਾਂਗੇ। ਇਹ ਸਾਇੰਸ ਦੇ ਵਿੱਚ ਇਨਵਾਇਰਨਮੈਂਟ ਤੋਂ ਕੁਐਸਚਨ ਸੀਗਾ, ਯਾਨੀ ਇਨਵਾਇਰਨਮੈਂਟ ਤੋਂ ਵੀ ਇੱਕ ਕੁਐਸਚਨ ਇਹ ਆਇਆ ਹੋਇਆ ਹੈ, ਠੀਕ ਹੈ, ਠੀਕ ਹੈ ਜੀ। ਤਾਂ ਉਹਨੂੰ ਆਪਾਂ ਕਹਿੰਦੇ ਆ ਬਈ ਅਰਥ ਦਾ એનર્ਜੀ ਬਜਟ ਜਾਂ ਫਿਰ એનર્ਜੀ ਬੈਲੈਂਸ। ਕਈ ਵਾਰ ਇਸ ਥਾਂ ਦੀ ਇਸ ਵਰਡ ਦੀ ਥਾਂ ਤੁਸੀਂ એનર્ਜੀ ਬੈਲੈਂਸ ਵਰਡ ਵੀ ਦੇਖੋਗੇ, એનર્ਜੀ ਬੈਲੈਂਸ, ਠੀਕ ਹੈ। એનર્ਜੀ ਬੈਲੈਂਸ ਜਾਂ એનર્ਜੀ ਬਜਟ ਹੈ ਕੀ ਹੈ, ਜਿਹੜੀ એનર્ਜੀ ਸੂਰਜ ਤੋਂ ਆਈ ਹੈ, ਕੁਝ એનર્ਜੀ ਇੱਥੇ ਹੀ ਰਹਿ ਜਾਂਦੀ ਹੈ, ਕੁਝ એનર્ਜੀ ਵਾਪਸ ਚਲੀ ਜਾਂਦੀ ਹੈ, ਤੇ ਉਹਦੇ ਵਿਚਕਾਰ ਜੋ ਸੰਤੁਲਨ ਹੈ, ਬੈਲੈਂਸ ਹੈ, ਉਸੇ ਨੂੰ ਕਿਹਾ ਜਾਂਦਾ ਹੈ ਅਰਥ ਦਾ એનર્ਜੀ ਬਜਟ, એનર્ਜੀ ਬੈਲੈਂਸ। ਇਨਵਾਇਰਨਮੈਂਟ ਤੋਂ ਇਹ ਕੁਐਸਚਨ ਸੀਗਾ ਬਾਈ ਮੇਰੇ। ਨੈਕਸਟ ਆ ਜਾਓ, ਕਰੰਟ ਅਫੇਅਰ ਤੋਂ ਇੱਕ ਹੋਰ ਕੁਐਸਚਨ ਹੈ। ਵਰਲਡ ਬੈਂਕ ਨੇ ਇੱਕ ਲੋਨ ਦਿਆ ਸੀ, ਨਮਾਮੀ ਗੰਗੇ ਪ੍ਰੋਜੈਕਟ ਚੱਲਦਾ ਹੈ, ਗੰਗਾ ਨੂੰ ਸਾਫ਼ ਕਰਨ ਵਾਲਾ, ਹਨਾ, ਉਹਦੇ ਵਾਸਤੇ ਕਿੰਨੇ ਪੈਸੇ ਦਾ ਇਹ ਲੋਨ ਸੀ, ਇਹ 400 ਮਿਲੀਅਨ ਹੈ ਬਈ। ਤਾਂ ਵਰਲਡ ਬੈਂਕ ਜਾਂ ਫਿਰ ਏਸ਼ੀਅਨ ਡਿਵੈਲਪਮੈਂਟ ਬੈਂਕ ਜਾਂ IMF ਇੰਟਰਨੈਸ਼ਨਲ ਮੋਨੇਟਰੀ ਫੰਡ, ਇਦਾਂ ਕਰਕੇ ਬਹੁਤ ਸਾਰੇ ਬੈਂਕ ਹੈਗੇ ਆ ਬਈ। ਏਸ਼ੀਅਨ ਡਿਵੈਲਪਮੈਂਟ ਬੈਂਕ ਹੋ ਗਿਆ, ਏਸ਼ੀਅਨ ਇਨਫਰਾਸਟ੍ਰਕਚਰ ਬੈਂਕ ਹੋ ਗਿਆ, ਵਰਲਡ ਬੈਂਕ ਹੋ ਗਿਆ, IMF ਹੋ ਗਿਆ। ਇਹ 4 ਮੇਨ ਬੈਂਕ ਯਾਦ ਰੱਖਣੇ ਆ, ਮੈਂ ਦੁਬਾਰੇ ਬੋਲਦਾ, ਵਰਲਡ ਬੈਂਕ, IMF ਇੰਟਰਨੈਸ਼ਨਲ ਮੋਨੇਟਰੀ ਫੰਡ, ਏਸ਼ੀਅਨ ਡਿਵੈਲਪਮੈਂਟ ਬੈਂਕ ADB, ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ, ਹਨਾ। ਇਹ ਬੈਂਕ ਜੇ ਕਿਸੇ ਨੂੰ ਲੋਨ ਦੇ ਰਹੇ ਆ ਨਾ ਇੰਡੀਆ ਦੇ ਵਿੱਚ ਕਿਸੇ ਪ੍ਰੋਜੈਕਟ ਵਾਸਤੇ, ਕਿਸੇ ਸਟੇਟ ਨੂੰ ਵੀ ਦੇ ਰਹੇ ਆ, ਯਾਦ ਰੱਖਣਾ ਬਣਦਾ, ਡਾਇਰੈਕਟ ਕੁਐਸਚਨ ਆ ਜਾਂਦਾ ਹੈ। ਤੇ ਇਹ ਦੇਖ ਲਓ, ਇਹ ਤਾਂ ਪੈਸੇ ਦੇ ਉੱਤੇ ਹੀ ਪੁੱਛ ਲਿਆ ਕਿ ਕਿੰਨੇ ਪੈਸੇ ਦੇ ਰਹੇ ਆ। ਕਈ ਵਾਰ ਇਹ ਪੁੱਛਦੇ ਆ ਕਿ ਇਸ ਕੰਮ ਵਾਸਤੇ ਲੋਨ ਦਿਆ ਕਿਹੜੀ ਸਟੇਟ ਨੂੰ ਦਿਆ, ਜਾਂ ਇਸ ਸਟੇਟ ਨੂੰ ਲੋਨ ਦਿਆ ਕਿਹੜੇ ਕੰਮ ਵਾਸਤੇ ਦਿਆ। ਇਹ ਤਾਂ ਕਾਮਨ ਕੁਐਸਚਨ ਹੈ, ਕਈ ਵਾਰ ਇਹ ਪੈਸੇ ਦੇ ਵੀ ਪੁੱਛ ਲੈਂਦੇ ਆ। ਜੇ ਕੋਈ ਵੱਡੇ ਪ੍ਰੋਜੈਕਟ ਵਾਸਤੇ ਹੈ ਨਾ, ਸੈਂਟਰ ਗਵਰਨਮੈਂਟ ਨੂੰ ਲੋਨ ਮਿਲਦਾ ਜਾਂ ਆਪਣੇ ਪੰਜਾਬ ਨੂੰ ਲੋਨ ਮਿਲਦਾ, ਤਾਂ ਆਪਾਂ ਪੈਸਾ ਜਿਹੜੀ ਮੋਨੇਟਰੀ ਗ੍ਰਾਂਟ ਆਈ ਹੈ ਉਹ ਵੀ ਯਾਦ ਰੱਖਣੀ, ਜਿਹੜਾ ਲੋਨ ਆਇਆ, ਹਨਾ। ਓਕੇ ਜੀ, ਨੈਕਸਟ ਜੀ, which has been what has been introduced in other to lessen the burden of the Supreme Court। ਅੱਛਾ, ਕੁਝ ਮਿਸਟੇਕ ਹੈ ਹਨਾ ਇੰਗਲਿਸ਼ ਦੇ ਵਿੱਚ, ਪੰਜਾਬੀ ਚ ਦੇਖੋ, ਸਰਵੋੱਚ ਅਦਾਲਤ ਉੱਤੇ ਬੋਝ ਘੱਟ ਕਰਨ ਲਈ ਕੀ ਪੇਸ਼ ਕੀਤਾ ਗਿਆ। ਪੋਲਿਟੀ ਤੇ ਇੱਕ ਹੋਰ ਕੁਐਸਚਨ ਹੈ, ਸੁਪਰੀਮ ਕੋਰਟ ਤੋਂ ਬੋਝ ਘਟਾਉਣ ਦੇ ਲਈ ਕੀ ਬਣਾਇਆ ਗਿਆ ਸੀ। ਹਿਊਮਨ ਰਾਈਟ ਕਮਿਸ਼ਨ ਹੈ ਜਿਹੜਾ ਬਣਾਇਆ ਗਿਆ ਸੀ, ਹਿਊਮਨ ਰਾਈਟ ਕਮਿਸ਼ਨ ਨੂੰ ਬਣਾਇਆ ਗਿਆ ਸੀ ਬੋਝ ਘਟਾਉਣ, ਮਤਲਬ ਵਜਨ ਘਟਾਉਣ ਦੇ ਲਈ। ਇਹ ਇੱਕ ਤਰ੍ਹਾਂ ਦੀ ਸਟੈਟੂਟਰੀ ਬੋਡੀ ਹੈ। ਕੀ ਹੈ? ਸਟੈਟੂਟਰੀ ਬੋਡੀ, STATUTORY, ਸਟੈਟੂਟਰੀ ਬੋਡੀ। ਸਟੈਟੂਟਰੀ ਬੋਡੀ ਕਿਹੜੀ ਹੁੰਦੀ ਹੈ? ਸਟੈਟੂਟਰੀ ਬੋਡੀ ਤੁਹਾਨੂੰ ਪਤਾ ਹੈ ਨਾ, ਜਿਹੜੀ ਪਾਰਲੀਮੈਂਟ ਦੁਆਰਾ ਐਕਟ ਪਾਸ ਕਰਕੇ ਬਣਾਈ ਜਾਂਦੀ ਹੈ, ਉਹ ਸਟੈਟੂਟਰੀ ਬੋਡੀ ਹੁੰਦੀ ਹੈ। ਤੇ ਐਗਜ਼ੀਕਿਊਟਿਵ ਬੋਡੀ ਕਿਹੜੀ ਹੁੰਦੀ ਹੈ? ਐਗਜ਼ੀਕਿਊਟਿਵ ਬੋਡੀ ਐਜੂਕੇਟਿਵ ਹੁੰਦੀ ਹੈ, ਜਿਹੜੀ ਗਵਰਨਮੈਂਟ ਨੇ ਕਹਿਤਾ, ਐਗਜ਼ੀਕਿਊਟਿਵ ਦੇ ਐਕਸ਼ਨ ਨਾਲ, ਐਗਜ਼ੀਕਿਊਟਿਵ ਦੇ ਕਹਿਣ ਨਾਲ ਬਣਾਤੀ, ਬਸ ਕੋਈ ਐਕਟ ਵਗੈਰਾ ਨਹੀਂ ਪਾਸ ਕਰਿਆ, ਪਾਰਲੀਮੈਂਟ ਤੋਂ ਨਹੀਂ ਪੁੱਛਿਆ, ਰਾਸ਼ਟਰਪਤੀ ਦੇ ਸਾਈਨ ਨਹੀਂ ਹੋਏ, ਗਵਰਨਮੈਂਟ ਨੇ ਕਹਿਤਾ ਤਾਂ ਬਣਾਤੀ, ਠੀਕ ਹੈ। ਤਾਂ ਸਟੈਟੂਟਰੀ ਬੋਡੀ ਤੇ ਐਗਜ਼ੀਕਿਊਟਿਵ ਬੋਡੀ ਦੇ ਵਿੱਚ ਫਰਕ ਹੁੰਦਾ ਹੈ। ਹਿਊਮਨ ਰਾਈਟ ਕਮਿਸ਼ਨ ਬਣਾਇਆ ਗਿਆ ਸੀ 12 ਅਕਤੂਬਰ 1993 ਨੂੰ, ਯਾਦ ਰੱਖ ਲੈਣਾ, ਹੈੱਡਕੁਆਟਰ ਦਿੱਲੀ ਦੇ ਵਿੱਚ ਹੈ। ਨੈਕਸਟ ਹੈ ਜੀ, ਲਿਓ ਕਰੰਟ ਅਫੇਅਰ ਤੋਂ ਕੁਐਸਚਨ ਸੀਗਾ ਬਈ, ਕਰੰਟ ਅਫੇਅਰ ਅੰਡਰ ਸੈਕਸ਼ਨ 378O ਦੀ ਕੰਪਨੀ ਅਮੈਂਡਮੈਂਟ ਐਕਟ 2020 ਐਵਰੀ ਪ੍ਰੋਡਿਊਸਰ ਕੰਪਨੀ ਸ਼ੈਲ ਹੈਵ ਐਟ ਲੀਸਟ 5 ਐਂਡ ਨੋਟ ਮੋਰ ਦੈਨ ਡੈਸ ਡਾਇਰੈਕਟਰਸ। ਤਾਂ ਕੰਪਨੀ ਐਕਟ ਜਿਹੜਾ ਸੀਗਾ ਉਹਦੇ ਚ ਕੁਝ ਚੇਂਜ ਕਰਿਆ ਸੀ ਗਵਰਨਮੈਂਟ ਨੇ। ਕੰਪਨੀ ਐਕਟ ਦੇ ਵਿੱਚ ਚੇਂਜ, ਅਮੈਂਡਮੈਂਟ ਐਕਟ ਆਇਆ ਨਾ 2020 ਦੇ ਵਿੱਚ, ਤਾਂ ਇੱਕ
ਕਰੰਟ ਦਾ ਹੋ ਗਿਆ ਕੁਐਸਚਨ। ਕਿਹੜਾ ਸੈਕਸ਼ਨ ਹੈ? ਸੈਕਸ਼ਨ 378 ਉਹ ਇਹਦੇ ਚ ਲਿਖਿਆ ਹੈ ਕਿ ਹਰ ਇੱਕ ਜਿਹੜੀ ਵੀ ਪ੍ਰੋਡਿਊਸਰ ਕੰਪਨੀ ਹੈਗੀ ਹੈ ਉਹਦੇ ਡਾਇਰੈਕਟਰ ਕਿੰਨੇ ਹੋ ਸਕਦੇ ਆ, ਘੱਟ ਤੋਂ ਘੱਟ ਵੀ ਤੇ ਵੱਧ ਤੋਂ ਵੱਧ ਵੀ। ਤਾਂ ਘੱਟ ਤੋਂ ਘੱਟ ਹੋ ਸਕਦੇ ਆ ਬਾਈ 5 ਤੇ ਵੱਧ ਤੋਂ ਵੱਧ ਹੋ ਸਕਦੇ ਆ 15। ਇਹ ਯਾਦ ਰੱਖ ਸਕਦੇ ਹੋ, ਕਰੰਟ ਦਾ ਬੇਸਿਕ ਕੁਐਸਚਨ ਸੀਗਾ, ਬਟ ਇਹ ਹੁਣ ਇਹ ਇੱਕ ਤਰ੍ਹਾਂ ਨਾਲ ਸਟੈਟਿਕ ਦਾ ਕੁਐਸਚਨ ਹੋ ਗਿਆ ਕਿ ਕੋਈ ਵੀ ਪ੍ਰੋਡਿਊਸਰ ਕੰਪਨੀ ਜਿਹੜੀ ਹੈਗੀ ਆ, ਉਤਪਾਦਕ ਕੰਪਨੀ, ਉਹਦੇ ਘੱਟ ਤੋਂ ਘੱਟ 5 ਡਾਇਰੈਕਟਰ ਤੇ ਜ਼ਿਆਦਾ ਤੋਂ ਜ਼ਿਆਦਾ 15 ਡਾਇਰੈਕਟਰ ਹੋ ਸਕਦੇ। ਠੀਕ ਹੈ, ਇਹ ਤੁਸੀਂ ਯਾਦ ਰੱਖ ਸਕਦੇ ਹੋ ਕਰੰਟ ਦਾ ਕੁਐਸਚਨ, ਕੋਈ ਇਸ਼ੂ ਨਹੀਂ ਹੈਗਾ। ਉਸ ਤੋਂ ਬਾਅਦ ਬਾਈ ਇਹ ਸਾਇੰਸ ਤੋਂ ਇੱਕ ਹੋਰ ਕੁਐਸਚਨ ਆ ਗਿਆ, ਬੋਰੋਡੈਕਸ ਮਿਸ਼ਰਣ ਕਿਸ ਪ੍ਰਕਾਰ ਦਾ ਹੈ ਜਾਂ ਕਿਸ ਦਾ ਪ੍ਰਕਾਰ ਹੈ? ਤਾਂ ਇਹ ਜਿਹੜਾ ਬੋਰੋਡੈਕਸ ਹੈਗਾ ਇੱਕ ਤਰ੍ਹਾਂ ਦਾ ਉੱਲੀਨਾਸ਼ਕ ਹੈ ਬਾਈ, ਫੰਜੀਸਾਈਡ ਹੈ, ਉੱਲੀਨਾਸ਼ਕ। ਠੀਕ ਹੈ, ਉੱਲੀਨਾਸ਼ਕ ਤੁਹਾਨੂੰ ਪਤਾ ਹੈ ਕੀਟਨਾਸ਼ਕ ਕੀ ਹੁੰਦਾ? ਕੀਟਾਂ ਦਾ ਨਾਸ਼ ਕਰਨ ਵਾਲਾ। ਉੱਲੀਨਾਸ਼ਕ ਉੱਲੀ ਖਤਮ ਕਰਨ ਵਾਲਾ, ਸਿੰਪਲ ਹੈ। ਠੀਕ ਹੈ, ਇਹ ਯਾਦ ਰੱਖਣਾ ਆਪਾਂ ਨੇ। ਨੈਕਸਟ, ਇਹ ਪੰਜਾਬ ਤੋਂ ਇੱਕ ਹੋਰ ਕੁਐਸਚਨ ਆ ਗਿਆ, ਮਾਈਕਲ ਓਡਾਇਰ ਨੂੰ ਕਿਹਨੇ ਮਾਰਿਆ ਸੀ? ਤਾਂ ਬਿਲਕੁਲ ਸੌਖੇ ਕੁਐਸਚਨ ਹੈ, ਅਜਿਹੇ ਜਿਹੇ ਕੁਐਸਚਨ ਸੀਗੇ ਪੰਜਾਬ ਜੀਕੇ ਤੋਂ, ਮਤਲਬ ਪੰਜਾਬ ਜੀਕੇ ਦਾ ਕੋਈ ਅਜਿਹੇ ਕੁਐਸਚਨ ਨਹੀਂ ਸੀਗਾ ਜਿਹੜਾ ਔਖਾ ਸੀਗਾ। ਬੱਚੇ ਨੇ ਸਾਰੇ ਕਰੇ ਜਿੰਨੇ ਵੀ ਆਏ ਸੀਗੇ, ਹਨਾ। ਜਿਹਨੇ ਥੋੜੀ ਬਹੁਤੀ ਵੀ ਤਿਆਰੀ ਕਰੀ ਹੈ, ਜਿਹਨੇ ਕਾਂਸਟੇਬਲ ਦੀ ਤਿਆਰੀ ਕਰੀ ਆ, ਉਹ ਸਬ ਇੰਸਪੈਕਟਰ ਦੇ ਵਿੱਚ ਆਏ ਹੋਏ ਪੰਜਾਬ ਜੀਕੇ ਦੇ ਸਾਰੇ ਕੁਐਸਚਨ ਉਹਨੇ ਬੜੇ ਆਰਾਮ ਨਾਲ ਕਰੇ ਆ। ਹਾਂ, ਕਰੰਟ ਦਾ ਕੁਐਸਚਨ ਪੰਜਾਬ ਦਾ ਔਖਾ ਸੀਗਾ, ਨੋ ਡਾਊਟ। ਇਹ ਕੁਐਸਚਨ ਤੁਹਾਨੂੰ ਪਤਾ ਹੀ ਹੈ, ਉਦਮ ਸਿੰਘ ਦੀ ਗੱਲ ਹੋ ਰਹੀ ਹੈ। ਬਾਕੀ ਇਸ ਬੇਸਿਕ ਜਿਹੇ ਕੁਐਸਚਨ ਹੈ ਯਾਰ, ਹਨਾ, ਤੁਹਾਨੂੰ ਪਤਾ ਹੈ ਸਾਰਾ ਕੁਝ, ਇਹਦੇ ਬਾਰੇ ਮੈਂ ਕੀ ਐਕਸਪਲੇਨ ਕਰਾਂ। ਨੈਕਸਟ ਹੈ ਜੀ, ਇੱਕ ਪੰਜਾਬ ਜੀਕੇ ਤੋਂ ਇੱਕ ਹੋਰ ਕੁਐਸਚਨ ਆ ਗਿਆ। ਠੀਕ ਹੈ, ਦ ਸਿੰਘ ਸਭਾ ਵਾਜ ਰੀਕ੍ਰਿਸਟੈਂਡ, ਕੀ ਹੋ ਗਿਆ ਬਾਈ? ਅੱਛਾ, ਠੀਕ ਹੈ, ਸਿੰਘ ਸਭਾ ਦਾ ਨਾਮ ਬਦਲ ਕੇ, ਯਾਰ ਸਿੰਪਲ ਜੀ ਗੱਲ ਹੈ, ਖਾਲਸਾ ਦੀਵਾਨ ਰੱਖਿਆ ਗਿਆ ਸੀ। ਕਦੋਂ ਰੱਖਿਆ ਗਿਆ ਸੀ? ਇਹ ਹਿਸਟਰੀ ਤੋਂ ਕੁਐਸਚਨ ਹੈ, 1883 ਹੈ ਇਹਦਾ ਆਨਸਰ। ਠੀਕ ਹੈ, ਬਸ ਨੈਕਸਟ ਆ ਜਾਓ ਫਟਾਫਟ, 2-3 ਕੁਐਸਚਨ ਰਹਿ ਗਏ, ਉਹ ਵੀ ਦੇਖਦੇ ਆਪਾਂ। ਆ ਲਿਓ ਕੁਐਸਚਨ, ਇਹ ਵਧੀਆ ਕੁਐਸਚਨ ਹੈ, ਇਹਨੂੰ ਕਰਾਂਗੇ ਸੋਲਵ ਆਪਾਂ। ਠੀਕ ਹੈ ਨਾ, ਓਕੇ। ਕੁਐਸਚਨ ਕੀ ਹੈ? ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਆਫ ਇੰਡੀਆ ਵਿਚ ਪੇਅਰ ਆਫ ਆਰਟੀਕਲ ਕਨਸਟੀਟੂਐਂਟਸ ਇਜ਼ ਕਰੈਕਟ? ਪੇਅਰ ਦੇ ਹੋਏ ਆ ਬਈ, 4 ਪੇਅਰ ਆਪਣੇ ਕੋਲ ਹੈਗੇ ਆ, ਆਪਾਂ ਨੇ ਦੱਸਣਾ ਹੈ ਕਿ ਕਿਹੜਾ ਪੇਅਰ ਸਹੀ ਹੈ ਕਿਹੜਾ ਨਹੀਂ ਸਹੀ ਹੈ। ਸਹੀ ਪੁੱਛਿਆ ਇਹਨਾਂ ਨੇ? ਹਾਂ, ਕਰੈਕਟ ਪੁੱਛਿਆ ਇਹਨਾਂ ਨੇ। ਪਹਿਲਾਂ ਕੀ ਹੈ? ਆਰਟੀਕਲ 129। ਆਰਟੀਕਲ 129 ਦੇ ਵਿੱਚ ਇਹਨਾਂ ਨੇ ਕਿਹਾ ਸੁਪਰੀਮ ਕੋਰਟ ਦੀ ਬੈਠਕਾਂ ਵਿੱਚ ਸੇਵਾ ਮੁਕਤ ਜੱਜਾਂ ਦੀ ਹਾਜ਼ਰੀ। ਨਹੀਂ, ਆਰਟੀਕਲ 129 ਹੈਗਾ ਆ, ਪੋਲਿਟੀ ਪੜ੍ਹੀ ਹੈ ਨਾ, ਮੇਰੀ ਕਲਾਸਾਂ ਪਈਆਂ ਪੋਲਿਟੀ ਦੀ, ਉਹਦੇ ਚ ਵੀ ਮੈਂ ਬਹੁਤ ਐਕਸਪਲੇਨ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਆਰਟੀਕਲ 129 ਕਰਾਇਆ ਸੀਗਾ। ਕੋਰਟ ਆਫ ਰਿਕਾਰਡ ਹੈਗਾ ਬਈ, ਕੋਰਟ ਆਫ ਰਿਕਾਰਡ ਆਰਟੀਕਲ 129 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਆਰਟੀਕਲ 131 ਸੁਪਰੀਮ ਕੋਰਟ ਦੀ ਸੀਟ ਨਹੀਂ। ਆਰਟੀਕਲ 131 ਦੇ ਵਿੱਚ ਹੈਗਾ ਆ ਕਿ ओरिजिनल जुरिडिक्शन ऑफ सुप्रीम कोर्ट, मतलब मूल अधिकार, सुप्रीम कोर्ट का मूल अधिकार हैगा, मूल अधिकार क्षेत्र, मूल न्याय क्षेत्र, जिथे मतलब जी स्टेट एक स्टेट के नाल झगड़ा हो रहा है ना, मान लो पंजाब ते हरियाणा का झगड़ा, तो सुप्रीम कोर्ट के विच जाऊगा, तो वो आर्टिकल 131 के अंडर आना, मतलब ये मूल जुरिडिक्शन इहदा हैगा सुप्रीम कोर्ट का, मूल जुरिडिक्शन एरिया। ठीक है, उस तो बाद आर्टिकल 126 सुप्रीम कोर्ट के कार्यकारी चीफ जस्टिस की नियुक्ति, ये सही है, ये सी है जिहड़ा ये सही है। आर्टिकल 126 मतलब एक्टिंग चीफ जस्टिस की स्थापना, एक्टिंग हुंदा है मतलब एक तो जज हुंदा जिहड़ा परमानेंट है ना, कई बार एक्टिंग चीफ जस्टिस भी बनाना पै जाता है, जे एक्टिंग प्राइम मिनिस्टर तुसीं सुनिया होना या एक्टिंग प्रेजिडेंट ऑफ सुनिया होना, मतलब जो कई बार की हुंदा है कि अस्तीफा वगैरह देता या डेथ वगैरह होगी तो किसी होर बंदे नूं कामकार सौंप देंदे हैं इदां करके, है ना, तो वह हुंदा एक्टिंग। 126 ये स्टेटमेंट बिल्कुल सही है, हालांकि एक गल दसां ये भी स्टेटमेंट सही है 124 वाली। ठीक है, नैशनल जुडिशियल अपॉइंटमेंट कमीशन ये भी सही है। ठीक है, बट जी आंसर की सी उहदे च सी सही सीगा, मैं आंसर की दे अकॉर्डिंग तुहानूं दस्सिया। ठीक है, नैक्सट है जी, करंट तो सीगा क्वेश्चन, किस खिडारी नूं सर्वोत्तम फीफा पुरस्कार खिडारी 2020 नाल सन्मानित किया गया है? तो फीफा तुहानूं पता है फुटबॉल की स्पोर्ट्स की वीडियो मेरी पई, उहदे च मैं फीफा बहुत वधिया तरीके नाल कराया तुहानूं। फीफा हर साल की है मैनस प्लेयर अवार्ड दिंदा है, ठीक है, जिहड़ा बेस्ट हुंदा है। फीफा तुहानूं पता है फुटबॉल की सब तो वड्डी संस्था है ना, जे पता है ना तुहानूं हैडक्वार्टर कमेंट करके दसना है। ठीक है, तो इस टाइम चीफ कौन है? जियानी इन्फेंटियो, ये भी तुहानूं पता है। तो 2020 का अवार्ड मिलिया सीगा बई रॉबर्ट लेवेंडोस्की नूं, याद रखना है, 2020 का अवार्ड मिलिया सीगा रॉबर्ट लेवेंडोस्की नूं। एक खिडारी हैगा पोलैंड का, पोलैंड। तो मेन गल पता की है, क्वेश्चन थोड़े लिए आसान हो गया, 2021 लिख दो, इत्थे सेम आंसर आऊगा।
2021 ਦੇ ਵਿੱਚ ਵੀ ਇਸੇ ਨੂੰ ਹੀ ਮਿਲਿਆ। ਠੀਕ ਹੈ, ਯਾਦ ਰੱਖਣਾ ਹੈ ਤਾਂ ਈਜ਼ੀ ਹੋ ਗਿਆ ਤੁਹਾਡੇ ਵਾਸਤੇ। ਕ੍ਰਿਸਟੀਆਨੋ ਰੋਨਾਲਡੋ CR7 ਕਿਹਾ ਜਾਂਦਾ ਇਸ ਪਲੇਅਰ ਨੂੰ, ਡਾਇਰੈਕਟ ਆ ਜਾਂਦਾ ਕੁਐਸਚਨ, CR7 ਦੇ ਨਾਂ ਤੋਂ ਕੌਣ ਜਾਣਿਆ ਜਾਂਦਾ ਹੈ? ਕ੍ਰਿਸਟੀਆਨੋ ਰੋਨਾਲਡੋ। ਓਕੇ, ਲਾਸਟ ਕੁਐਸਚਨ ਹੈ ਬਾਈ, ਨਿਆਣਾ ਵਾਲਾ ਕੁਐਸਚਨ ਪਾਇਆ ਹੋਇਆ, ਕੋਈ ਮਤਲਬ ਨਹੀਂ ਅਜਿਹੇ ਕੁਐਸਚਨ ਪਾਉਣ ਦਾ, ਕੰਪੀਟੀਸ਼ਨ ਦਾ ਲੈਵਲ ਹੀ ਔਖਾ ਹੁੰਦਾ ਹੈ। ਫਸਟ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ, ਤਾਂ ਇਹ ਭਾਰਤ ਦੇ ਜਿਹੜੇ ਪਹਿਲੇ ਹੈਗੇ ਆ, ਭਾਰਤ ਦਾ ਪਹਿਲਾ ਚੀਫ, ਰਾਜ ਦਾ ਚੀਫ ਕੌਣ ਸੀ, ਜੱਜ ਕੌਣ ਸੀ, ਇਹ ਜਿੰਨੇ ਵੀ ਫਸਟ ਪਰਸਨ ਹੈਗੇ ਇੰਡੀਆ ਦੇ, ਮਾਰ ਲਓ ਰੱਟਾ ਬਾਈ, ਹੋਰ ਕੀ ਕਰ ਸਕਦੇ ਹੋ, ਕੌਣ ਸੀਗਾ? ਸੁਕੁਮਾਰ ਸੇਨ। ਠੀਕ ਹੈ, ਬਾਕੀ ਇਲੈਕਸ਼ਨ ਕਮਿਸ਼ਨ ਬਾਰੇ ਕਿਸੇ ਹੋਰ ਵੀਡੀਓ ਦੇ ਵਿੱਚ ਪੜਾਂਗੇ, ਇਲੈਕਸ਼ਨ ਕਮਿਸ਼ਨ ਦਾ ਆਰਟੀਕਲ ਇਹ ਉਹ ਕੀ ਕੰਮ ਕਰਦਾ, ਇਹ ਸਾਰਾ ਕੁਝ ਸੀਗਾ ਬਾਈ। ਤਾਂ ਇਹ 50 ਕੁਐਸਚਨ ਆਪਣੇ ਜੀਕੇ ਦੇ ਹੋ ਗਏ। ਵੀਡੀਓ ਕਿਹੋ ਜੀ ਲੱਗੀ ਹੈ ਕਮੈਂਟ ਕਰਨਾ ਹੈ, ਜਰੂਰ ਕਮੈਂਟ ਕਰਨਾ ਹੈ, ਜੇ ਚੰਗੀ ਲੱਗੀ ਹੈ ਤਾਂ ਵੀ, ਜੇ ਮਾੜੀ ਲੱਗੀ ਹੈ ਤਾਂ ਵੀ ਕਮੈਂਟ ਕਰਨਾ ਹੈ। ਠੀਕ ਹੈ, ਤੇ ਮੇਨ ਗੱਲ ਕੀ ਹੈ, ਨੈਕਸਟ ਸ਼ਿਫਟ ਆਪਾਂ ਕਰਾਣੀ ਜਾਂ ਨਹੀਂ ਕਰਾਣੀ ਇਹ ਤੁਹਾਡੇ ਤੇ ਡਿਪੈਂਡ ਹੈ। ਇਹ ਸੀਰੀਜ਼ ਜੇ ਮੈਂ ਅੱਗੇ ਕੰਟੀਨਿਊ ਰੱਖਾਂ ਜਾਂ ਨਾ ਰੱਖਾਂ। ਠੀਕ ਹੈ, ਕਮੈਂਟ ਕਰਨਾ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਹੈ, ਮੇਨ ਗੱਲ ਇਹ ਹੈ, ਤੁਹਾਡੇ ਰਿਸਪੌਂਸ ਦੇ ਉੱਤੇ ਡਿਪੈਂਡ ਹੈ। ਜੇ ਵੀਡੀਓ ਨੂੰ ਰਿਸਪੌਂਸ ਵਧੀਆ ਨਹੀਂ ਮਿਲਿਆ ਫਿਰ ਆਪਣੇ ਨੂੰ ਵੀ ਹੌਸਲਾ ਨਹੀਂ ਹੁੰਦਾ ਕਿ ਯਾਰ ਆਪਾਂ ਕਰਾਈਏ ਜਾਂ ਨਾ ਕਰਾਈਏ, ਹੋਰ ਜਿਹੜੇ ਸਬਜੈਕਟ ਹੈਗੇ ਆ ਆਪਾਂ ਉਹਨਾਂ ਦੇ ਉੱਤੇ ਫਿਰ ਫੋਕਸ ਕਰਾਂਗੇ। ਠੀਕ ਹੈ, ਤੁਹਾਨੂੰ ਵਧੀਆ ਲੱਗੀ ਹੈ, ਤੁਸੀਂ ਚਾਹੁੰਦੇ ਹੋ ਇਸ ਨੂੰ ਆਪਾਂ ਕੰਟੀਨਿਊ ਰੱਖੀਏ ਸੀਰੀਜ਼ ਨੂੰ, ਤਾਂ ਆਪਣਾ ਰਿਸਪੌਂਸ ਦੇਣਾ। ਵੀਡੀਓ ਨੂੰ ਜਿੰਨੇ ਵੀ ਗਰੁੱਪ ਤੁਹਾਡੇ ਸਟੱਡੀ ਗਰੁੱਪ ਹੋ ਗਏ ਹੈ ਨਾ, ਮਤਲਬ ਹੁੰਦੇ ਆ ਸਟੱਡੀ ਗਰੁੱਪ ਸਟੂਡੈਂਟਸ ਦੇ ਬਣਾਏ ਹੋਏ ਹੈ ਨਾ, ਉਹਨਾਂ ਦੇ ਵਿੱਚ ਸ਼ੇਅਰ ਕਰਨੀ ਹੈ ਬਾਈ, ਕੋਈ ਇਸ਼ੂ ਨਹੀਂ ਹੈਗਾ। ਠੀਕ ਹੈ, ਓਕੇ, ਥੈਂਕ ਯੂ।